ਇਹ ਸੌਦੇ ਅੱਜ ਦੇ ਨਹੀਂ ਹੋਏ। ਸੌਦੇ ਉਹਨਾਂ ਨੂੰ ਪੁੱਛੋ ਜਿਹੜੇ ਕੁੜੀਆਂ ਦੇ ਨਾਲ ਹੋਏ ਸੀ ਦਹੇਜ ਦੇ ਲਾਲਚ ਦੇ ਵਿੱਚ, ਵੀ ਤੁਸੀਂ ਜੇ ਇੰਨਾ ਦਹੇਜ ਦਵੋਗੇ ਤਾਂ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਕਰਾਂਗੇ, ਨਹੀਂ ਤਾਂ ਇਹਨੂੰ ਤੋੜ ਦੇਣਾ। ਹੁਣ ਲਾਲਚ ਹੈ, ਇਹਦੀ ਕੋਈ ਅੰਤ ਨਹੀਂ ਹੈਗਾ। ਇਹ ਜਾਂ ਤਾਂ ਜਿਵੇਂ ਨਾ ਹੁਣ ਚੀਜ਼ਾਂ ਪ੍ਰਗਟ ਹੋ ਗਈਆਂ ਵੀ ਅੱਛਾ ਉਹਦੇ ਨਾਲ ਵੀ ਇਦਾਂ ਹੋਇਆ, ਉਹਦੇ ਘਰਦਿਆਂ ਨੇ ਵੀ ਇਦਾਂ ਕਰਿਆ। ਪਹਿਲਾਂ ਇਹ ਪਰਦੇ 'ਚ ਰਹਿੰਦੀਆਂ ਸੀਗੀਆਂ ਚੀਜ਼ਾਂ, ਮੀਡੀਆ ਨਹੀਂ ਹੁੰਦਾ ਸੀ ਜਾਂ ਇੰਨੇ ਚੈਨਲਸ ਹੀ ਨਹੀਂ ਹੁੰਦੇ ਸੀ ਪਹਿਲਾਂ। ਹੁਣ ਤਾਂ ਤੁਸੀਂ ਫੇਸਬੁੱਕ ਸਕਰੋਲ ਕਰੋ ਤੇ ਇੱਕ ਤੋਂ ਬਾਅਦ ਇੱਕ ਨਵਾਂ ਆਉਂਦਾ ਹੈ। ਤੇ ਮੈਂ ਕਹਿੰਦਾ ਇਹ ਮੀਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ ਵੀ ਜਿਹੜਾ ਕੋਡ ਸਮਾਜ ਦੇ ਵਿੱਚ ਹੈਗਾ ਉਹਨੂੰ ਖਤਮ ਕਿਵੇਂ ਕਰਨਾ ਹੈ। ਹੁਣ ਜਿਵੇਂ ਆਪਾਂ ਕਹਿੰਦੇ 50,000 ਸਟੂਡੈਂਟ ਬਾਹਰ ਗਿਆ, ਕੈਨੇਡਾ ਗਿਆ, ਠੀਕ ਹੈ, ਉਹ ਸਾਰੇ ਮੈਰਿਜ ਬੇਸ ਤੇ ਆਪਾਂ ਲੈ ਕੇ ਚੱਲਦੇ 50,000 ਕੇਸ ਮੈਰਿਜ ਬੇਸ ਦਾ ਸੀਗਾ, ਪਰ ਉਹਦੇ ਵਿੱਚ 500 ਜਾਂ 1000 ਕੇਸ ਹੋਊਗਾ ਜਿਹੜਾ ਇਹ ਫਰਾਡ ਵਾਲਾ ਹੋਇਆ ਹੋਣਾ। ਪਰ ਇਹਦਾ ਇੰਪੈਕਟ ਉਹ ਸਾਰਿਆਂ ਦੇ ਉੱਤੇ ਪੈਣਾ ਹੈ, ਸਾਰਿਆਂ ਦੇ ਉੱਤੇ ਇਸ ਲਈ ਪੈਣਾ। ਇੱਕ ਵਾਰੀ ਤਾਂ ਉਹਨਾਂ ਨੂੰ ਸੋਚਣ ਲਈ ਲਾ ਦੇਣਾ ਹੈ ਵੀ ਜਿਹੜੀ ਕੁੜੀਆਂ ਬਾਹਰ ਗਈਆਂ ਹੋਈਆਂ ਨੇ ਵੀ ਸ਼ਾਇਦ ਉਹ ਵੀ ਨਾ ਕਿਤੇ ਇੱਦਾਂ ਕਰ ਦੇਵੇ, ਇੱਧਰ ਬੈਠੇ ਮੁੰਡੇ ਸੋਚਣਗੇ ਜਾਂ ਉਹਨਾਂ ਦੇ ਸਹੁਰੇ ਸੋਚਣਗੇ। ਪਰ ਇਹ ਚੀਜ਼ ਨਾ ਬਹੁਤ ਧਿਆਨ ਨਾਲ ਹੈਂਡਲ ਕਰਨ ਵਾਲੀ ਹੈ। ਇਹਦੇ ਵਿੱਚ ਤੁਸੀਂ ਨਾ ਇੱਕ ਨਾ ਸ਼ੱਕ ਦੀ ਸੂਈ ਖੜੀ ਹੋ ਜਾਂਦੀ ਹੈ। ਜੇ ਤੁਹਾਨੂੰ ਤੁਹਾਡਾ ਪਾਰਟਨਰ ਕਿਸੇ ਗੱਲੋਂ ਬਲੈਕਮੇਲ ਕਰਦਾ, ਕੋਈ ਗੱਲ ਲੁਕਾਉਣ ਨੂੰ ਕਹਿੰਦਾ, ਉਹ ਬਿਲਕੁਲ ਨਾ ਇਹ ਕੰਮ ਕਰੋ, ਕਿਉਂਕਿ ਬੱਚਿਓ ਤੁਹਾਡੀ ਏਜ ਬਹੁਤ ਛੋਟੀ ਹੈ, ਤੁਸੀਂ ਹੈਂਡਲ ਨਹੀਂ ਕਰ ਪਾਓਗੇ ਇਹ ਚੀਜ਼ਾਂ ਨੂੰ। ਕਿਉਂਕਿ ਜਿਹੜਾ ਸਟ੍ਰੈਸ ਲੈਵਲ ਹੈ ਨਾ, ਇਹਦਾ ਪਤਾ ਨਹੀਂ ਲੱਗਦਾ ਤੁਹਾਡੇ ਦਿਮਾਗ ਨੂੰ ਨੇ ਕਿਹੜੇ ਪਾਸੇ ਕਿਹੜੇ ਰਾਹੇ ਲੈ ਜਾਣਾ। ਸੁਸਾਈਡ ਹੀ ਫਿਰ ਐਂਡ ਵਿੱਚ ਜਾ ਕੇ ਇਹਦਾ ਨਿਬੇੜਾ ਕਰਦਾ। ਮੈਂ ਇੱਕ ਚੀਜ਼ ਕਹਿਣਾ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਈਆਂ, ਗੁਰੂ ਗ੍ਰੰਥ ਸਾਹਿਬ ਨੂੰ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਹਾਜ਼ਰ ਨਾਜ਼ਰ ਬੈਠੇ, ਤੁਸੀਂ ਉਹਨਾਂ ਦੇ ਸਾਹਮਣੇ ਇੱਕ ਕੰਮ ਕਰਿਆ ਤੇ ਤੁਸੀਂ ਆਪਣੀ ਵਿਆਹਤਾ ਨੂੰ ਛੱਡ ਕੇ ਵਿਦੇਸ਼ ਵਾਪਸ ਚਲੇ ਗਏ। ਉਹਦੀ ਜ਼ਿੰਦਗੀ ਤਾਂ ਖਰਾਬ ਕਰੀ ਹੈ, ਪਰ ਆਪਣੀ ਤੁਸੀਂ ਲਗਜ਼ਰੀ ਲਾਈਫ ਅੱਜ ਵੀ ਜੀ ਰਹੇ ਹੋ। ਇਹਦੇ ਲਈ ਤੁਹਾਨੂੰ ਲੱਖ ਵਾਰੀ ਲਾਨਤ ਪੈਣੀ ਚਾਹੀਦੀ ਹੈ। ਤੇ ਤੁਸੀਂ ਉਹੀ ਗੁਰੂ ਕੋਲ ਦੁਬਾਰਾ ਉੱਥੇ ਗੁਰਦੁਆਰੇ ਕਿਸੇ 'ਚ ਤਾਂ ਜਾ ਕੇ ਮੱਥਾ ਟੇਕਦੇ ਹੀ ਹੋਣੇ ਆ, ਕਦੇ ਸ਼ਨੀਵਾਰ ਜਾਂਦੇ ਹੋਣੇ, ਕਦੇ ਐਤਵਾਰ ਜਾਂਦੇ ਨੇ। ਫਿਰ ਜਿਹੜੀ ਤੁਹਾਡੀ ਉੱਥੇ ਫੈਮਿਲੀ ਹੈ, ਜਦੋਂ ਉਹਦੇ ਨਾਲ ਜਾਂਦੇ ਹੋਣੇ ਤੁਸੀਂ, ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਆਉਂਦੀ ਹੋਣੀ ਵੀ ਇੰਡੀਆ ਦੇ ਵਿੱਚ ਜਿਹਨੂੰ ਮੈਂ ਛੱਡ ਕੇ ਆਇਆ, ਜਿਹਦੀ ਜ਼ਿੰਦਗੀ ਬਰਬਾਦ ਕਰਤੀ, ਵੀ ਉਹ ਕਿਹੜੇ ਹਾਲੀ ਹੋਊਗੀ। ਤੇ ਇਹ ਚੈਨਲ ਦੇ ਥਰੂ ਹੀ ਮੈਂ ਕਹਿੰਦਾ ਵੀ ਜਿੰਨੀ ਅਸੀਂ ਲਾਨਤ ਪਾ ਸਕੀਏ ਉਨੀ ਥੋੜੀ ਆ ਉਹਨਾਂ ਨੂੰ। +2 ਤੋਂ ਬਾਅਦ ਅਸੀਂ ਵਿਆਹ ਕਰ ਦਿੰਦੇ ਹਾਂ, +2 ਤੋਂ ਬਾਅਦ ਉਹ ਬਾਹਰ ਜਾਂਦੇ ਨੇ, ਇੱਕ ਐਸੀ ਨਵੀਂ ਦੁਨੀਆ ਦੇਖਦੇ ਆ ਜਿਹਦੇ ਵਿੱਚ ਕੋਈ ਚੈੱਕਸ ਨਹੀਂ ਹੈਗੀਆਂ, ਕੋਈ ਰੋਕ ਟੋਕ ਨਹੀਂ ਹੈਗੀ, ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਹੈਗੀ। ਪਰ ਇਹ ਮਜਬੂਰ ਕਿਉਂ ਹੋ ਗਏ ਚੀਜ਼ਾਂ ਕਰਨ ਲਈ ਮਾਪੇ? ਕਿਉਂਕਿ ਜਿਹੜਾ ਦੇਸ਼ ਜਿੱਥੇ ਅਸੀਂ ਰਹਿ ਰਹੇ ਹਾਂ, ਇੱਥੇ ਸੁਣਵਾਈ ਕੋਈ ਨਹੀਂ ਹੈਗੀ। ਇੱਧਰ ਇੱਕ ਬੰਦਾ 15,000 ਰੁਪਏ ਮਹੀਨਾ ਕਮਾ ਰਿਹਾ, ਵਧੀਆ ਕੁਆਲੀਫਾਈਡ ਹੈ, ਇੰਜੀਨੀਅਰ ਵੀ ਹੋ ਸਕਦੀ ਡਿਗਰੀ, ਉਹਦੇ ਕੋਲ MBA ਦੀ ਡਿਗਰੀ ਵੀ ਹੋ ਸਕਦੀ ਹੈ। ਪਰ ਜੇ ਉਹੀ ਬੰਦਾ ਕਹਿੰਦਾ ਯਾਰ ਮੈਂ 30-35 ਲੱਖ ਦਾ ਜੁਗਾੜ ਕਰ ਲਵਾਂ, ਮੈਂ ਵਿਆਹ ਕਰਾ ਕੇ ਜੇ ਮੈਂ ਬਾਹਰ ਚਲੇ ਜਾਵਾਂ, ਤੇ ਉਹੀ ਬੰਦਾ ਬਾਹਰ ਜਾ ਕੇ 1.5 ਪੌਣੇ 2 2.5 ਲੱਖ ਰੁਪਏ ਤੱਕ ਕਮਾਉਣ ਲੱਗ ਜਾਂਦਾ ਹੈ। ਤੇ ਇਹਦੇ ਵਿੱਚ ਕਿਉਂ ਨਾ ਕੋਈ ਸੋਚੇ ਵੀ ਮੈਂ ਬਾਹਰ ਜਾਵਾਂ। ਉਧਰ ਕੁੜੀ ਵਾਲੇ ਕੁੜੀ ਨੂੰ ਕਹੀ ਜਾਂਦੇ ਤੂੰ ਕੈਨੇਡਾ ਚੱਲੀ ਹੈ, ਬਸ ਤੂੰ ਕੈਨੇਡਾ ਚੱਲੀ ਹੈ, ਤੇ ਮੁੰਡੇ ਵਾਲੇ ਮੁੰਡੇ ਨੂੰ ਕਹੀ ਜਾਂਦੇ ਤੂੰ ਬਸ ਕੈਨੇਡਾ ਚੱਲਿਆ, ਤੂੰ ਕੈਨੇਡਾ ਚੱਲਿਆ। ਵਿਆਹ ਵਾਲਾ ਤਾਂ ਕੋਈ ਗੱਲ ਹੀ ਨਹੀਂ ਰਹੀ ਉਹਦੇ ਵਿੱਚ। ਇਹ ਸਮਾਜ ਅਸਲ 'ਚ ਗਿਰਦਾ ਕਿਉਂ ਜਾ ਰਿਹਾ ਹੈ? ਸਮਾਜ ਨੂੰ ਨਾ ਗਿਆਨ ਕਹਿੰਦੇ, ਗਿਆਨ ਦੀ ਲੋੜ ਨਹੀਂ ਹੈਗੀ। ਇਹ ਹੋ ਗਿਆ ਮਨੀ ਮਾਈਂਡਡ। ਕਿਸੇ ਤਰੀਕੇ ਨਾਲ ਵੀ ਪੈਸੇ ਬਣਨੇ ਚਾਹੀਦੇ, ਕਿਸੇ ਤਰੀਕੇ ਨਾਲ ਵੀ ਬਾਹਰ ਜਾਣਾ ਚਾਹੀਦਾ। ਹੁਣ ਦੇਖੋ ਕੈਨੇਡਾ ਦੀ ਧਰਤੀ ਤੇ ਪਹੁੰਚਣ ਲਈ ਪਿੱਛੇ ਜੇ ਇੱਥੋਂ ਤੱਕ ਵੀ ਕੇਸ ਆ ਗਏ ਸੀ ਵੀ ਭਾਈ ਭੈਣ ਵਿਆਹ ਕਰਾ ਕੇ ਬਾਹਰ ਜਾ ਰਹੇ ਆ। ਤੇ ਮੈਨੂੰ ਇੱਕ ਚੀਜ਼ ਦੱਸੋ, ਮੈਂ ਸਾਰਿਆਂ ਨੂੰ ਪੁੱਛਦਾ, ਉਹ 'ਚ ਪ੍ਰਾਪਤ ਕੀ ਕਰੋਗੇ ਤੁਸੀਂ? ਲਾਈਫ ਹੈ ਇੱਕ, ਲਾਈਫ ਜਿਹੜਾ ਜ਼ਮੀਰ ਹੁੰਦਾ ਨਾ, ਜ਼ਮੀਰ, ਜਿੱਦਣ ਤੁਹਾਡਾ ਜ਼ਮੀਰ ਮਰ ਗਿਆ ਫਿਰ ਤੁਸੀਂ ਕੋਈ ਵੀ ਕੰਮ ਕਰੀ ਜਾਓ, ਉਹ ਤੁਹਾਡੇ ਮੁਤਾਬਕ ਜਾਇਜ਼ ਹੈ, ਪਰ ਤੁਸੀਂ ਤਾਂ ਮਰੇ ਸਮਝੋ ਆਪਣੇ ਆਪ ਨੂੰ। ਮੇਰੇ ਕੋਲ ਤਾਂ ਕੇਸ ਹੀ ਇਦਾਂ ਦੇ ਆਉਂਦੇ ਜੀ ਵੀ ਹੁਣ ਤਾਂ ਸਰ ਮੈਂ ਸੁਸਾਈਡ ਕਰਨੀ ਹੈ। ਲਾਸਟ ਕਾਉਂਸਲਿੰਗ ਸੈਸ਼ਨ ਲੈਣਾ ਸੀ, ਮੈਂ ਬਹੁਤਾਂ ਕੋਲ ਜਾਇਆ ਹੀ, 73 ਮੇਰੇ ਕੋਲ ਲਿਖੇ ਹੋਏ ਨੇ ਜਿਨ੍ਹਾਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਕਹਿੰਦੇ ਸੀ ਸੁਸਾਈਡ ਅਟੈਂਪਟ ਕਰਨ ਲੱਗੇ ਸੀ, ਫਿਰ ਵੀ ਕਿਸੇ ਨੇ ਕਿਹਾ ਵੀ ਨਹੀਂ ਇੱਕ ਵਾਰੀ ਸੈਸ਼ਨ ਜ਼ਰੂਰ ਲੈ ਲਾ। ਤੇ ਅੱਜ ਉਹ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਨੇ। ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਪਰੇਸ਼ਾਨੀਆਂ ਬਹੁਤ ਨੇ। ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਨੂੰ ਇਹ ਕਹਿੰਦੇ ਵੀ ਦੁਨੀਆ 'ਚ ਪਰੇਸ਼ਾਨੀਆਂ ਬਹੁਤ ਨੇ, ਵੀ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਮਾਤ ਲੋਕ ਵਿੱਚ ਭੇਜ ਰਿਹਾ, ਤੂੰ ਉੱਥੇ ਜਾ, ਉਹਨਾਂ ਨੂੰ ਅਸਲੀ ਚੀਜ਼ਾਂ ਬਾਰੇ ਜਾਣੂ ਕਰਾ ਤੇ ਉਹਨਾਂ ਨੂੰ ਗਿਆਨ ਦੇ ਵੀ ਉਹ ਮੇਰੇ ਨਾਲ ਜੁੜਨ, ਮੈਡੀਟੇਸ਼ਨ ਕਰਨ ਤੇ ਉਹਨਾਂ ਨੂੰ ਸਮਝ ਆਵੇ ਚੀਜ਼ਾਂ ਦੀ। ਹੌਲੀ ਹੌਲੀ ਕਰਕੇ ਗੁਰੂ ਗੋਬਿੰਦ ਸਿੰਘ ਸਿੱਖੀਆਂ ਚੀਜ਼ਾਂ, ਫਿਰ ਅੱਗੇ ਮੈਂ ਲੋਕਾਂ ਤੇ ਅਪਲਾਈ ਕਰਨ ਲੱਗ ਗਿਆ ਤੇ ਅੱਜ ਲੋਕੀ ਮੈਡੀਟੇਸ਼ਨ ਕਰ ਰਹੇ ਆ, ਬਹੁਤ ਵਧੀਆ ਰਿਲੈਕਸ, ਪੀਸ ਆਫ ਮਾਈਂਡ। ਜਿਹੜਾ ਪੀਸ ਆਫ ਮਾਈਂਡ ਨਾ ਸਭ ਤੋਂ ਕੀਮਤੀ ਮਹਿੰਗੀ ਚੀਜ਼ ਹੈ। ਇਹ ਹਰ ਚੀਜ਼ ਤੁਸੀਂ ਖਰੀਦ ਸਕਦੇ ਹੋ, ਪਰ ਦੁਨੀਆ ਦੇ ਵਿੱਚ ਸ਼ਾਂਤੀ ਨਹੀਂ ਖਰੀਦ ਸਕਦੇ। ਉਹ ਸਿਰਫ ਤੁਹਾਨੂੰ ਗੁਰੂ ਤੋਂ ਬਿਨਾ ਨਹੀਂ ਮਿਲਣੀ ਹੈਗੀ, ਜਿੱਥੇ ਤੱਕ ਮਰਜ਼ੀ ਭੱਜ ਲਓ ਤੁਸੀਂ। ਤੇ ਖਾਸ ਕਰਕੇ ਮੈਂ ਬੱਚਿਆਂ ਨੂੰ, ਉਹਨਾਂ ਨੂੰ ਮੁੰਡਿਆਂ ਜਾਂ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਫਰੈਂਡਸ ਸਰਕਲ ਦੇ ਵਿੱਚ ਕੋਈ ਬਾਹਰ ਗਿਆ ਹੋਇਆ ਜਾਂ ਜੇ ਉਰੇ ਵੇਟ ਕਰ ਰਿਹਾ ਬਾਹਰ ਜਾਣ ਦੀ, ਕਦੇ ਇਹਨਾਂ ਨੂੰ ਕਿਸੇ ਨੂੰ ਮਿਹਣਾ ਨਾ ਮਾਰਿਓ ਵੀ ਕਿਸੇ ਗੱਲ ਪਿੱਛੋਂ ਵੀ ਸ਼ਾਇਦ ਤੇਰੀ ਘਰ ਵਾਲੀ ਵੀ ਤਾਂ ਨਹੀਂ ਕਿਤੇ ਪੈਸੇ ਲੈ ਕੇ ਭੱਜ ਗਈ, ਵੀ ਤੂੰ ਹੁਣ ਕੱਜ ਜਾਣਾ, ਤੇਰਾ ਫਾਈਲ ਲੱਗੀ ਕਿ ਨਹੀਂ ਲੱਗੀ।
ਕਿਉਂਕਿ ਇਹੀ ਕਾਰਨ ਸੀ। ਲਾਡੀ ਨੂੰ ਵੀ ਕਹਿੰਦੇ ਸੀ ਨਾ, ਲਾਡੀ ਕਹਿੰਦਾ ਸੀ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਕੈਨੇਡਾ ਵਾਲਾ ਹੁੰਦਾ ਤੂੰ ਕੈਨੇਡਾ ਵਾਲਾ ਹੈ। ਕੀ ਪਤਾ ਉਹਦੇ ਮਨ 'ਚ ਕੀ ਚੱਲਦਾ ਸੀਗਾ, ਕਿਉਂਕਿ ਮਨ ਦੀ ਪੜ੍ਹਨੀ ਬੜੀ ਔਖੀ ਚੀਜ਼ ਹੈ। ਇਹ ਬੰਦੇ ਨੂੰ ਡਿਪਰੈਸ਼ਨ 'ਚ ਲੈ ਜਾਂਦਾ, ਡਿਪਰੈਸ਼ਨ ਤੋਂ ਬਾਅਦ ਫਿਰ ਸੁਸਾਈਡ ਹੀ ਪਿਆ। ਇਹ ਗੱਲ ਮੰਨਦੇ ਹੋ ਕਿ ਜਿੱਥੇ ਸਾਡੇ ਮਾਂ-ਬਾਪ ਜ਼ਿੰਮੇਵਾਰ ਨੇ, ਅਸੀਂ ਛੋਟੀ ਉਮਰੇ ਬੱਚੇ ਬਾਹਰ ਭੇਜਦਾ, ਪੈਸਾ ਲਾਦਾ, ਵਿਆਜ ਤੇ ਚੁੱਕਦਾ, ਜ਼ਮੀਨ ਗਹਿਣੇ ਪਾ ਲਈ, ਘਰ ਕੋਠੀਆਂ ਗਹਿਣੇ ਪੈ ਗਈਆਂ, ਸਾਡੀਆਂ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ? ਬਿਲਕੁਲ ਜੀ। ਇਹ ਜੇ ਸਰਕਾਰਾਂ ਵਧੀਆ ਹੋਣ ਤੇ 35 ਲੱਖ ਰੁਪਏ ਇੰਡੀਆ 'ਚ ਲਾਉਣਾ ਕੋਈ ਛੋਟੀ ਜੀ ਗੱਲ ਨਹੀਂ ਹੈਗੀ। ਜੇ ਇੱਕ ਸ਼ਰੀਫ ਬੰਦਾ ਵੀ ਕੋਈ ਕਿਸੇ ਕੇਸ 'ਚ ਫਸ ਜਾਂਦਾ ਧੱਕੇ ਨਾਲ, ਉਹ ਕੰਨਾਂ ਨੂੰ ਹੱਥ ਲਾ ਕੇ ਖੇੜਾ ਛਡਾਉਂਦਾ ਵੀ ਰੱਬਾ ਮੁੜ ਕੇ ਨਾ ਮੈਨੂੰ ਇਹ ਕੰਮਾਂ 'ਚ ਪੈ ਜਾਵੇ। ਤੇ ਕੁੜੀ ਕੋਈ ਰਾਤ ਨੂੰ ਕਿੰਨੀ ਵਾਰੀ ਸੋਸ਼ਲ ਮੀਡੀਆ ਤੇ ਮੈਂ ਇਹ ਚੀਜ਼ ਦੇਖਦਾ ਹਾਂ ਵੀ ਕੁੜੀਆਂ ਨਾਲ ਰੇਪ ਕਰਿਆ ਗਿਆ ਥਾਣਿਆਂ ਦੇ ਵਿੱਚ। ਤੇ ਆਪਾਂ ਕਿਉਂ ਰੱਖੀਏ ਉਰੇ ਕਿਸੇ ਨੂੰ? ਕਿਉਂ ਕੋਈ ਰਹੂਗਾ ਉਰੇ? ਉਰੇ ਤਾਂ ਸਿਰਫ ਉਹੀ ਰਹਿ ਰਿਹਾ ਜਿਹਦਾ ਉਹਦੇ ਸੰਜੋਗ ਹੀ ਨਹੀਂ ਬਣਦਾ ਪਿਆ ਬਾਹਰ ਜਾਣ ਦਾ। ਪੰਡਤਾਂ ਦੇ ਕੋਲ ਨਾ ਲਾਈਨ ਲੱਗੀ ਪਈ ਹੈ ਵੀ ਕਿਹੜਾ ਇਹੋ ਜਿਹਾ ਯੋਗ ਬਣਾ ਦਿਓ ਪੰਡਤ ਜੀ ਮੇਰੇ ਮੁੰਡੇ ਤੇ ਮੇਰੇ ਕੁੜੀ ਦਾ ਬਾਹਰ ਦਾ ਬਣ ਜਾਵੇ। ਜਦੋਂ ਨਾ ਬਾਹਲੇ ਤੁਸੀਂ ਉਚਾਟ ਹੋ ਜਾਓ, ਬਹੁਤ ਤੁਸੀਂ ਡਿਪਰੈਸ਼ਨ 'ਚ ਚਲੇ ਜਾਓ, ਆਨੰਦ ਸਾਹਿਬ ਦਾ ਪਾਠ ਕਰ ਲਓ। ਆਨੰਦ ਸਾਹਿਬ ਦਾ ਪਾਠ ਇੱਦਾਂ ਨਹੀਂ ਕਰਨਾ ਵੀ ਜਿਵੇਂ ਦੁਨੀਆ ਕਰਦੀ ਹੈ 10 ਜਾਂ 15 ਮਿੰਟ ਦੇ ਵਿੱਚ। ਨਹੀਂ 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 ਨਹੀਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਿਹੜਾ ਸਾਡਾ ਡਿਪਰੈਸ਼ਨ ਹੈ ਜਾਂ ਸਾਨੂੰ ਫੇਲੀਅਰ ਹੋ ਗਏ ਲਾਈਫ ਦੇ ਵਿੱਚ, ਉਹ ਸਾਰਾ ਮਨ ਤੇ ਅਸਰ ਪੈਂਦਾ ਹੈ। ਤੇ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ, ਤੀਜੇ ਗੁਰੂ ਜਿਨ੍ਹਾਂ ਨੇ ਬਾਣੀ ਲਿਖੀ ਹੈ, ਉਹਨਾਂ ਨੇ ਮਨ ਨੂੰ ਕੰਟਰੋਲ ਕਰਨ ਦੀ ਵਿਧੀ ਦੱਸੀ ਹੈ। ਜਦੋਂ ਤੁਸੀਂ ਆਨੰਦ ਸਾਹਿਬ ਦੀ ਬਾਣੀ ਆਰਾਮ ਨਾਲ ਅੱਧਾ ਘੰਟਾ ਲਾ ਕੇ ਪੜ੍ਹੋਗੇ ਨਾ, ਸੁਸਾਈਡ ਦਾ ਤੁਹਾਨੂੰ ਮਨ 'ਚ ਕਦੇ ਖਿਆਲ ਆਉਣਾ ਹੀ ਨਹੀਂ ਹੈਗਾ। ਛੋਟੀ ਛੋਟੀ ਗੱਲਾਂ ਤੇ ਡਿਪਰੈਸ਼ਨ ਨਾ ਖਾ ਜਾ ਕਰੋ। ਜੇ ਤੁਹਾਡੀ ਸਹੇਲੀ ਤੁਹਾਨੂੰ ਛੱਡ ਕੇ ਚਲੀ ਗਈ ਜਾਂ ਮੁੰਡੇ ਨੇ ਕੁੜੀ ਨੂੰ ਛੱਡਤਾ, ਇੰਨਾ ਦਿਲ ਤੇ ਨਾ ਲਾ ਲਿਆ ਕਰੋ ਵੀ ਉੱਥੇ ਤੱਕ ਹੀ ਤੁਹਾਡੀ ਲਾਈਫ ਖੜੀ ਸੀ। ਤੁਹਾਡੇ ਪੇਰੈਂਟਸ ਪਹਿਲਾਂ ਆਉਂਦੇ ਨੇ, ਉਹ ਤੋਂ ਬਾਅਦ ਤੁਸੀਂ ਸੁਸਾਈਡ ਕਰਨ ਲਈ ਇੱਕ ਵਾਰੀ ਉਹ ਪੇਰੈਂਟਸ ਵੱਲ ਦੇਖਿਆ ਕਰੋ। ਜਦੋਂ ਤੁਸੀਂ ਪੈਦਾ ਹੋਏ ਸੀ ਨਾ, ਤੁਹਾਨੂੰ ਹੱਥਾਂ ਦੇ ਵਿੱਚ ਲਿਆ ਸੀ ਤੁਹਾਡੇ ਮਾਪਿਆਂ ਨੇ, ਉਦੋਂ ਉਹਨਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਹੋਊਗੀ। ਤੁਸੀਂ ਇਹ ਚੀਜ਼ ਕਿਉਂ ਨਹੀਂ ਸੋਚਦੇ? ਤੁਹਾਡੇ ਕਰਕੇ ਕਿਸੇ ਦਾ 50 ਲੱਖ ਰੁਪਈਆ ਖਰਾਬ ਹੋ ਗਿਆ ਤੇ ਤੁਸੀਂ ਕਿੰਨਾ ਵਧੀਆ ਕੰਮ ਕਰਿਆ। ਤੁਸੀਂ ਹਿੰਦੂ ਹੋ ਸਕਦੇ, ਤੁਸੀਂ ਸਿੱਖ ਹੋ ਸਕਦੇ, ਤੁਸੀਂ ਮੁਸਲਮਾਨ ਤੋਂ ਕੋਈ ਕਿਸੇ ਵੀ ਕੰਟਰੀ ਤੋਂ ਆ ਸਕਦੇ। ਜ਼ਰੂਰੀ ਨਹੀਂ ਇੰਡੀਆ ਤੋਂ ਹੀ ਲੋਕਾਂ ਨੇ ਜਾ ਕੇ ਇਹ ਫਰਾਡ ਕਰਿਆ, ਪਾਕਿਸਤਾਨ ਤੋਂ ਵੀ ਗਏ ਹੋ ਸਕਦੇ ਆ। ਤੇ ਕੀ ਗੱਲ ਤੁਸੀਂ ਕਦੇ ਮਸਜਿਦਾਂ 'ਚ ਨਹੀਂ ਮੱਥੇ ਟੇਕਣੇ ਜਾ ਕੇ, ਜਾਂ ਗੁਰਦੁਆਰਿਆਂ 'ਚ ਮੱਥੇ ਨਹੀਂ ਟੇਕਣੇ, ਜਾਂ ਆਪਣੇ ਈਸਟਾਂ ਨੂੰ ਮੰਦਿਰਾਂ 'ਚ ਨਹੀਂ ਟੇਕਣਾ? ਤੇ ਉਹ ਈਸਟ ਕੀ ਕਹੂਗਾ ਵੀ 50 ਲੱਖ ਢਕਾਰ ਕੇ ਹੁਣ ਤੂੰ ਮੇਰੇ ਕੋਲ ਕੀ ਲੈਣ ਆਇਆ? ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਮਨਦੀਪ ਕੌਰ ਸੰਧੂ। ਸਾਡੇ ਸਮਾਜ ਵਿੱਚ ਪਿਛਲੇ ਕੁਝ ਦਿਨਾਂ 'ਚ ਕੀ ਕੁਝ ਹੋ ਰਿਹਾ ਹੈ, ਅਸੀਂ ਸਭ ਦੇਖਦੇ ਆ ਰਹੇ ਹਾਂ। ਇਹ ਕੋਈ ਨਵਾਂ ਨਹੀਂ ਹੈ, ਇਹ ਪੁਰਾਣੇ ਸਮੇਂ ਤੋਂ ਹੀ ਚੱਲਦਾ ਆ ਰਿਹਾ ਹੈ। ਬਸ ਉਦੋਂ ਕਮੀ ਇਹ ਸੀ ਕਿ ਸੋਸ਼ਲ ਮੀਡੀਆ ਨਹੀਂ ਸੀ ਤੇ ਇੰਨੇ ਅਸੀਂ ਤੇਜ਼ ਨਹੀਂ ਹੋਏ ਸੀ। ਤੇ ਅੱਜ ਅਸੀਂ ਇੰਨੇ ਤੇਜ਼ ਹੋ ਗਏ ਹਾਂ, ਇੰਨੇ ਐਡਵਾਂਸ ਹੋ ਗਏ ਹਾਂ। ਸੋਸ਼ਲ ਮੀਡੀਆ ਤੇ ਪਟਕ ਚੀਜ਼ ਪੈਂਦੀ ਹੈ ਤਾਂ ਰਾਤੋਂ ਰਾਤ ਵਾਇਰਲ ਹੋ ਜਾਂਦੀ ਹੈ। ਔਰ ਇਸੇ ਜਿਸ ਤਰ੍ਹਾਂ ਅਸੀਂ ਤੇਜ਼ ਐਡਵਾਂਸ ਹੁੰਦੇ ਜਾ ਰਹੇ ਹਾਂ ਤੇ ਸਾਡੀ ਜਿਹੜੀ ਸੋਚ ਹੈ ਉਹਦਾ ਪੱਧਰ ਓਨਾ ਹੀ ਨੀਵਾਂ ਹੁੰਦਾ ਜਾ ਰਿਹਾ ਹੈ। ਪਰ ਅੱਜ ਜੋ ਕੁਝ ਹਾਲਾਤ ਬਣੇ ਹੋਏ ਨੇ, ਕਿਸ ਤਰੀਕੇ ਦੇ ਨਾਲ ਉਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਜੋ ਸਾਨੂੰ ਸਾਡੇ ਪੰਜਾਬ ਦੀ ਉਸ ਸਥਿਤੀ ਨੂੰ ਉਜਾਗਰ ਕਰਦੀਆਂ ਨੇ ਕਿ ਕਿੰਨਾ ਨਿਘਾਰ ਆ ਚੁੱਕਾ ਹੈ। ਬਹੁਤ ਕੁਝ ਹੋ ਰਿਹਾ ਸਾਡੇ ਸਮਾਜ ਦੇ ਵਿੱਚ। ਔਰ ਅੱਜ ਇਸੇ ਤੇ ਗੱਲਬਾਤ ਕਰਾਂਗੇ RS ਕਾਉਂਸਲਿੰਗ ਸਰਵਿਸ ਰਣਦੀਪ ਸਿੰਘ ਹੋਣਾ ਦੇ ਨਾਲ। ਖੰਨਾ ਦੇ ਰਹਿਣ ਵਾਲੇ ਨੇ ਰਣਦੀਪ ਸਿੰਘ ਹੋਣੀ, ਹਮੇਸ਼ਾ ਬੇਬਾਕੀ ਦੇ ਨਾਲ ਬੋਲਦੇ ਆਏ ਨੇ। ਰਣਦੀਪ ਸਿੰਘ ਨੇ ਬਹੁਤ ਸਾਰੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਹੈ ਜੋ ਇਸੇ ਦਾ ਸ਼ਿਕਾਰ ਵੀ ਹੋ ਚੁੱਕੇ ਨੇ। ਕੀ ਕਾਰਨ ਹੈ ਲੋਕ ਜ਼ਿਆਦਾ ਡਿਪਰੈਸ਼ਨ 'ਚ ਜਾ ਰਹੇ ਨੇ? ਕੀ ਕਾਰਨ ਹੈ ਲੋਕ ਸੁਸਾਈਡ ਵੱਲ ਵੱਧਦੇ ਜਾ ਰਹੇ ਨੇ? ਕੀ ਕਾਰਨ ਹੈ ਕਿ ਲੋਕ ਆਪਸੀ ਇਹਨਾਂ ਘਰਾਂ ਦੇ ਵਿੱਚ ਝਗੜਾ ਕਰਦੇ ਨੇ? ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰਾਂਗੇ ਰਣਦੀਪ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਵੈਰੀ ਮਚ। ਕੀ ਹਾਲ ਚਾਲ? ਠੀਕ ਠਾਕ? ਬਹੁਤ ਵਧੀਆ ਜੀ, ਬਹੁਤ ਵਧੀਆ। ਆਪਾਂ ਤਾਂ ਠੀਕ ਠਾਕ ਹਾਂ, ਚਿਹਰਿਆਂ ਤੇ ਹਾਸੇ ਲੈ ਕੇ ਬੈਠੇ ਹੋਏ ਹਾਂ। ਪਰ ਸਾਡੇ ਸਮਾਜ ਵਿੱਚ ਅਸੀਂ ਜੋ ਕੁਝ ਦੇਖ ਰਹੇ ਹਾਂ, ਇਹਨੂੰ ਦੇਖ ਕੇ ਮਨ ਬੜਾ ਪਰੇਸ਼ਾਨ ਹੋ ਰਿਹਾ। ਦੇਖੋ, ਸਮਾਜ ਨਾ ਨਿੱਘਰ ਚੁੱਕਿਆ ਜੀ, ਆਪਣੀ ਮੋਰਲ ਵੈਲਿਊਜ਼ ਭੁੱਲ ਚੁੱਕਿਆ। ਉਹਦੇ ਕਰਕੇ ਅੱਜ ਅਸੀਂ ਇਹ ਚੀਜ਼ਾਂ ਸਾਨੂੰ ਦੇਖਣੀਆਂ ਮਜਬੂਰਨ ਪੈ ਰਹੀਆਂ ਨੇ। ਮੋਰਲ ਵੈਲਿਊਜ਼ ਸੀਗੀਆਂ ਸਤਿਕਾਰ ਕਰਨਾ, ਮੋਰਲ ਵੈਲਿਊਜ਼ ਸੀਗੀਆਂ ਵੀ ਰਿਸਪੈਕਟ ਕਰਨੀ ਗੁਰੂਆਂ ਪੀਰਾਂ ਦੀ ਜਾਂ ਆਪਣੇ ਰਿਲੇਸ਼ਨਸ਼ਿਪਸ ਦੀ। ਪਰ ਉਹ ਚੀਜ਼ਾਂ ਸਾਰੀਆਂ ਹੀ ਇੱਕ ਸੌਦੇ ਦੇ ਉੱਤੇ ਆ ਕੇ ਅਟਕ ਗਈਆਂ। ਤੇ ਅੱਜ ਜਿਹੜਾ ਵਰਡ ਸੌਦਾ ਚੱਲ ਪਿਆ ਨਾ, ਆਪਾਂ ਜਿਹੜਾ ਹੁਣ ਆਪਾਂ ਗੱਲ ਕਰਦੇ ਹਾਂ ਜੋ ਫਰਾਡ ਮੈਰਿਜਸ ਦਾ ਇੰਨਾ ਰੌਲਾ ਚੱਲਦਾ ਪਿਆ,
ਤੇ ਹਰ ਕੋਈ ਇਹਨੂੰ ਸੌਦਾ ਕਹਿ ਕੇ ਕੰਟਰੈਕਟ ਮੈਰਿਜਸ ਕਹਿ ਕੇ ਕਰ ਰਿਹਾ ਵੀ ਗਲਤ ਕਰਿਆ, ਮੁੰਡਿਆਂ ਨੇ ਕਿਉਂ ਪੈਸੇ ਦਿੱਤੇ ਆ ਜਾਂ ਆਪ ਚਲੇ ਜਾਂਦੇ ਆਇਲਸ ਕਰਕੇ ਕੁਝ ਵੀ ਕਰਦੇ। ਪਰ ਮੈਂ ਇੱਕ ਚੀਜ਼ ਕਹਿਣਾ, ਇਹ ਸੌਦੇ ਅੱਜ ਦੇ ਨਹੀਂ ਹੋਏ। ਸੌਦੇ ਉਹਨਾਂ ਨੂੰ ਪੁੱਛੋ ਜਿਹੜੇ ਕੁੜੀਆਂ ਦੇ ਨਾਲ ਹੋਏ ਸੀ ਦਹੇਜ ਦੇ ਲਾਲਚ ਦੇ ਵਿੱਚ, ਵੀ ਤੁਸੀਂ ਜੇ ਇੰਨਾ ਦਹੇਜ ਦਓਗੇ ਤਾਂ ਅਸੀਂ ਆਪਣੇ ਮੁੰਡੇ ਦਾ ਰਿਸ਼ਤਾ ਕਰਾਂਗੇ, ਨਹੀਂ ਤਾਂ ਇਹਨੂੰ ਤੋੜ ਦੇਣਾ। ਉਹ ਵੀ ਤਾਂ ਸੌਦੇ ਸੀਗੇ। ਤੇ ਅੱਜ ਜੇ ਇਹ ਮੁੰਡੇ ਵਾਲੇ ਕਰ ਰਹੇ ਆ ਇਦਾਂ ਵੀ ਪੈਸੇ ਦੇ ਰਹੇ ਆ ਵੀ ਤੁਸੀਂ ਬਾਹਰ ਜਾਓ, ਪੜ੍ਹੋ ਜਾ ਕੇ, ਸਾਨੂੰ ਵੀ ਫਿਰ ਬੁਲਾਓ, ਤੇ ਇਹਦੇ ਵਿੱਚ ਜੇ ਕੋਈ ਕਹਿੰਦਾ ਨੂੰ ਨਿੰਦਣ ਲਈ ਵੀ ਇਹ ਗਲਤ ਚੀਜ਼ਾਂ ਹੋਈਆਂ, ਮੈਂ ਕਹਿੰਦਾ ਵੀ ਇਹ ਜਾਇਜ਼ ਹੈ, ਇਹ ਕੋਈ ਗਲਤ ਚੀਜ਼ ਨਹੀਂ ਹੈਗੀ ਇਹ। ਅੱਛਾ, ਜਿਹੜੇ ਇਹ ਇੱਕ ਤਾਂ ਇਹ ਹੁੰਦਾ ਨਾ ਕਿ ਇੱਕ ਉਹ ਸਮਾਂ ਉਹ ਸੀਗਾ ਜਦੋਂ ਦਹੇਜ ਲੈਂਦੇ ਸੀਗੇ ਹਨਾ ਮੁੰਡੇ ਵਾਲੇ, ਤਾਂ ਟਰਾਲੀਆਂ ਭਰ ਆ ਜਾਂਦੀਆਂ ਸੀ ਵਿਆਹ ਤੋਂ ਇੱਕ ਦਿਨ ਪਹਿਲਾਂ, ਠੀਕ ਬਰਾਤ ਘਰੇ ਆਉਣੀ ਹੁੰਦੀ ਅਗਲੇ ਦਿਨ, ਪਰ ਮੰਗਣੇ ਵਾਲੇ ਦਿਨ ਜਦੋਂ ਸ਼ਗਨ ਪੈਂਦਾ ਉਸ ਦਿਨ ਆ ਜਿਹੜੀ ਹੈ ਘਰੇ ਤੁਹਾਡੇ ਘਰੇ ਸਾਰਾ ਟਰਾਲੀਆਂ ਭਰ ਕੇ ਸਮਾਨ ਆ ਜਾਂਦਾ ਕੁੜੀ ਵਾਲਿਆਂ ਦੇ ਵੱਲੋਂ ਹਨਾ। ਔਰ ਪਰ ਚਲੋ ਇਹ ਆਪਾਂ ਜਿਹੜੇ ਤੁਹਾਡੇ ਸਵਾਲ ਦੇ ਜਵਾਬ ਬਾਅਦ ਚ ਕਰਾਂਗੇ, ਪਰ ਇੱਥੇ ਕਾਰਨ ਹੈ ਕਿ ਉਹ ਕੁੜੀਆਂ ਵਿਚਾਰੀਆਂ ਬਾਅਦ ਵਿੱਚ ਸੁਖੀ ਵੀ ਨਹੀਂ ਵਸਦੀਆਂ, ਬਹੁਤ ਸਾਰੇ ਹੋਰ ਨੂੰ ਤੰਗ ਪਰੇਸ਼ਾਨ ਕਰਦੇ। ਬਹੁਤੇ ਘਰ ਦੇਖੇ, ਬਹੁਤੇ ਘਰ ਨਹੀਂ ਵੀ ਮੰਗਦੇ ਦਾਜ, ਔਰ ਬਹੁਤੇ ਘਰ ਹੁੰਦੇ ਕਿ ਬਾਅਦ ਚ ਉਹਨਾਂ ਨੂੰ ਲਾਲਚ ਹੋ ਜਾਂਦਾ ਕਿ ਹੋਰ ਆਉਣ ਦਿਓ। ਹਾਂਜੀ ਬਿਲਕੁਲ, ਜਿਹੜਾ ਹੁਣ ਲਾਲਚ ਹੈ ਇਹਦੀ ਕੋਈ ਅੰਤ ਨਹੀਂ ਹੈਗਾ। ਇਹ ਜਾਂ ਤਾਂ ਜਿਵੇਂ ਹੈ ਨਾ ਹੁਣ ਚੀਜ਼ਾਂ ਪ੍ਰਗਟ ਹੋ ਗਈਆਂ ਵੀ ਅੱਛਾ ਉਹਦੇ ਨਾਲ ਵੀ ਇਦਾਂ ਹੋਇਆ, ਉਹਦੇ ਘਰਦਿਆਂ ਨੇ ਵੀ ਇਦਾਂ ਕਰਿਆ। ਪਹਿਲਾਂ ਇਹ ਪਰਦੇ 'ਚ ਰਹਿੰਦੀਆਂ ਸੀਗੀਆਂ ਚੀਜ਼ਾਂ, ਮੀਡੀਆ ਨਹੀਂ ਹੁੰਦਾ ਸੀ ਜਾਂ ਇੰਨੇ ਚੈਨਲਸ ਹੀ ਨਹੀਂ ਹੁੰਦੇ ਸੀ ਪਹਿਲਾਂ। ਹੁਣ ਤਾਂ ਤੁਸੀਂ ਫੇਸਬੁੱਕ ਸਕਰੋਲ ਕਰੋ ਤੇ ਇੱਕ ਤੋਂ ਬਾਅਦ ਇੱਕ ਨਵਾਂ ਆਉਂਦਾ ਹੈ। ਤੇ ਮੈਂ ਕਹਿੰਦਾ ਇਹ ਮੀਡੀਆ ਇੱਕ ਬਹੁਤ ਵੱਡਾ ਰੋਲ ਪਲੇ ਕਰ ਰਿਹਾ ਹੈ ਵੀ ਜਿਹੜਾ ਕੋਡ ਸਮਾਜ ਦੇ ਵਿੱਚ ਹੈਗਾ ਉਹਨੂੰ ਖਤਮ ਕਿਵੇਂ ਕਰਨਾ ਹੈ। ਪਰ ਇਹਦੇ ਨਾਲ ਇੱਕ ਚੀਜ਼ ਹੋਰ ਹੋ ਰਹੀ ਹੈ ਵੀ ਕਈ ਵਾਰੀ ਨਾ ਸ਼ਰੀਫ ਬੰਦੇ ਵੀ ਰਗੜੇ ਜਾਂਦੇ ਆ। ਜਿਵੇਂ ਹੁਣ ਦੇਖੋ ਇਹ ਕੇਸ ਹੋਇਆ ਬੇਅੰਤ ਕੌਰ ਤੇ ਲਵਪ੍ਰੀਤ ਦਾ, ਉਹਦੇ ਵਿੱਚ ਹੁਣ ਜਿਵੇਂ ਆਪਾਂ ਕਹਿੰਦੇ 50,000 ਸਟੂਡੈਂਟ ਬਾਹਰ ਗਿਆ, ਕੈਨੇਡਾ ਗਿਆ, ਠੀਕ ਹੈ, ਉਹ ਸਾਰੇ ਮੈਰਿਜ ਬੇਸ ਤੇ ਆਪਾਂ ਲੈ ਕੇ ਚੱਲਦੇ 50,000 ਕੇਸ ਮੈਰਿਜ ਬੇਸ ਦਾ ਸੀਗਾ, ਪਰ ਉਹਦੇ ਵਿੱਚ 500 ਜਾਂ 1000 ਕੇਸ ਹੋਊਗਾ ਜਿਹੜਾ ਇਹ ਫਰਾਡ ਵਾਲਾ ਹੋਇਆ ਹੋਣਾ। ਪਰ ਇਹਦਾ ਇੰਪੈਕਟ ਉਹ ਸਾਰਿਆਂ ਦੇ ਉੱਤੇ ਪੈਣਾ ਹੈ, ਸਾਰਿਆਂ ਦੇ ਉੱਤੇ ਇਸ ਲਈ ਪੈਣਾ, ਇੱਕ ਵਾਰੀ ਤਾਂ ਉਹਨਾਂ ਨੂੰ ਸੋਚਣ ਲਈ ਲਾ ਦੇਣਾ ਵੀ ਜਿਹੜੀ ਕੁੜੀਆਂ ਬਾਹਰ ਗਈਆਂ ਹੋਈਆਂ ਨੇ ਵੀ ਸ਼ਾਇਦ ਉਹ ਵੀ ਨਾ ਕਿਤੇ ਇਦਾਂ ਕਰ ਦੇਵੇ, ਇੱਧਰ ਬੈਠੇ ਮੁੰਡੇ ਸੋਚਣਗੇ ਜਾਂ ਉਹਨਾਂ ਦੇ ਸਹੁਰੇ ਸੋਚਣਗੇ। ਪਰ ਇਹ ਚੀਜ਼ ਨਾ ਬਹੁਤ ਧਿਆਨ ਨਾਲ ਹੈਂਡਲ ਕਰਨ ਵਾਲੀ ਹੈ। ਇਹਦੇ ਵਿੱਚ ਤੁਸੀਂ ਨਾ ਇੱਕ ਨਾ ਸ਼ੱਕ ਦੀ ਸੂਈ ਖੜੀ ਹੋ ਜਾਂਦੀ ਹੈ। ਪਰ ਮੈਂ ਉਹਨਾਂ ਨੂੰ ਇਹੀ ਅਪੀਲ ਕਰਦਾ ਹਾਂ ਯੰਗਸਟਰਸ ਨੂੰ, ਤੁਸੀਂ ਆਪਣੇ ਪਾਰਟਨਰਸ ਨਾਲ ਕੰਪੈਟੀਬਿਲਿਟੀ ਵਧੀਆ ਬਣਾ ਕੇ ਰੱਖੋ। ਇੱਦਾਂ ਦੀ ਕੋਈ ਗੱਲ ਨਹੀਂ ਜੇ ਉਹਦੇ ਵਿੱਚੋਂ ਕੋਈ 20 50 100 ਦਾ ਕੇਸ ਖਰਾਬ ਹੋ ਗਿਆ, ਇਹਦਾ ਮਤਲਬ ਇਹ ਨਹੀਂ ਸਾਰਿਆਂ ਦੀ ਸੋਚ ਹੀ ਇੱਦਾਂ ਦੀ ਹੈ। ਦੇਖੋ ਅੱਜ ਵੀ ਜਿਹੜੇ ਅੱਜ ਵੀ 6 ਕੇਸ ਲੱਗਣੇ ਨੇ ਕੈਨੇਡੀਅਨ ਐਮਬੈਸੀ ਦੇ ਵਿੱਚ, ਉਹ ਵੀ ਮੈਰਿਜਸ ਬੇਸ ਤੇ ਹੀ ਹੋਣੇ ਆ ਕਾਫੀ ਸਾਰੇ। ਪਰ ਉਹ ਇਹ ਨਾ ਸੋਚਣ ਲੱਗ ਜਾਣ ਵੀ ਜਿਹੜਾ ਮੇਰਾ ਵਿਆਹ ਹੋਇਆ ਕਿਤੇ ਇਹ ਵਾਲੀ ਵੀ ਨਾ ਮੇਰੇ ਨਾਲ ਫਰਾਡ ਕਰ ਜਾਵੇ, ਕਿਉਂਕਿ ਇਹ ਤਾਂ ਇੱਕ ਨੈਚੁਰਲ ਚੀਜ਼ ਹੈ ਜੀ। ਜਿਹੜੀ ਹਵਾ ਜਿੱਦਾਂ ਝੂਲਣ ਲੱਗ ਜਾਂਦੀ ਹੈ ਉੱਦਾਂ ਦਾ ਹੀ ਬਿਰਤੀ ਸਾਰਿਆਂ ਦੀ ਬਣਨੀ ਸ਼ੁਰੂ ਹੋ ਜਾਂਦੀ ਹੈ। ਸੋ ਬੈਟਰ ਹੈ ਆਪਣੇ ਪਾਰਟਨਰਸ ਨਾਲ ਵਧੀਆ ਗੱਲਬਾਤ ਰਾਬਤਾ ਰੱਖੋ, ਆਪਣੇ ਇਨਲਾਜ਼ ਨਾਲ ਵਧੀਆ ਗੱਲ ਕਰੋ। ਫਿਰ ਇੱਕ ਚੀਜ਼ ਹੋਰ, ਜੇ ਤੁਹਾਡਾ ਪਾਰਟਨਰ ਕਿਸੇ ਗੱਲੋਂ ਬਲੈਕਮੇਲ ਕਰਦਾ, ਕੋਈ ਗੱਲ ਲੁਕਾਉਣ ਨੂੰ ਕਹਿੰਦਾ, ਉਹ ਬਿਲਕੁਲ ਨਾ ਇਹ ਕੰਮ ਕਰੋ, ਕਿਉਂਕਿ ਬੱਚਿਓ ਤੁਹਾਡੀ ਏਜ ਬਹੁਤ ਛੋਟੀ ਹੈ, ਤੁਸੀਂ ਹੈਂਡਲ ਨਹੀਂ ਕਰ ਪਾਓਗੇ ਇਹ ਚੀਜ਼ਾਂ ਨੂੰ। ਕਿਉਂਕਿ ਜਿਹੜਾ ਸਟ੍ਰੈਸ ਲੈਵਲ ਹੈ ਨਾ, ਇਹਦਾ ਪਤਾ ਨਹੀਂ ਲੱਗਦਾ ਤੁਹਾਡੇ ਦਿਮਾਗ ਨੂੰ ਨੇ ਕਿਹੜੇ ਪਾਸੇ ਕਿਹੜੇ ਰਾਹੇ ਲੈ ਜਾਣਾ। ਸੁਸਾਈਡ ਹੀ ਫਿਰ ਐਂਡ ਵਿੱਚ ਜਾ ਕੇ ਇਹਦਾ ਨਿਬੇੜਾ ਕਰਦਾ। ਜਿਸ ਤਰੀਕੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਕੱਲੀਆਂ ਜਦੋਂ ਕੁੜੀਆਂ ਉੱਥੇ ਜਾ ਕੇ ਨਾ ਮੁੱਕਰ ਜਾਣ, ਮੁੰਡੇ ਇੱਥੋਂ ਪੈਸਾ ਲਾਉਣ ਤੋਂ ਡਰਨਗੇ ਹੈ ਨਾ, ਬਹੁਤ ਸਾਰੇ ਕੇਸ ਅਸੀਂ ਐਵੇਂ ਦੇ ਵੀ ਦੇਖੇ ਆ ਜਿਹੜੇ ਲਾੜੇ ਉੱਧਰ ਬੈਠੇ ਹੋਏ ਆ, ਕੁੜੀਆਂ ਅੱਜ ਵੀ ਇੱਥੇ ਬੱਚੇ ਲੈ ਕੇ ਰੋਂਦੀਆਂ ਫਿਰਦੀਆਂ ਨੇ ਹੈ ਨਾ। ਇਹ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਆਮ ਹੁੰਦਾ ਸੀਗਾ ਵੀ ਬਾਹਰੋਂ ਮੁੰਡਾ ਆਇਆ, ਵਿਆਹ ਕਰਾ ਕੇ ਚਲੇ ਗਿਆ, ਦੁਬਾਰਾ ਨਹੀਂ ਆਇਆ। ਪਰ ਇਹਨਾਂ ਕਦੇ ਮੌਕਾ ਹੀ ਨਹੀਂ ਮਿਲਿਆ ਇਸ ਗੱਲ ਦੇ ਉੱਤੇ ਗੱਲ ਕਰਨ ਦਾ, ਕਿਉਂਕਿ ਦੱਸੀਏ ਕਿਹਨੂੰ, ਮੀਡੀਆ 'ਚੋਂ ਕੋਈ ਆਊਗਾ, ਕੋਈ ਪੁੱਛੂਗਾ ਤਾਂ ਹੀ ਗੱਲ ਕਰਾਂਗੇ। ਹੁਣ ਤੁਸੀਂ ਆਏ ਹੋ, ਬਹੁਤ ਵਧੀਆ ਤੁਸੀਂ ਕਨਸੈਪਟ ਚੱਕਿਆ, ਕਿਉਂਕਿ ਛੱਡਣਾ ਕਿਸੇ ਨੂੰ ਵੀ ਨਹੀਂ ਚਾਹੀਦਾ ਹੈਗਾ। ਮੈਂ ਇੱਕ ਚੀਜ਼ ਕਹਿਣਾ ਵੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਲਾਵਾਂ ਲਈਆਂ, ਗੁਰੂ ਗ੍ਰੰਥ ਸਾਹਿਬ ਨੂੰ ਮੈਂ ਸਮਝਦਾ ਵੀ ਗੁਰੂ ਗੋਬਿੰਦ ਸਿੰਘ ਹਾਜ਼ਰ ਨਾਜ਼ਰ ਬੈਠੇ, ਤੁਸੀਂ ਉਹਨਾਂ ਦੇ ਸਾਹਮਣੇ ਕੰਮ ਕਰਿਆ ਤੇ ਤੁਸੀਂ ਆਪਣੀ ਵਿਆਹਤਾ ਨੂੰ ਛੱਡ ਕੇ ਵਿਦੇਸ਼ ਵਾਪਸ ਚਲੇ ਗਏ। ਉਹਦੀ ਜ਼ਿੰਦਗੀ ਤਾਂ ਖਰਾਬ ਕਰੀ ਹੈ, ਪਰ ਆਪਣੀ ਤੁਸੀਂ ਲਗਜ਼ਰੀ ਲਾਈਫ ਅੱਜ ਵੀ ਜੀ ਰਹੇ ਹੋ। ਇਹਦੇ ਲਈ ਤੁਹਾਨੂੰ ਲੱਖ ਵਾਰੀ ਲਾਹਨਤ ਪੈਣੀ ਚਾਹੀਦੀ ਹੈ। ਤੇ ਤੁਸੀਂ ਉਹੀ ਗੁਰੂ ਕੋਲ ਦੁਬਾਰਾ ਉੱਥੇ ਗੁਰਦੁਆਰੇ ਕਿਸੇ 'ਚ ਤਾਂ ਜਾ ਕੇ ਮੱਥਾ ਟੇਕਦੇ ਹੀ ਹੋਣੇ ਆ, ਕਦੇ ਸ਼ਨੀਵਾਰ ਜਾਂਦੇ ਹੋਣੇ, ਕਦੇ ਐਤਵਾਰ ਜਾਂਦੇ ਨੇ। ਫਿਰ ਜਿਹੜੀ ਤੁਹਾਡੀ ਉੱਥੇ ਫੈਮਿਲੀ ਹੈ, ਜਦੋਂ ਉਹਦੇ ਨਾਲ ਜਾਂਦੇ ਹੋਣੇ ਤੁਸੀਂ, ਤੁਹਾਨੂੰ ਮਾੜੀ ਮੋਟੀ ਵੀ ਸ਼ਰਮ ਨਹੀਂ ਆਉਂਦੀ ਹੋਣੀ ਵੀ ਇੰਡੀਆ ਦੇ ਵਿੱਚ ਜਿਹਨੂੰ ਮੈਂ ਛੱਡ ਕੇ ਆਇਆ, ਜਿਹਦੀ ਜ਼ਿੰਦਗੀ ਬਰਬਾਦ ਕਰਤੀ, ਵੀ ਉਹ ਕਿਹੜੇ ਹਾਲੀ ਹੋਊਗੀ। ਤੇ ਇਹ ਚੈਨਲ ਦੇ ਥਰੂ ਹੀ ਮੈਂ ਕਹਿੰਦਾ ਵੀ ਜਿੰਨੀ ਅਸੀਂ ਲਾਹਨਤ ਪਾ ਸਕੀਏ ਉਨੀ ਥੋੜੀ ਆ ਉਹਨਾਂ ਨੂੰ। ਜੇਕਰ ਅਸੀਂ ਨਾਲ ਦੀ ਨਾਲ ਗੱਲ ਕਰ ਲੈਣੇ ਕਿ ਜਿੱਦਾਂ ਹੁਣ ਇਹ ਕੇਸ ਆ, ਬਹੁਤ ਛੋਟੀ ਉਮਰੇ ਮਾਪੇ ਨਾ ਇਹ ਹੋੜ ਲੱਗੀ ਸਾਡੇ ਸਮਾਜ ਦੇ ਵਿੱਚ ਕਿ ਇੱਧਰ ਪੰਜਾਬ 'ਚ ਸਾਡਾ ਕੁਝ ਬਣਨਾ ਨਹੀਂ ਹੈ, ਨੌਕਰੀਆਂ ਮਿਲਣੀਆਂ ਨਹੀਂ, ਜਿੰਨਾ ਮਰਜ਼ੀ ਬੱਚੇ ਪੜ੍ਹਾ ਲਓ ਹੈ ਨਾ। ਅਤੇ ਕਿਉਂਕਿ ਨਾ
ਇਹ ਕਿਉਂ ਹੋ ਰਿਹਾ ਹੈ? ਕਿਉਂਕਿ ਆ ਜਿਹੜੇ ਟੀਚਰ ਵੇਖਦੇ ਆ ਇਹ ਵਿਚਾਰੇ ਡਾਂਗਾ ਖਾਂਦੇ ਫਿਰਦੇ ਆ ਹਨਾ, ਉਹ ਨੌਕਰੀਆਂ ਨੂੰ ਫਿਰਦੇ ਆ। ਹੋਰ ਵੀ ਬਹੁਤ ਸਾਰੇ ਕਰਮਚਾਰੀ ਨੇ ਜੋ ਨੌਕਰੀ ਦੀ ਮੰਗ ਕਰਦੇ ਨੇ, ਪੜ੍ਹੇ ਲਿਖੇ ਨੇ, ਨਿਤ ਦਿਨ ਸਾਡੇ ਸਮਾਜ 'ਚ ਸੀ ਜੋ ਨਿਘਾਰ ਮੈਂ ਪਹਿਲਾਂ ਸ਼ੁਰੂਆਤ 'ਚ ਹੀ ਕਹਿਤਾ, ਇਹ ਹੁਣ ਦਾ ਨਹੀਂ ਪੁਰਾਣੇ ਸਮੇਂ ਤੋਂ ਆ ਰਿਹਾ। ਕਾਰਨ ਸੀ ਕਿ ਅਸੀਂ ਐਡਵਾਂਸ ਜਿਵੇਂ ਜਿਵੇਂ ਅਸੀਂ ਐਡਵਾਂਸ ਹੁੰਦੇ ਗਏ ਸਾਡਾ ਹੋਰ ਪੱਧਰ ਨੀਵਾ ਹੁੰਦਾ ਗਿਆ ਹਨਾ। ਤੇ ਜਿਸ ਤਰੀਕੇ ਨਾਲ ਉਹ ਮਾਪੇ ਕਹਿੰਦੇ ਕਿ ਸਾਡੇ ਬੱਚੇ ਇੱਥੇ ਰੁਲ ਜਾਣਗੇ, ਇਦੋਂ ਚੰਗਾ ਹੀ ਬਾਹਰ ਭੇਜ ਦਈਏ, ਠੀਕ ਆ, ਬਾਹਰ ਜਾ ਕੇ ਨਾਲੇ ਆਪਦਾ ਪੈਰਾਂ 'ਤੇ ਖੜੇ ਹੋ ਜਾਏਗਾ, ਨਾਲੇ ਕਮਾਏਗਾ ਖਾਏਗਾ ਔਰ ਨਾਲੇ ਘਰ ਸੈੱਟ ਕਰ ਲਏਗਾ। ਪਰ ਇੱਥੇ ਜ਼ਿੰਮੇਵਾਰ ਅਸੀਂ ਮਾਪਿਆਂ ਨੂੰ ਮੰਨਦੇ ਹਾਂ ਕਿ ਅਸੀਂ ਛੋਟੀ ਉਮਰੇ ਬੱਚੇ ਵਿਆਹ ਦਿੰਦੇ ਹਾਂ। ਦੇਖੋ ਇਹ ਨਾ ਇੱਕ ਮਜਬੂਰੀ ਬਣ ਗਈ ਹੈ ਭੇਜਣਾ। ਵੈਸੇ ਤਾਂ ਮੈਂ ਕਹਿੰਦਾ ਜਿਹੜੀ ਐਲੀਜੀਬਿਲਟੀ ਏਜ ਚਾਹੀਦੀ ਹੈ ਮਾਪਿਆਂ ਵੱਲੋਂ, ਉਹ ਗ੍ਰੈਜੂਏਸ਼ਨ ਤੋਂ ਬਾਅਦ ਬੱਚਿਆਂ ਨੂੰ ਭੇਜਣਾ ਚਾਹੀਦਾ, ਕਿਉਂਕਿ ਛੋਟੀ ਉਮਰ +1 +2 ਦੇ ਵਿੱਚ ਕੀ ਹੁੰਦਾ ਹੈ, ਛੋਟੀ ਉਮਰ ਦੇ ਵਿੱਚ ਸੋਚ ਛੋਟੀ ਹੁੰਦੀ ਹੈ। ਹਾਲੇ ਤਾਂ ਜਸਟ ਉਹਨਾਂ ਨੇ ਕੀ ਕਰਨਾ ਹੈ, +1 +2 ਕਰੀ ਹੈ, ਕਿੰਨੀ ਕੁ ਉਹਨਾਂ ਦਾ ਸੋਚ ਦਾ ਪੱਧਰ ਉੱਚਾ ਹੋ ਗਿਆ, ਕੀ ਉਹਨਾਂ ਨੂੰ ਵਿਆਹ ਤਾਂ ਚੀਜ਼ਾਂ ਬਾਰੇ ਪਤਾ ਹੈ। +2 ਤੋਂ ਬਾਅਦ ਅਸੀਂ ਵਿਆਹ ਕਰ ਦਿੰਦੇ ਹਾਂ, +2 ਤੋਂ ਬਾਅਦ ਉਹ ਬਾਹਰ ਜਾਂਦੇ ਨੇ, ਇੱਕ ਐਸੀ ਨਵੀਂ ਦੁਨੀਆ ਦੇਖਦੇ ਆ ਜਿਹਦੇ ਵਿੱਚ ਕੋਈ ਚੈੱਕਸ ਨਹੀਂ ਹੈਗੀਆਂ, ਕੋਈ ਰੋਕ ਟੋਕ ਨਹੀਂ ਹੈਗੀ, ਕਿਸੇ ਦੀ ਕੋਈ ਇੰਟਰਫੇਰੈਂਸ ਨਹੀਂ ਹੈਗੀ। ਪਰ ਇਹ ਮਜਬੂਰ ਕਿਉਂ ਹੋ ਗਏ ਇਹ ਚੀਜ਼ਾਂ ਕਰਨ ਲਈ ਮਾਪੇ? ਕਿਉਂਕਿ ਜਿਹੜਾ ਦੇਸ਼ ਜਿੱਥੇ ਅਸੀਂ ਰਹਿ ਰਹੇ ਹਾਂ ਇੱਥੇ ਸੁਣਵਾਈ ਕੋਈ ਨਹੀਂ ਹੈਗੀ। ਕਿਉਂ ਨਹੀਂ ਸੁਣਵਾਈ? ਮੈਂ ਖੰਨੇ ਸ਼ਹਿਰ 'ਚ ਰਹਿੰਦਾ, ਸਾਡਾ ਅੱਧਾ ਸ਼ਹਿਰ ਇੱਕ ਪਾਸੇ ਰਹਿੰਦਾ ਸੜਕ ਤੋਂ, ਅੱਧਾ ਦੂਸਰੇ ਪਾਸੇ ਰਹਿੰਦਾ, ਤੇ ਜਿਹੜਾ ਇੱਕ ਪਾਸਾ ਸ਼ਹਿਰ ਦਾ ਅੱਜ 35 ਸਾਲ ਹੋ ਗਏ ਉਸ ਸ਼ਹਿਰ ਦੇ ਵਿੱਚ ਸੀਵਰੇਜ ਅਪਲਾਈ ਪੈਂਦਿਆਂ ਨੂੰ 35 ਸਾਲ ਹੋ ਗਏ ਲਾਰੇ ਲੱਗਦਿਆਂ ਨੂੰ। ਉਹ ਪਾਰਟ ਸ਼ਹਿਰ ਦੇ 35 ਸਾਲ ਬਾਅਦ ਜੇ ਕੰਮ ਹੋ ਰਿਹਾ ਹੈ ਤਾਂ ਤੁਸੀਂ ਇਹ ਦੱਸੋ ਹੋਰ ਡਿਵੈਲਪਮੈਂਟ ਕਿਵੇਂ ਤੇਜ਼ ਹੋਊਗੀ? ਬਾਕੀ ਜਿਹੜੀ ਸੇਫ ਐਂਡ ਸਿਕਿਉਰਿਟੀ ਹੈ, ਦੇਖੋ ਮੈਂ ਲੰਡਨ ਪੜ੍ਹਿਆ, ਇੰਗਲੈਂਡ ਪੜ੍ਹਿਆ, ਮੈਂ ਉੱਥੇ ਰਾਤ ਨੂੰ 1 ਵਜੇ ਵੀ ਆਉਂਦਾ ਰਿਹਾ, ਕਈ ਵਾਰੀ ਕੰਮ ਤੋਂ ਮੈਂ 2 ਵਜੇ ਵੀ ਆਉਂਦਾ ਰਿਹਾ, ਪਰ ਉਹ ਸੇਫ ਇੰਨਾ ਕੰਟਰੀ ਆ ਵੀ ਮੇਰੇ ਨਾਲ ਮੈਂ ਦੇਖਿਆ ਬੱਸ ਦੇ ਵਿੱਚ ਕੋਈ ਕੁੜੀਆਂ ਵੀ ਆ ਰਹੀਆਂ ਨੇ ਜਾਂ ਕੋਈ ਲੇਡੀਜ਼ ਆ ਰਹੀਆਂ ਨੇ, ਪਰ ਉਹਨਾਂ ਨੂੰ ਕੋਈ ਪ੍ਰੋਬਲਮ ਹੀ ਨਹੀਂ ਹੈਗੀ। ਤੇ ਇੰਡੀਆ ਦੇ ਵਿੱਚ ਤੁਸੀਂ ਦੱਸੋ ਜਾਂ ਪੰਜਾਬ ਦੇ ਵਿੱਚ ਦੱਸੋ ਵੀ ਇਹ ਸਿਕਿਉਰਿਟੀ ਹੈਗੀ ਹੈ? ਬਿਲਕੁਲ ਨਹੀਂ ਹੈਗੀ। ਉਰੇ ਰਾਤ ਨੂੰ ਅਸੀਂ ਕਿੰਨੀ ਵਾਰੀ ਦੇਖਦੇ, ਨਿਰਭਇਆ ਕਾਂਡ ਹੋਇਆ ਸੀ ਦਿੱਲੀ ਦੇ ਵਿੱਚ, ਤੁਹਾਨੂੰ ਯਾਦ ਹੈ? ਉਹ ਕੁੜੀ ਬੱਸ ਦੇ ਵਿੱਚ ਇਕੱਲੀ ਰਹਿ ਗਈ ਸੀਗੀ ਤੇ ਉਹਦੀ ਕੀ ਦੁਰਦਸ਼ਾ ਹੋਈ ਹੈ। ਇਹ ਕੁੜੀ ਕਿ ਕੈਨੇਡਾ ਜਾਂ ਅਮਰੀਕਾ ਜਾਂ ਕਿਸੇ ਹੋਰ ਡਿਵੈਲਪਡ ਕੰਟਰੀ 'ਚ ਹੁੰਦੀ, ਜਿੱਥੇ ਸੋਚ ਦਾ ਪੱਧਰ ਉੱਚਾ ਉਹਨਾਂ ਦਾ, ਉੱਥੇ ਸੇਫ ਰਹਿੰਦੇ ਆ। ਅਸੀਂ ਹਮੇਸ਼ਾ ਚਾਹੁੰਦੇ ਹਾਂ ਆਪਣੇ ਬੱਚਿਆਂ ਨੂੰ ਸੇਫ ਤੇ ਵਧੀਆ ਮਾਹੌਲ 'ਚ ਲੈ ਕੇ ਜਾਈਏ। ਇੱਧਰ ਇੱਕ ਬੰਦਾ 15,000 ਰੁਪਏ ਮਹੀਨਾ ਕਮਾ ਰਿਹਾ, ਵਧੀਆ ਕੁਆਲੀਫਾਈਡ ਹੈ, ਇੰਜੀਨੀਅਰ ਵੀ ਹੋ ਸਕਦੀ ਡਿਗਰੀ, ਉਹਦੇ ਕੋਲ MBA ਦੀ ਡਿਗਰੀ ਵੀ ਹੋ ਸਕਦੀ ਹੈ, ਪਰ ਜੇ ਉਹੀ ਬੰਦਾ ਕਹਿੰਦਾ ਯਾਰ ਮੈਂ 30-35 ਲੱਖ ਦਾ ਜੁਗਾੜ ਕਰ ਲਵਾਂ, ਮੈਂ ਵਿਆਹ ਕਰਾ ਕੇ ਜੇ ਮੈਂ ਬਾਹਰ ਚਲੇ ਜਾਵਾਂ, ਤੇ ਉਹੀ ਬੰਦਾ ਬਾਹਰ ਜਾ ਕੇ 1.5 ਪੌਣੇ 2 2.5 ਲੱਖ ਰੁਪਏ ਤੱਕ ਕਮਾਉਣ ਲੱਗ ਜਾਂਦਾ ਹੈ। ਤੇ ਇਹਦੇ ਵਿੱਚ ਕਿਉਂ ਨਾ ਕੋਈ ਸੋਚੇ ਵੀ ਮੈਂ ਬਾਹਰ ਜਾਵਾਂ? ਇਹ 'ਚ ਗਲਤ ਕਿਉਂ ਕਿਹਾ ਜਾ ਰਿਹਾ ਵੀ ਸਾਰਿਆਂ ਨੂੰ ਵੀ ਤੂੰ ਹਾਂ ਪੈਸੇ? ਪਰ ਚੀਜ਼ ਕੀ ਆ ਗਈ, ਜਦੋਂ ਇੱਕ ਮੁੰਡਾ ਤੇ ਕੁੜੀ ਵਿਆਹਣ ਯੋਗੇ ਹੋ ਗਏ, ਬੱਚੇ ਕਹਿੰਦੇ ਆ ਵੀ ਕੱਲੀ ਕੁੜੀ ਕਿਉਂ ਭੇਜਣੀ ਹੈ? ਇਹ ਵੀ ਇੱਕ ਹੈ ਵੀ ਕੱਲੀ ਕੁੜੀ ਭੇਜਾਂਗੇ ਵੀ ਉਹਦੀ ਕੋਈ ਲੁੱਕ ਆਫਟਰ ਕੌਣ ਕੀ ਕਰੂਗਾ? ਚਲੋ ਮੁੰਡੇ ਨਾਲ ਵਿਆਹ ਹੋ ਗਿਆ, ਮੁੰਡਾ ਵੀ ਕਹਿੰਦਾ ਵੀ ਯਾਰ ਜੇ ਮੈਂ ਸਟੂਡੈਂਟ ਵੀਜ਼ੇ ਤੇ ਜਾਣਾ ਹੈ ਤੇ ਜਾ ਕੇ ਪਹਿਲਾਂ ਤਾਂ ਮੈਂ ਪੜ੍ਹਾਈ ਕਰੂੰਗਾ 3 ਸਾਲ, ਫਿਰ ਉਹਦੀ ਮੈਂ ਫੀਸਾਂ ਵੀ ਆਪ ਭਰੂੰਗਾ, ਫਿਰ ਮੈਨੂੰ ਪਾਰਟ ਟਾਈਮ ਕੰਮ ਕਰਨ ਲਈ ਮਿਲਣਾ ਹੈ। ਪਰ ਇਹ ਬਹੁਤ ਵਧੀਆ ਸਕੀਮ ਸੀ ਕੈਨੇਡੀਅਨ ਗਵਰਨਮੈਂਟ ਦੀ, ਕਿਉਂਕਿ ਅੱਜ ਤੋਂ ਨਾ ਇਹ 5-6 ਸਾਲ ਪਹਿਲਾਂ ਸਪਾਊਸ ਨੂੰ ਪਰਮਿਸ਼ਨ ਨਹੀਂ ਸੀਗੀ ਕੈਨੇਡਾ ਜਾਣ ਦੇ ਲਈ, ਹੁਣ ਖੁੱਲੀ ਹੈ ਤੇ ਉਹਨਾਂ ਨੇ ਸਾਰਿਆਂ ਨੂੰ ਉਹਦਾ ਫਾਇਦਾ ਚੁੱਕਿਆ ਉਸ ਓਪਰਚੁਨਿਟੀ ਦਾ। ਕੁੜੀ ਜਾਂਦੀ ਹੈ ਸਟੂਡੈਂਟ ਵੀਜ਼ੇ ਤੇ ਰਹਿੰਦੀ ਹੈ, ਸਟੂਡੈਂਟ ਵੀਜ਼ੇ ਤੇ ਪੜ੍ਹਦੀ ਹੈ, ਆਪਣਾ ਆਰਾਮ ਨਾਲ ਜ਼ਿੰਦਗੀ ਬਤੀਤ ਕਰਦੀ ਹੈ। ਮੁੰਡਾ ਸਪਾਊਸ ਵੀਜ਼ੇ ਤੇ ਜਾਂਦਾ, 1.5-2 ਮਹੀਨੇ ਬਾਅਦ ਉਹ ਫੁੱਲ ਟਾਈਮ ਕੰਮ ਕਰਦਾ, ਵਧੀਆ ਉਹਨਾਂ ਦੇ ਇਨਕਮ ਸੋਰਸ ਹੋ ਜਾਂਦਾ, ਵਧੀਆ ਉਹਨਾਂ ਦਾ ਰਹਿਣ ਸਹਿਣ ਹੋ ਜਾਂਦਾ, ਵਧੀਆ ਗੱਡੀ ਲੈਂਦੇ ਆ। ਇੰਡੀਆ ਦੇ ਵਿੱਚ ਆਮ ਬੰਦਾ ਮੈਨੂੰ ਕੋਈ ਦੱਸ ਦਿਓ ਤੁਸੀਂ, ਜੇ ਉਹ ਨਾ BMW ਹਾਇਰ ਕਰ ਸਕੇ, ਅਫੋਰਡ ਕਰ ਸਕੇ ਜਾਂ ਵਧੀਆ ਲਗਜ਼ਰੀ ਕਾਰ ਲੈ ਸਕੇ, ਉੱਥੇ ਕੋਈ ਸਬਵੇ ਦੇ ਵਿੱਚ ਵੀ ਜੇ ਕੋਈ ਜੌਬ ਕਰਦਾ ਹੈ ਉਹ ਵੀ BMW ਦੇ ਵਿੱਚ ਘੁੰਮਣ ਦਾ ਮਤਲਬ ਕਿ ਨਜ਼ਾਰੇ ਲੈਂਦਾ ਪਿਆ, ਉਹ ਮਰਸੀਡੀਜ਼ ਉਹਨੇ ਵਧੀਆ ਰੱਖੀ ਹੋਈ, ਓਪਨ ਰੱਖੀ ਹੋਈ ਹੈ। ਤੇ ਇਹ ਚੀਜ਼ਾਂ ਦੇਖ ਕੇ ਹਰ ਕੋਈ ਕਹਿੰਦਾ ਵੀ ਇੱਥੇ ਇਨਵੈਸਟਮੈਂਟ ਕਰਨ ਨਾਲੋਂ ਬਾਹਰ ਕਿਉਂ ਨਾ ਜਾਈਏ ਅਸੀਂ। ਬਿਲਕੁਲ, ਬਹੁਤ ਸਾਰੇ ਲੋਕ ਇਸੇ ਹੋੜ ਦੇ ਵਿੱਚ ਲੱਗੇ ਹੋਏ ਆ ਹਨਾ। ਇੱਧਰੋਂ ਪਰਿਵਾਰ ਜੇਕਰ ਪੈਸਾ ਲਗਾ ਵੀ ਰਿਹਾ ਹਨਾ, ਤੇ ਜਿਸ ਤਰੀਕੇ ਨਾਲ ਮੈਂ ਪਿਛਲੇ ਕਾਫੀ ਦਿਨਾਂ ਤੋਂ ਕੇਸ ਅਸੀਂ ਖੁਦ ਆਪ ਜਿਹੜੇ ਚੈਨਲ ਤੇ ਨਸ਼ਰ ਕੀਤੇ ਨੇ, ਉਹ ਕੇਸ ਕੁਝ ਅਜਿਹੇ ਨੇ ਕਿ ਬਹੁਤ ਸਾਰੇ ਜਿਹੜੀਆਂ ਕੁੜੀਆਂ ਨੇ ਵਿਆਹ ਕਰਵਾ ਕੇ, ਬਹੁਤ ਮੁੰਡਿਆਂ ਨੇ ਪਹਿਲਾਂ ਤਾਂ ਨਾ ਵਿਆਹ ਹੀ ਬੜਾ ਠਾਠ ਬਾਠ ਨਾ ਕਰਦੇ ਆ। ਸਾਡੀ ਸਭ ਤੋਂ ਗੰਦੀ ਮੈਨੂੰ ਚੀਜ਼ ਇਹ ਲੱਗਦੀ ਹੈ ਕਿ ਇੰਨਾ ਲੱਖਾਂ ਰੁਪਏ ਜਿਹੜਾ ਸਾਡੇ ਤੇ ਵਿਆਹਾਂ ਤੇ ਅਸੀਂ ਸ਼ੋਸ਼ੇਬਾਜ਼ੀਆਂ 'ਚ ਫਸ ਗਏ ਹਾਂ ਹਨਾ। ਪਹਿਲਾਂ ਤਾਂ ਚਲੋ ਜੀ, ਪਹਿਲਾਂ 10 ਲੱਖ ਵਿਆਹ ਤੇ ਲਾਤਾ ਮਾਪਿਆਂ ਨੇ, ਠੀਕ ਹੈ ਜੀ, ਕੁੜੀ ਬਾਹਰੋਂ ਆਈ ਹੈ ਜੀ, ਅਸੀਂ ਵਿਆਹ ਕਰਾਂਗੇ ਜੀ, ਸਭ ਕੁਛ। ਉਸ ਤੋਂ ਬਾਅਦ ਜੀ ਬਾਹਰ ਭੇਜਦਾ, 24 ਲੱਖ ਰੁਪਇਆ ਲੱਗ ਜਾਂਦਾ ਟੋਟਲ ਫੀਸਾਂ ਮਿਲਾ ਕੇ ਹਨਾ, 24-25 ਲੱਖ ਇਹ ਲਾਤਾ, ਪੈ ਗਏ 35 ਲੱਖ 'ਚ ਪੈ ਗਏ, 35 ਲੱਖ ਲਾਇਆ। ਫਿਰ ਕੁੜੀ ਉੱਥੇ ਜਾ ਕੇ ਕਿਉਂ ਬਦਲਦੀ ਹੈ, ਜਾਂ ਮੁੰਡਾ ਉੱਥੇ ਜਾ ਕੇ ਕਿਉਂ ਬਦਲਦਾ? ਇਕੱਲੀ ਕੁੜੀ ਨਹੀਂ ਕਹਿੰਦੀ, ਬਹੁਤ ਮੁੰਡੇ ਵੀ ਬਦਲੇ ਨੇ ਉੱਥੇ ਜਾ ਕੇ, ਇਹ ਕਿਉਂ? ਇਹਦੇ ਵਿੱਚ ਕੀ ਹੁੰਦਾ, ਮੈਂ ਚਾਹੁੰਦਾ ਇੱਕ ਨਾ ਕਾਉਂਸਲਿੰਗ ਜ਼ਰੂਰ ਹੋਣੀ ਚਾਹੀਦੀ ਹੈ ਇੱਦਾਂ ਬੱਚਿਆਂ ਦੀ। ਕਿਉਂ ਹੋਣੀ ਚਾਹੀਦੀ ਹੈ ਕਾਉਂਸਲਿੰਗ? ਇਹ ਦੋ ਜੀ ਨੇ, ਉਹ ਦੋਨਾਂ ਦਾ ਮੇਨ ਮਕਸਦ ਵਿਆਹ ਨਹੀਂ ਸੀਗਾ, ਉਹ ਦੋਨਾਂ ਦਾ ਮੇਨ ਮਕਸਦ ਬਾਹਰ ਜਾਣਾ ਸੀਗਾ, ਚਾਹੇ ਉਹ ਕੁੜੀ ਹੈ ਚਾਹੇ ਉਹ ਮੁੰਡਾ ਹੈ।
ਪਰ ਜਿਹੜੀ ਬਾਹਰ ਜਾਂ ਜਿਹੜਾ ਪਹਿਲਾਂ ਬਾਹਰ ਚਲੇ ਗਿਆ ਉਹ ਪਿੱਛੇ ਜਿਹੜੇ ਰਹਿ ਗਏ ਉਹਨਾਂ ਪ੍ਰਤੀ ਉਹਦਾ ਜਿਹੜਾ ਲਗਾਵ ਆ ਆਟੋਮੈਟਿਕਲੀ ਉਹ ਘਟ ਜਾਣਾ। ਇਹ ਨੇਚਰ ਹੈ ਸਾਡੀ, ਜਿਹੜਾ ਦੂਰ ਰਹਿ ਗਿਆ ਉਹਨਾਂ ਲਗਾਵ ਘਟ ਜਾਂਦਾ ਹੈ। ਉੱਧਰ ਜਾ ਕੇ ਸਾਡੇ ਨਵੇਂ ਫਰੈਂਡ ਸਰਕਲ ਬਣ ਗਏ, ਨਵਾਂ ਮਾਹੌਲ ਬਣ ਗਿਆ, ਸਾਨੂੰ ਕਿਸੇ ਨੇ ਨਵੇਂ ਰਸਤੇ ਦੱਸਦੇ ਵੀ ਤੂੰ ਇਦਾਂ ਕਰ ਲਾ, ਨਵੇਂ ਫਰੈਂਡਸ ਬਣ ਗਏ, ਕੋਈ ਕਲੋਜ਼ ਹੋ ਗਿਆ, ਅਸੀਂ ਉਹਨੂੰ ਜ਼ਿਆਦਾ ਆਪਣਾ ਦਿਲ ਦਾ ਜਾਨ ਨਹੀਂ ਸਮਝਣ ਬੈਠੇ। ਪਰ ਇੱਥੇ ਕੀ ਖੜਾ ਹੋ ਗਿਆ, ਉਹ ਇੱਕ ਚੀਜ਼ ਭੁੱਲ ਜਾਂਦੇ ਆ ਵੀ ਇੰਡੀਆ ਦੇ ਵਿੱਚ ਅਸੀਂ ਕੋਈ ਕਮਿਟਮੈਂਟਸ ਕਰਕੇ ਆਏ ਹੋਏ ਹਾਂ। ਇਹ ਉਹ ਚੀਜ਼ਾਂ ਨੇ, ਇਹ ਤਾਂ ਚਲੋ ਕੱਲੀ ਲਵਪ੍ਰੀਤ ਜਾਂ ਬੇਅੰਤ ਦੀ ਗੱਲ ਨਹੀਂ। ਹੁਣ ਜਦੋਂ ਇਹ ਕੇਸ ਨਿਕਲੇ ਇਹਦੇ ਵਿੱਚ ਕਿੰਨੇ 100,000 ਬੰਦੇ ਮੁੰਡੇ ਕੁੜੀਆਂ ਬਾਹਰ ਨਿਕਲੇ ਨੇ ਜਿਹੜੇ ਕਹਿੰਦੇ ਨੇ ਵੀ ਸਾਡੀ ਵਾਈਫ ਸਾਨੂੰ ਉੱਧਰ ਜਾ ਕੇ ਛੱਡ ਗਈ, ਪੇਪਰ ਨਹੀਂ ਭੇਜੇ, ਫੇਕ ਪੇਪਰ ਭੇਜੇ ਨੇ। ਤੇ ਇੱਕ ਦੀ ਤਾਂ ਮੈਂ ਇੰਟਰਵਿਊ ਸੁਣ ਰਿਹਾ ਸੀ, ਸ਼ਾਇਦ ਤੁਹਾਡੇ ਚੈਨਲ ਤੇ ਸੀ, ਉਹ ਕਹਿੰਦਾ ਮੁੰਡਾ ਵੀ ਮੈਂ ਆਸਟ੍ਰੇਲੀਆ, ਮੇਰੀ ਵਾਈਫ ਗਈ ਹੈ, ਉਹਨੇ ਜਾ ਕੇ ਸ਼ਰੇਆਮ ਮੁੱਕਰ ਗਈ, ਫੇਕ ਪੇਪਰ ਲਾਏ ਜਿਹਦੇ ਕਰਕੇ ਮੇਰਾ ਵੀਜ਼ਾ ਰਿਫਿਊਜ਼ ਹੋ ਗਿਆ। ਤੇ ਉਹ ਮੁੰਡਾ ਕਹਿੰਦਾ ਅੱਜ ਮੈਂ ਡਿਪਰੈਸ਼ਨ ਦੀਆਂ ਗੋਲੀਆਂ ਖਾ ਰਿਹਾ। ਉਹਦਾ ਫਾਦਰ ਹਲਾ ਕੇ ਬੋਲ ਰਿਹਾ ਕਿਉਂਕਿ ਉਹਦਾ ਸਟ੍ਰੈਸ ਇੰਨਾ ਵੱਧ ਗਿਆ, ਉਹ ਤੋਂ ਨਾਰਮਲ ਬੋਲਿਆ ਹੀ ਨਹੀਂ ਜਾ ਰਿਹਾ। ਇਹ ਸਾਰਾ ਕੰਮ ਕੀ ਹੋਇਆ, ਸਿਰਫ ਬਾਹਰ ਜਾਣ ਦੀ ਲਾਲਸਾ ਕਰਕੇ। ਬੱਚਿਆਂ ਨੂੰ ਤਾਂ ਤਿਆਰ ਹੀ ਨਹੀਂ ਕਰਿਆ ਸੀਗਾ ਵੀ ਬੱਚੇ ਤੁਹਾਡਾ ਵਿਆਹ ਹੋ ਗਿਆ, ਤੁਸੀਂ ਇੱਕ ਦੂਸਰੇ ਨਾਲ ਕੰਪੈਟੀਬਿਲਿਟੀ ਬਣਾ ਕੇ ਰੱਖਣੀ ਹੈ। ਉਧਰ ਕੁੜੀ ਵਾਲੇ ਕੁੜੀ ਨੂੰ ਕਹੀ ਜਾਂਦੇ ਤੂੰ ਕੈਨੇਡਾ ਚੱਲੀ, ਬਸ ਤੂੰ ਕੈਨੇਡਾ ਚੱਲੀ ਆ, ਤੇ ਮੁੰਡੇ ਵਾਲੇ ਮੁੰਡੇ ਨੂੰ ਕਹੀ ਜਾਂਦੇ ਤੂੰ ਬਸ ਕੈਨੇਡਾ ਚੱਲਿਆ, ਤੂੰ ਕੈਨੇਡਾ ਚੱਲਿਆ। ਵਿਆਹ ਵਾਲਾ ਤਾਂ ਕੋਈ ਗੱਲ ਹੀ ਨਹੀਂ ਰਹੀ ਉਹਦੇ ਵਿੱਚ। ਤੇ ਇਹ ਚੀਜ਼ ਲਈ ਨਾ ਜਿਹਦੇ ਉੱਤੇ ਦੇਖੋ, ਜਿਹੜੀਆਂ ਕੁੜੀਆਂ ਵਿਆਹ ਕਰਾ ਕੇ ਬਾਹਰ ਜਾ ਰਹੀਆਂ ਸਟੂਡੈਂਟ ਵੀਜ਼ੇ ਉੱਤੇ, ਉਹਨਾਂ ਉੱਤੇ ਡਬਲ ਰਿਸਪੌਂਸਿਬਿਲਟੀ ਹੈ। ਉਹ ਇਹ ਚੀਜ਼ ਭੁੱਲ ਗਈਆਂ ਵੀ ਜੇ ਅਸੀਂ ਬਾਹਰ ਚਲੇ ਗਈਆਂ ਸ਼ਾਇਦ ਅਸੀਂ ਜ਼ਿੰਮੇਵਾਰੀਆਂ ਤੋਂ ਮੁਕਤ ਹੋ ਗਏ, ਵੀ ਪੜ੍ਹਨਾ ਹੀ ਕੇਸ ਪੂਰਾ ਨਹੀਂ, ਜ਼ਿਆਦਾ ਰਿਸਪੌਂਸਿਬਿਲਟੀ ਇਸ ਚੀਜ਼ ਦੀ ਬਣ ਗਈ, ਕੋਈ ਐਲੀਗੇਸ਼ਨ ਨਾ ਲੱਗ ਜਾਵੇ। ਮੁੜ ਕੇ ਇੱਕ ਨਾ ਉਹਦੇ ਵਿੱਚ ਇੱਕ ਲੇਡੀ ਉਹ ਗੱਲ ਕਹਿ ਰਹੀ ਸੀ ਬਾਰ-ਬਾਰ, ਜਿਹਦੇ ਕਰਕੇ ਮੈਂ ਉਹਨੂੰ ਇੱਕ ਠੋਕਵਾਂ ਜਵਾਬ ਦਿੱਤਾ ਸੀਗਾ। ਉਹ ਕਹਿੰਦੀ ਵੀ ਕਿ ਉੱਧਰ ਕੁੜੀਆਂ ਚਲੇ ਜਾਂਦੀਆਂ ਨੇ, ਰਾਤ ਕੰਮ ਕਰਦੀਆਂ ਨੇ, ਦਿਨੇ ਪੜ੍ਹਦੀਆਂ ਨੇ। ਬਹੁਤ ਉਹਨੇ ਗੱਲਾਂ ਉਹ ਕੁੜੀਆਂ ਦੇ ਹੱਕ 'ਚ ਕਰੀਆਂ ਨੇ ਜਿਨ੍ਹਾਂ ਨੇ ਫਰਾਡ ਕਰਿਆ ਸੀ ਜਾਂ ਜਿਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ। ਮੈਂ ਇੱਕ ਚੀਜ਼ ਕਹਿਣਾ, ਕੈਨੇਡਾ ਤੁਸੀਂ ਕਿਸੇ ਵੀ ਫੋਰਨ ਕੰਟਰੀ ਚਲੇ ਜਾਓ, ਉੱਥੇ ਜਿਹੜਾ ਸਟਰਕਚਰ ਹੈ ਨਾ ਸਟੱਡੀ ਦਾ, ਉਹ ਇਹ ਹੈ ਵੀ ਆਲਟਰਨੇਟ ਡੇਜ਼ 'ਤੇ ਕਲਾਸਿਸ ਲੱਗਦੀਆਂ। ਅੱਜ ਲੱਗੂ ਤੇ ਕੱਲ੍ਹ ਨਹੀਂ ਲੱਗਣੀ, ਕੱਲ੍ਹ ਲੱਗੂ ਪਰਸੋਂ ਨਹੀਂ ਲੱਗਣੀ। ਕਈ ਜਗ੍ਹਾ ਤਾਂ ਕਿਊਬੈਕ ਦੇ ਵਿੱਚ ਇਹੋ ਜਿਹੇ ਕਾਲਜਿਸ ਨੇ ਜਿੱਥੇ ਸਿਰਫ ਵੀਕਐਂਡ 'ਤੇ ਕਲਾਸਾਂ ਲੱਗਦੀਆਂ ਨੇ, ਸ਼ਨੀ ਐਤਵਾਰ। ਤੇ ਉਹਦਾ ਇਹ ਕਹਿਣਾ ਬਿਲਕੁਲ ਗਲਤ ਸੀ ਤੇ ਉਹਦਾ ਸਟੈਂਡ ਲੈਣਾ ਵੀ ਗਲਤ ਸੀਗਾ। ਤੇ ਇਸ ਕਰਕੇ ਮੈਨੂੰ ਬੋਲਣਾ ਪਿਆ ਵੀ ਜਿਹੜੀ ਇਹ ਕੁੜੀਆਂ ਅੱਜ ਇਹ ਬਹਾਨਾ ਬਣਾ ਰਹੀਆਂ ਨੇ ਵੀ ਸਾਡੇ ਕੋਲ ਟਾਈਮ ਨਹੀਂ ਹੈਗਾ, ਉਹ ਬਿਲਕੁਲ ਰੋਂਗ ਹੈ ਤੇ ਬਿਲਕੁਲ ਗਲਤ ਹੈ। ਕਿਉਂਕਿ ਦੁਨੀਆ 'ਚ ਕੋਈ ਦੁਨੀਆ ਦਾ ਐਸਾ ਬੰਦਾ ਇੰਨਾ ਬਿਜ਼ੀ ਵੀ ਨਹੀਂ ਹੈਗਾ ਵੀ ਆਪਣੇ ਹਸਬੈਂਡ ਜਾਂ ਆਪਣੀ ਵਾਈਫ ਨੂੰ ਕਾਲ ਨਾ ਕਰ ਸਕੇ ਜਾਂ ਇਨ-ਲॉज ਨੂੰ ਆਪਣੇ ਤੋਂ ਹਾਲ ਚਾਲ ਨਾ ਪੁੱਛੇ। ਰਣਦੀਪ ਜੀ, ਲੱਗਦਾ ਹੈ ਕਿ ਸਾਡੇ ਸਮਾਜ 'ਚ ਅਸੀਂ ਹੁਣ ਰਿਸ਼ਤਿਆਂ ਦੇ ਸੌਦੇ ਹੀ ਕਰਨੇ ਸ਼ੁਰੂ ਕਰਤੇ ਨੇ। ਸਮਾਜ ਦਾ ਕੀ ਕਰੀਏ ਜੀ, ਸਮਾਜ ਨਾ ਇਹ ਸਮਾਜ ਅਸਲ 'ਚ ਗਿਰਦਾ ਕਿਉਂ ਜਾ ਰਿਹਾ ਹੈ? ਸਮਾਜ ਨੂੰ ਨਾ ਗਿਆਨ ਕਹਿੰਦੇ, ਗਿਆਨ ਦੀ ਲੋੜ ਨਹੀਂ ਹੈਗੀ। ਇਹ ਹੋ ਗਿਆ ਮਨੀ ਮਾਈਂਡਡ। ਕਿਸੇ ਤਰੀਕੇ ਨਾਲ ਵੀ ਪੈਸੇ ਬਣਨੇ ਚਾਹੀਦੇ, ਕਿਸੇ ਤਰੀਕੇ ਨਾਲ ਵੀ ਬਾਹਰ ਜਾਣਾ ਚਾਹੀਦਾ। ਹੁਣ ਦੇਖੋ ਕੈਨੇਡਾ ਦੀ ਧਰਤੀ ਤੇ ਪਹੁੰਚਣ ਲਈ ਪਿੱਛੇ ਜੇ ਇੱਥੋਂ ਤੱਕ ਵੀ ਕੇਸ ਆ ਗਏ ਸੀ ਵੀ ਭਾਈ ਭੈਣ ਵਿਆਹ ਕਰਾ ਕੇ ਬਾਹਰ ਜਾ ਰਹੇ ਆ। ਤੇ ਮੈਨੂੰ ਇੱਕ ਚੀਜ਼ ਦੱਸੋ, ਮੈਂ ਸਾਰਿਆਂ ਨੂੰ ਪੁੱਛਦਾ, ਉਹ 'ਚ ਪ੍ਰਾਪਤ ਕੀ ਕਰੋਗੇ ਤੁਸੀਂ? ਲਾਈਫ ਹੈ ਇੱਕ, ਲਾਈਫ ਜਿਹੜਾ ਜ਼ਮੀਰ ਹੁੰਦਾ ਨਾ, ਜ਼ਮੀਰ, ਜਿੱਦਣ ਤੁਹਾਡਾ ਜ਼ਮੀਰ ਮਰ ਗਿਆ ਫਿਰ ਤੁਸੀਂ ਕੋਈ ਵੀ ਕੰਮ ਕਰੀ ਜਾਓ ਉਹ ਤੁਹਾਡੇ ਮੁਤਾਬਕ ਜਾਇਜ਼ ਹੈ, ਪਰ ਤੁਸੀਂ ਤਾਂ ਮਰੇ ਸਮਝੋ ਆਪਣੇ ਆਪ ਨੂੰ। ਕਿਉਂਕਿ ਕੁਦਰਤ ਤਾਂ ਹੀ ਤੁਹਾਡੇ ਨਾਲ ਖੜੂਗੀ, ਤਾਂ ਹੀ ਤੁਹਾਡੀ ਮਤਲਬ ਕਿ ਵਡਿਆਈ ਸਮਾਜ ਦੇ ਵਿੱਚ ਹੋਊਗੀ ਜਦੋਂ ਤੁਹਾਡਾ ਜ਼ਮੀਰ ਜਾਗਦਾ ਹੋਊਗਾ। ਮਰੇ ਜ਼ਮੀਰਾਂ ਦੇ ਕਦੇ ਵੀ ਵਡਿਆਈਆਂ ਨਹੀਂ ਹੁੰਦੀਆਂ, ਉਹਨਾਂ ਨੂੰ ਸਿਰਫ ਲਾਹਨਤਾਂ ਪੈਂਦੀਆਂ ਨੇ। ਤੁਹਾਡੇ ਕੋਲ ਬਹੁਤ ਐਵੇਂ ਦੇ ਕੇਸ ਹੁਣ ਤੱਕ ਆਏ ਹੋਣੇ ਆ। ਮੈਂ ਦੱਸ ਦੇਣਾ ਚਾਹਾਂਗੀ ਕਿ ਰਣਦੀਪ ਹੋਣਾ ਨੇ ਲਾਈਫ ਕੋਚ ਨੇ ਔਰ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਈ ਹੈ। ਇੱਕ ਸਾਨੂੰ ਜਨਮ ਦੇਣ ਵਾਲੀ ਸਾਡੀ ਮਾਂ ਹੁੰਦੀ ਹੈ ਔਰ ਉਸ ਤੋਂ ਬਾਅਦ ਸਾਡਾ ਪਾਲਣ ਪੋਸ਼ਣ ਕੀਤਾ ਜਾਂਦਾ। ਜਦੋਂ ਅਸੀਂ ਇਸ ਚੀਜ਼ਾਂ 'ਚ ਨਿਕਲਦੇ ਹਾਂ, ਗੁਜ਼ਰਦੇ ਹਾਂ, ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹਾਂ, ਤਾਂ ਛੇਤੀ ਅਸੀਂ ਨਾ ਕਹਿੰਦੇ ਕਿ ਬਸ ਮਰ ਜਾਈਏ, ਸਾਨੂੰ ਧਰਤੀ ਜਗ੍ਹਾ ਦੇ ਦੇ ਜਾਂ ਖੁਦ ਖਤਮ ਹੋ ਜਾਈਏ, ਹੈ ਨਾ। ਔਰ ਉਸ ਤੋਂ ਬਾਅਦ ਜਦੋਂ ਇਹ ਜਿਹੜੇ ਕੇਸ ਰਣਦੀਪ ਹੋਣਾ ਦੇ ਕੋਲ ਆਉਣੇ ਸ਼ੁਰੂ ਹੋਏ ਤਾਂ ਇਹਨਾਂ ਨੇ ਬਹੁਤ ਸਾਰੇ ਲੋਕਾਂ ਦੀ ਜਿਹੜੀ ਜਾਨ ਹੈ ਉਹ ਬਚਾਈ ਹੈ। ਰਣਦੀਪ ਜੀ, ਸਭ ਤੋਂ ਜ਼ਿਆਦਾ ਕੇਸ ਤੁਹਾਡੇ ਕੋਲ ਕਿਹੜੇ ਆਏ ਸਨ? ਦੇਖੋ, ਜਦੋਂ ਇਹ ਰੀਸੈਂਟਲੀ ਇਹ ਚੀਜ਼ਾਂ ਸ਼ੁਰੂ ਹੋਈਆਂ ਨੇ ਤਾਂ ਉਹਦੇ ਵਿੱਚ ਨਾ ਜਿਵੇਂ ਫੈਮਿਲੀ ਪ੍ਰੋਬਲਮਸ ਸ਼ੁਰੂ ਹੋ ਗਈਆਂ, ਹਸਬੈਂਡ ਵਾਈਫ ਦੀ ਟਿਊਨਿੰਗ ਖਰਾਬ ਹੋਣੀ ਸ਼ੁਰੂ ਹੋ ਗਈ। ਤੇ ਮੈਂ ਇੱਕੋ ਹੀ ਚੀਜ਼ ਕਹਿਣਾ ਦੋਨਾਂ ਨੂੰ, ਮੈਂ ਕਿਹਾ ਜੇ ਤੇਰੇ ਹਸਬੈਂਡ ਦਾ ਬਿਹੇਵੀਅਰ ਵਧੀਆ ਨਹੀਂ ਹੈਗਾ ਜਾਂ ਤੇਰਾ ਨਹੀਂ ਹੈਗਾ, ਤੂੰ ਐਟਲੀਸਟ ਤੁਸੀਂ ਇੱਕ ਦੂਸਰੇ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਕਿਉਂਕਿ ਇੱਕ ਟਾਈਮ ਪੀਰੀਅਡ ਹੈ ਜਸਟ, ਅੱਜ ਇਹਨੂੰ ਹੈਂਡਲ ਕਰ ਲਓਗੇ ਸਾਰੀ ਲਾਈਫ ਪਈ ਹੈ, ਬਹੁਤ ਵਧੀਆ ਨਿਕਲ ਜੂਗੀ। ਪਰ ਜੇ ਤੁਸੀਂ ਇੱਕ ਦੂਸਰੇ ਦੀਆਂ ਨੁਕਤਾਚੀਨੀ ਕਰਨੀਆਂ ਸ਼ੁਰੂ ਕਰ ਦੋਗੇ, ਇਹ ਤਾਂ ਥੋੜੇ ਦਿਨਾਂ ਦੀ ਖੇਡ ਹੈ। ਬਾਅਦ ਤੁਸੀਂ ਕਹਿਣਾ ਤੂੰ ਮੈਨੂੰ ਨਾ ਬੁਲਾਈ, ਮੈਂ ਤੈਨੂੰ ਨਹੀਂ ਬੁਲਾਉਣਾ, ਤੂੰ ਆਪਣੇ ਪੀਕੇ ਜਾ ਕੇ ਬਹਿ ਜਾਏਂਗੀ, ਉਹ ਆਪਣੀ ਲਾਈਫ ਜੀਵ ਜਾਊਗਾ। ਪਰ ਜਿਹੜੀ ਇਹ ਸੈਪਰੇਸ਼ਨ ਹੈ, ਇਹ ਸਭ ਤੋਂ ਵੱਡਾ ਕਰਸ ਹੈ।
ਇਹ ਸਭ ਤੋਂ ਵੱਡਾ ਕੋਡ ਹੈ, ਕਿਉਂਕਿ ਸੈਪਰੇਸ਼ਨ ਜਦੋਂ ਕੋਈ ਬੱਚੇ ਹੈਗੇ ਨਾ ਉਹਨਾਂ ਦੀ ਜ਼ਿੰਦਗੀ ਤਾਂ ਬਰਬਾਦ ਹੋ ਹੀ ਲੈ, ਕਿਉਂਕਿ ਅਸਲ ਮਾਂ ਪਿਤਾ ਤੋਂ ਬਿਨਾਂ ਦੁਨੀਆ ਦੇ ਵਿੱਚ ਕੋਈ ਬੱਚਿਆਂ ਦੀ ਕੇਅਰ ਨਹੀਂ ਕਰ ਸਕਦਾ ਹੈਗਾ। ਤੇ ਦੋਨਾਂ ਨੂੰ ਬਿਠਾ ਕੇ ਕਾਉਂਸਲਿੰਗ ਹੁੰਦੀ ਹੈ ਤੇ ਉਹਨਾਂ ਦੇ ਫੈਮਲੀਜ਼ ਨੂੰ ਵੀ ਬਰਾਬਰ ਬਿਠਾਈਦਾ ਹੈ, ਕਿਉਂਕਿ ਉਹ ਰੂਟ ਕਾਜ਼ ਹੁੰਦੇ ਨੇ ਹਸਬੈਂਡ ਵਾਈਫ ਦੇ ਡਿਫਰੈਂਸਿਸ ਵਧਣ ਦਾ ਕਾਰਨ ਫੈਮਲੀ ਮੈਟਰਸ, ਫੈਮਲੀ ਦੇ ਜਿਹੜੇ ਵੱਡੇ ਉਹ ਨੇ। ਫਿਰ ਜਦੋਂ ਉਹਨਾਂ ਨੂੰ ਬਿਠਾਈਦਾ ਬਹੁਤ ਇੱਦਾਂ ਦੀ ਚੀਜ਼ਾਂ ਫਿਰ ਸੋਲਵ ਕਰੀਦੀਆਂ ਨੇ। ਮੇਨ ਮਕਸਦ ਹੈ ਜੀ ਜ਼ਿੰਦਗੀ ਬਚਾਉਣੀ, ਕੋਈ ਸੁਸਾਈਡ ਨਾ ਕਰ ਜਾਵੇ। ਡਿਪਰੈਸ਼ਨ ਤਾਂ ਫਿਰ ਠੀਕ ਕਰ ਦਾਂਗੇ, ਜਿਹੜਾ ਬੰਦਾ ਹੀ ਚਲੇ ਗਿਆ ਦੁਨੀਆ ਤੋਂ ਉਹਨੂੰ ਕਿਵੇਂ ਠੀਕ ਕਰਾਂਗੇ ਅਸੀਂ। ਤੁਹਾਡੇ ਕੋਲ ਜਿਸ ਤਰ੍ਹਾਂ ਕੇਸ ਆਏ ਨੇ, ਕਦੀ ਕਿਸੇ ਨੇ ਕਿਹਾ ਕਿ ਨਹੀਂ ਮੈਂ ਸੀਰੀਅਸਲੀ ਮੈਂ ਮਰਨਾ ਚਾਹਣਾ ਆ, ਚਾਹਣੀ ਆ, ਮੈਂ ਨਹੀਂ ਇੱਥੇ ਰਹਿਣਾ? ਮੇਰੇ ਕੋਲ ਤਾਂ ਕੇਸ ਹੀ ਇੱਦਾਂ ਦੇ ਆਉਂਦੇ ਆ ਜੀ ਵੀ ਹੁਣ ਤਾਂ ਸਰ ਅਸੀਂ ਮੈਂ ਸੁਸਾਈਡ ਕਰਨੀ ਹੈ। ਲਾਸਟ ਕਾਉਂਸਲਿੰਗ ਸੈਸ਼ਨ ਲੈਣਾ ਸੀ, ਮੈਂ ਬਹੁਤਾਂ ਕੋਲ ਜਾਇਆ ਜੀ। 73 ਮੇਰੇ ਕੋਲ ਲਿਖੇ ਹੋਏ ਨੇ ਜਿਨ੍ਹਾਂ ਦੇ ਨਾਮ ਲਿਖੇ ਹੋਏ ਨੇ ਜਿਹੜੇ ਕਹਿੰਦੇ ਸੀ ਸੁਸਾਈਡ ਅਟੈਂਪਟ ਕਰਨ ਲੱਗੇ ਸੀ, ਫਿਰ ਵੀ ਕਿਸੇ ਨੇ ਕਿਹਾ ਵੀ ਨਹੀਂ ਇੱਕ ਵਾਰੀ ਇੱਕ ਸੈਸ਼ਨ ਜ਼ਰੂਰ ਲੈ ਲਾ। ਅਤੇ ਅੱਜ ਉਹ ਬਹੁਤ ਵਧੀਆ ਜ਼ਿੰਦਗੀ ਜੀ ਰਹੇ ਨੇ, ਕਿਉਂਕਿ ਜਿਹੜਾ ਇਹ ਚੀਜ਼ ਹੈ ਨਾ ਇਹ ਮੈਂ ਗੁਰੂ ਗੋਬਿੰਦ ਸਿੰਘ ਤੋਂ ਸਿੱਖੀ ਹੈ। ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਬਚਿੱਤਰ ਨਾਟਕ ਦੇ ਵਿੱਚ ਨਾ ਇੱਕ ਬਾਣੀ 'ਚ ਬਹੁਤ ਵਧੀਆ ਕਮਾਲ ਦੀ ਗੱਲ ਹੈ ਜਿਹੜੀ ਮੇਰੇ ਘਰ ਕਰ ਗਈ ਅਤੇ ਮੈਂ ਦੁਨੀਆ ਦੇ ਵਿੱਚ ਉਹ ਅਪਲਾਈ ਕਰਦਾ। ਉਹ ਕਹਿੰਦੇ ਵੀ ਦੁਨੀਆ ਦੇ ਵਿੱਚ ਪਰੇਸ਼ਾਨੀਆਂ ਬਹੁਤ ਨੇ। ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਨੂੰ ਇਹ ਕਹਿੰਦੇ ਵੀ ਦੁਨੀਆ 'ਚ ਪਰੇਸ਼ਾਨੀਆਂ ਬਹੁਤ ਨੇ, ਵੀ ਮੈਂ ਤੈਨੂੰ ਆਪਣਾ ਪੁੱਤ ਬਣਾ ਕੇ ਮਾਤ ਲੋਕ ਵਿੱਚ ਭੇਜ ਰਿਹਾ, ਤੂੰ ਉੱਥੇ ਜਾ, ਉਹਨਾਂ ਨੂੰ ਅਸਲੀ ਚੀਜ਼ਾਂ ਬਾਰੇ ਜਾਣੂ ਕਰਾ ਅਤੇ ਉਹਨਾਂ ਨੂੰ ਗਿਆਨ ਦੇ ਵੀ ਉਹ ਮੇਰੇ ਨਾਲ ਜੁੜਨ, ਮੈਡੀਟੇਸ਼ਨ ਕਰਨ ਅਤੇ ਉਹਨਾਂ ਨੂੰ ਸਮਝ ਆਵੇ ਚੀਜ਼ਾਂ ਦੀ। ਹੌਲੀ ਹੌਲੀ ਕਰਕੇ ਗੁਰੂ ਗੋਬਿੰਦ ਸਿੰਘ ਤੋਂ ਸਿੱਖੀਆਂ ਚੀਜ਼ਾਂ ਫਿਰ ਅੱਗੇ ਮੈਂ ਲੋਕਾਂ 'ਤੇ ਅਪਲਾਈ ਕਰਨ ਲੱਗ ਗਿਆ ਅਤੇ ਅੱਜ ਲੋਕ ਮੈਡੀਟੇਸ਼ਨ ਕਰ ਰਹੇ ਆ, ਬਹੁਤ ਵਧੀਆ ਰਿਲੈਕਸ, ਪੀਸ ਆਫ ਮਾਈਂਡ। ਜਿਹੜਾ ਪੀਸ ਆਫ ਮਾਈਂਡ ਨਾ ਸਭ ਤੋਂ ਕੀਮਤੀ ਮਹਿੰਗੀ ਚੀਜ਼ ਹੈ। ਇਹ ਹਰ ਚੀਜ਼ ਤੁਸੀਂ ਖਰੀਦ ਸਕਦੇ ਹੋ ਪਰ ਦੁਨੀਆ ਦੇ ਵਿੱਚ ਸ਼ਾਂਤੀ ਨਹੀਂ ਖਰੀਦ ਸਕਦੇ। ਉਹ ਸਿਰਫ ਤੁਹਾਨੂੰ ਗੁਰੂ ਤੋਂ ਬਿਨਾਂ ਨਹੀਂ ਮਿਲਣੀ ਹੈਗੀ, ਜਿੱਥੇ ਤੱਕ ਮਰਜ਼ੀ ਭੱਜ ਲਓ ਤੁਸੀਂ। ਜਿਸ ਤਰੀਕੇ ਦੇ ਨਾਲ ਹੁਣ ਗੱਲ ਕਰ ਲੈਂਦੇ ਆ, ਅੱਜ ਕੱਲ੍ਹ ਸੋਸ਼ਲ ਮੀਡੀਆ ਮੰਨਦੇ ਹੋ ਕਿ ਇਹ ਵੀ ਪਵਾੜੇ ਦੀ ਬਹੁਤ ਵੱਡੀ ਜੜ੍ਹ ਆ? ਦੇਖੋ ਸ਼ਾਇਦ ਜੇ ਇਹ ਬੇਅੰਤ ਕੌਰ ਦਾ ਜਿਹੜਾ ਮਸਲਾ ਹੈ, ਜੇ ਚੈਨਲਸ ਘੱਟ ਹੁੰਦੇ, ਇਹ ਦੇਖੋ ਇਹਦਾ ਜਿਹੜਾ ਬਣਨਾ ਉਹ ਵੈਸੇ ਵੀ ਇੱਕ ਦੋ ਜੇ ਕਵਰੇਜ ਕਰਦੇ ਤਾਂ ਵੀ ਬਣ ਜਾਣਾ ਸੀਗਾ। ਜੇ ਹੁਣ 1000 ਚੈਨਲ ਇਹਨੂੰ ਕਵਰੇਜ ਕਰ ਰਹੇ ਮੀਡੀਆ ਵਾਲੇ ਤਾਂ ਵੀ ਇਹਦਾ ਉਨਾ ਕੀ ਬਣਨਾ ਹੈ। ਉਹਦੇ ਨਾਲ ਕੀ ਹੋ ਗਿਆ, ਹਊਆ ਜ਼ਿਆਦਾ ਬਣ ਗਿਆ। ਕੈਨੇਡਾ ਮੈਂ ਫੋਨ ਕਰਿਆ ਸੀਗਾ ਆਪਣੇ ਦੋਸਤ ਨੂੰ, ਮਿੱਤਰ ਨੂੰ, ਅਤੇ ਉਹ ਕਹਿੰਦਾ ਵੀ ਇੱਥੇ ਇੰਨਾ ਰੌਲਾ ਨਹੀਂ ਹੈਗਾ ਜਿੰਨਾ ਪੰਜਾਬ ਦੇ ਵਿੱਚ ਪਿਆ ਹੋਇਆ ਹੈ। ਪੰਜਾਬ ਦੇ ਵਿੱਚ ਹਰ ਇੱਕ ਮਿੰਟ ਬਾਅਦ ਕੇਸ ਰਿਵਿਊ ਹੋਈ ਜਾ ਰਿਹਾ, ਬਾਰ-ਬਾਰ ਰਿਵਿਊ ਹੋਈ ਜਾ ਰਿਹਾ। ਹਰ ਕਿਸੇ ਦੀ ਜ਼ਬਾਨ 'ਤੇ ਬੱਚੇ ਤੋਂ ਲੈ ਕੇ ਬੁਢਾਪੇ ਤੱਕ ਇਹੀ ਕਹਿੰਦੇ ਆ ਵੀ ਇਹ ਨਾ ਕੀ ਹੋ ਗਿਆ, ਇਹਦੇ ਇੱਕ ਸਟਿਗਮਾ ਲੱਗ ਗਿਆ, ਵੀ ਇੱਕ ਐਲੀਗੇਸ਼ਨ ਲੱਗ ਗਿਆ ਵੀ ਬਾਹਰ ਜਿਹੜੇ ਮੁੰਡੇ ਕੁੜੀਆਂ ਜਾਂਦੇ ਆ ਸਾਰੇ ਫਰੋਡ ਨੇ ਉਹ। ਪਰ ਇਹ ਗਲਤ ਚੀਜ਼ ਹੋ ਗਈ। ਸਾਨੂੰ ਇਹ ਪੱਖ ਜ਼ਰੂਰ ਰੱਖਣਾ ਚਾਹੀਦਾ, ਬਾਰ-ਬਾਰ ਇਹ ਚੀਜ਼ ਕਹਿਣੀ ਚਾਹੀਦੀ ਵੀ ਕੁਛ ਥੋੜ੍ਹੇ ਬੱਚਿਆਂ ਕਰਕੇ ਹੋਇਆ, ਬਾਕੀ ਬਹੁਤ ਵਧੀਆ ਚੱਲਦਾ ਪਿਆ, ਚੱਲਣ ਦਿਓ, ਕਿਉਂਕਿ ਬਾਕੀਆਂ ਦਾ ਮਨੋਬਲ ਨਾ ਡਿੱਗੇ। ਇਸ ਲਈ ਸਾਨੂੰ ਉਹਨਾਂ ਨੂੰ ਮੋਟੀਵੇਟ ਕਰਦੇ ਰਹਿਣਾ ਚਾਹੀਦਾ ਹੈ। ਅਤੇ ਖਾਸ ਕਰਕੇ ਮੈਂ ਬੱਚਿਆਂ ਨੂੰ, ਉਹਨਾਂ ਨੂੰ ਮੁੰਡਿਆਂ ਜਾਂ ਕੁੜੀਆਂ ਨੂੰ ਮੈਂ ਕਹਿਣਾ ਚਾਹੁੰਦਾ ਜਿਨ੍ਹਾਂ ਦੇ ਫਰੈਂਡਸ ਸਰਕਲ ਦੇ ਵਿੱਚ ਕੋਈ ਬਾਹਰ ਗਿਆ ਹੋਇਆ ਜਾਂ ਜੇ ਉਰੇ ਵੇਟ ਕਰ ਰਿਹਾ ਬਾਹਰ ਜਾਣ ਦੀ, ਕਦੇ ਇਹਨਾਂ ਨੂੰ ਕਿਸੇ ਨੂੰ ਮਿਹਣਾ ਨਾ ਮਾਰਿਓ ਵੀ ਕਿਸੇ ਗੱਲ ਪਿੱਛੋਂ ਵੀ ਸ਼ਾਇਦ ਤੇਰੀ ਘਰ ਵਾਲੀ ਵੀ ਤਾਂ ਨਹੀਂ ਕਿਤੇ ਪੈਸੇ ਲੈ ਕੇ ਭੱਜ ਗਈ, ਵੀ ਤੂੰ ਹੁਣ ਕਦ ਜਾਣਾ, ਤੇਰਾ ਫਾਈਲ ਲੱਗੀ ਕਿ ਨਹੀਂ ਲੱਗੀ। ਕਿਉਂਕਿ ਇਹੀ ਕਾਰਨ ਸੀ, ਲਾਡੀ ਨੂੰ ਵੀ ਕਹਿੰਦੇ ਸੀ ਨਾ, ਲਾਡੀ ਕਹਿੰਦਾ ਸੀ ਮੈਨੂੰ ਪਿੰਡ ਵਾਲੇ ਕਹਿੰਦੇ ਸੀ ਕੈਨੇਡਾ ਵਾਲਾ ਹੁਣ ਤਾਂ ਤੂੰ ਕੈਨੇਡਾ ਵਾਲਾ। ਕੀ ਪਤਾ ਉਹਦੇ ਮਨ 'ਚ ਕੀ ਚੱਲਦਾ ਸੀਗਾ, ਕਿਉਂਕਿ ਮਨ ਦੀ ਪੜ੍ਹਨੀ ਬੜੀ ਔਖੀ ਚੀਜ਼ ਹੈ। ਇਹ ਬੰਦੇ ਨੂੰ ਡਿਪਰੈਸ਼ਨ 'ਚ ਲੈ ਜਾਂਦਾ, ਡਿਪਰੈਸ਼ਨ ਤੋਂ ਬਾਅਦ ਫਿਰ ਸੁਸਾਈਡ ਹੀ ਪਿਆ। ਅਸੀਂ ਜਿਸ ਤਰੀਕੇ ਨਾਲ ਤੁਸੀਂ ਗੱਲ ਕੀਤੀ ਹੈ ਕਿ ਲੋਕ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਨੇ। ਕਈ ਕੁੜੀਆਂ ਦੇ ਵਿਆਹ ਹੁੰਦੇ ਨੇ, ਕਿਸੇ ਕਾਰਨ ਜਦੋਂ ਫਾਈਲ ਨਹੀਂ ਲੱਗਦੀ ਜਾਂ ਫਾਈਲ ਰਿਫਿਊਜ਼ਲ ਹੋ ਜਾਂਦੀ ਹੈ ਨਾ, ਜਾਂ ਮੁੰਡੇ ਦੀ ਜਾਂ ਕੁੜੀ ਦੀ ਕਿਸੇ ਦੀ ਐਗਜ਼ਾਮਪਲ ਤੌਰ 'ਤੇ ਲੈ ਲੈਂਦੇ ਹਾਂ ਨਾ, ਤਾਂ ਸਾਡੇ ਜਿਹੜੇ ਰਿਸ਼ਤੇਦਾਰ ਹੁੰਦੇ ਨਾ ਉਹੀ ਬਹੁਤ ਆਨੇ ਮੇਰੇ ਮਾਰਦੇ, ਕੀ ਗੱਲ ਆ ਤੂੰ ਹਲੇ ਗਿਆ ਨਹੀਂ, ਕਿ ਕੁੜੇ ਤੇਰੀ ਫਾਈਲ ਨਹੀਂ ਲੱਗੀ। ਆ ਪੰਜਾਬੀ ਬੁੜੀਆਂ ਦੀ ਜਦ ਉੱਥੋਂ ਦੇ ਲੋਕਾਂ ਦੀ ਐਵੇਂ ਦੀ ਭਾਸ਼ਾ ਹੁੰਦੀ ਆ ਹੈ ਨਾ। ਮੁੰਡੇ ਨੂੰ ਉਹਦੇ ਦੋਸਤ ਕਹਿਣਗੇ ਕੀ ਗੱਲ ਭਰਜਾਈ ਨੇ ਫਾਈਲ ਨਹੀਂ ਲਾਈ। ਇਹ ਚੀਜ਼ਾਂ ਹੁੰਦੀਆਂ ਨੇ, ਇਹ ਬੰਦੇ ਨੂੰ ਤੋੜਦੀਆਂ ਨੇ। ਬਿਲਕੁਲ ਸਹੀ ਗੱਲ ਹੈ। ਇਹੀ ਮੈਂ ਹਰ ਵਾਰ ਬਾਰ-ਬਾਰ ਆਪਣੇ ਚੀਜ਼ਾਂ ਮੈਂ ਕਹਿੰਦਾ ਹੁੰਦਾ ਵੀ ਇੱਕ ਤਾਂ ਦੇਖੋ ਜਿਹੜੇ ਵੀ ਮੈਰਿਜ ਕੇਸ 'ਤੇ ਜਾ ਰਹੇ ਨੇ ਬਾਹਰ, ਆਪਣੀ ਟਿਊਨਿੰਗ ਬਹੁਤ ਸਹੀ ਰੱਖੋ। ਸਹੀ ਰੱਖਣ ਦਾ ਮਤਲਬ ਹੈ ਵੀ ਤੀਜੇ ਬੰਦੇ ਦੀ ਗੱਲ ਤੁਹਾਡੇ ਨੂੰ ਕੱਟੇ ਨਾ, ਕਿਉਂਕਿ ਤੁਹਾਡੀ ਆਪਣੀ ਲਾਈਫ ਹੈ। ਜੇ ਤੁਹਾਡੇ ਹਸਬੈਂਡ ਨੇ 30 ਲੱਖ ਰੁਪਇਆ ਲਾਇਆ, ਉਹਦੇ ਕੋਲ ਘਰੇ ਨਹੀਂ ਪਿਆ ਸੀਗਾ, ਕਿਸੇ ਕੋਲ ਵੀ ਘਰ ਪੈਸਾ ਨਹੀਂ ਪਿਆ ਹੁੰਦਾ, ਕਿਸੇ ਨੇ ਵਿਆਜ 'ਤੇ ਚੱਕਿਆ। ਉਹ ਕਿਉਂ ਚੱਕਿਆ? ਵੀ ਦੋਨਾਂ ਦਾ ਜਿਹੜਾ ਫਿਊਚਰ ਹੈ ਉਹ ਬਰਾਈਟ ਹੋ ਸਕੇ। ਚਾਹੇ ਤੁਸੀਂ ਬਾਅਦ 'ਚ ਜਾ ਕੇ ਇਕੱਠੇ ਰਹੋ ਨਾ ਰਹੋ, ਡਿਵੋਰਸ ਫਾਈਲ ਕਰ ਦਿਓ, ਪਰ ਐਟਲੀਸਟ ਜਿਹੜਾ ਪੇ ਕਰ ਰਿਹਾ ਹੈ ਉਹ ਇੰਨਾ ਤਾਂ ਹੱਕ ਬਣਦਾ ਨਾ ਉਹਦਾ ਵੀ ਤੁਸੀਂ ਇੱਕ ਵਾਰੀ ਉਹਨੂੰ ਬਾਹਰ ਬੁਲਾਓ, ਉੱਥੇ ਆਪਣਾ ਜੋ ਰਵੇ ਨਾ ਰਵੇ ਉਹ ਵਾਪਸ ਆ ਜਾਵੇ। ਪਰ ਜਿਹੜੀ ਕਮਿਟਮੈਂਟਸ ਹੋਈਆਂ ਨੇ ਉਹਨੂੰ ਪੂਰਾ ਕਰੋ, ਇਹ ਜ਼ਰੂਰੀ ਹੈ ਬਹੁਤ, ਕਿਉਂਕਿ ਯੋਰ ਲਾਈਫ ਮੈਟਰਸ।
ਜਦ ਤੱਕ ਜਿਉਂਦੇ ਆ ਉਦੋਂ ਤੱਕ ਸਭ ਕੁਝ ਜਾਇਜ਼ ਹੈਗਾ ਕਰਨਾ, ਜਦੋਂ ਜਿਉਂਦੇ ਨਹੀਂ ਰਵਾਂਗੇ ਫਿਰ ਕੀ ਕਰਾਂਗੇ ਅਸੀਂ। ਰਣਦੀਪ ਜੀ, ਇਹ ਗੱਲ ਮੰਨਦੇ ਹੋ ਕਿ ਜਿੱਥੇ ਸਾਡੇ ਮਾਂ-ਬਾਪ ਜ਼ਿੰਮੇਵਾਰ ਨੇ, ਅਸੀਂ ਛੋਟੀ ਉਮਰੇ ਬੱਚੇ ਬਾਹਰ ਭੇਜਦਾ, ਪੈਸਾ ਲਾਦਾ, ਵਿਆਜ ਤੇ ਚੁੱਕਦਾ, ਜ਼ਮੀਨ ਗਹਿਣੇ ਪਾ ਲਈ, ਘਰ ਕੋਠੀਆਂ ਗਹਿਣੇ ਪੈ ਗਈਆਂ, ਸਾਡੀਆਂ ਸਰਕਾਰਾਂ ਬਰਾਬਰ ਦੀਆਂ ਜ਼ਿੰਮੇਵਾਰ ਨੇ? ਬਿਲਕੁਲ ਜੀ, ਇਹ ਜੇ ਸਰਕਾਰਾਂ ਵਧੀਆ ਹੋਣ ਤੇ 35 ਲੱਖ ਰੁਪਏ ਇੰਡੀਆ 'ਚ ਲਾਉਣਾ ਕੋਈ ਛੋਟੀ ਜੀ ਗੱਲ ਨਹੀਂ ਹੈਗੀ। ਇੱਥੇ 35 ਲੱਖ ਰੁਪਏ ਲਾਉਣ ਦਾ ਮਤਲਬ ਪਤਾ ਕੀ, ਇੱਥੇ 35 ਲੱਖ ਰੁਪਏ ਤੁਸੀਂ ਲਾਤਾ, ਇੰਡਸਟਰੀ ਖੜੀ ਕਰਤੀ, ਉਹ ਇੰਡਸਟਰੀ ਚਲਾਉਣ ਨੂੰ ਕਿੰਨੇ ਡਿਪਾਰਟਮੈਂਟਸ ਨੇ, ਇਲੈਕਟ੍ਰੀਕਲ ਡਿਪਾਰਟਮੈਂਟ, ਟੈਕਸ ਡਿਪਾਰਟਮੈਂਟ, ਫਿਰ ਲੈਂਡ ਡਿਪਾਰਟਮੈਂਟ ਆਉਂਦਾ ਹੈ। ਫਿਰ ਉਹ ਤੋਂ ਬਾਅਦ ਕੀ ਹੁੰਦਾ ਹੈ ਵੀ ਕਦੇ ਕੋਈ ਕਲੇਸ਼ ਪਿਆ ਰਹਿੰਦਾ ਸਿਸਟਮ ਨੂੰ ਚਲਾਉਣ ਲਈ, ਫੈਕਟਰੀ ਚਲਾਉਣ ਲਈ, ਜਾਂ ਕਦੇ ਕੁਝ ਹੋਇਆ ਰਹਿੰਦਾ ਹੈ। ਉਹ ਤੋਂ ਬਾਅਦ ਆਪਾਂ ਫਾਰਮਿੰਗ ਵਾਲੇ ਪਾਸੇ ਆ ਜਾਈਏ। ਹੁਣ ਜੱਟ ਹੈ, ਜ਼ਿਮੀਂਦਾਰ ਬੰਦਾ ਹੈ, ਉਹਨੇ ਗੰਨੇ ਦੀ ਫਸਲ ਬੀਜੀ, ਠੀਕ ਹੈ, ਜਿਹੜੀ ਫਸਲ ਅੱਜ ਉਹ ਛੱਡ ਕੇ ਆ ਰਿਹਾ ਹੈ ਮਿੱਲ ਦੇ ਵਿੱਚ, ਉਹਦੀ ਪੇਮੈਂਟ ਉਹਨੂੰ ਅਗਲੀ ਫਸਲ ਤੱਕ ਜਾ ਕੇ ਮਿਲਣੀ ਹੈ। ਤੇ ਪਿਓ ਕਹਿੰਦਾ ਯਾਰ ਛੱਡ ਪਰੇ, ਕਿਹੜੇ ਤੂੰ ਕੰਮ 'ਚ ਪਿਆ, ਤੂੰ ਪੁੱਤ ਤੂੰ ਬਾਹਰ ਜਾ, ਮੈਂ ਜ਼ਮੀਨ ਗਹਿਣੇ ਰੱਖ ਦਿੰਦਾ, ਪੈਸੇ ਚ ਘੱਟੋ ਘੱਟ ਆਰਾਮ ਦੀ ਜ਼ਿੰਦਗੀ ਤਾਂ ਜੀਵਾਂਗੇ। ਤੇ ਇੱਕ ਚੀਜ਼ ਦੇਖੋ ਜੀ, ਕੈਨੇਡਾ, ਅਮਰੀਕਾ ਚਾਹੇ ਇੰਗਲੈਂਡ, ਜਿੰਨੇ ਸਾਡੇ ਪੰਜਾਬੀ ਵੀਰ ਇੱਥੋਂ ਗਏ ਹੋਏ ਆ, ਜੋ ਪੰਜਾਬ ਤੋਂ ਜਨਤਾ ਗਈ ਹੈ ਉਹ ਸਾਰੀ ਕਾਮਯਾਬ ਹੈ, ਕੋਈ ਫੇਲ ਨਹੀਂ ਹੈਗਾ ਉੱਥੇ। ਜਿਹੜੇ ਮਿਹਨਤੀ ਨੇ ਇੱਥੇ ਵੀ ਉਹ ਮਿਹਨਤ ਕਰਦੇ ਸੀ, ਇੱਥੋਂ ਵੀ ਉਹ ਬਾਹਰ ਗਏ, ਉੱਥੇ ਜਾ ਕੇ ਹੋਰ ਵੱਡੀਆਂ ਚੀਜ਼ਾਂ ਕਰਦੇ। ਕਿਉਂ? ਸਰਕਾਰਾਂ ਦੀ ਉਹਨਾਂ ਦਾ ਸਾਥ ਬਹੁਤ ਦਿੰਦੀਆਂ ਨੇ। ਹੁਣ ਪਿੱਛੇ ਜੇ ਕੋਵਿਡ ਹੋਇਆ, ਕੋਵਿਡ ਦੇ ਟਾਈਮ ਦੇ ਵਿੱਚ ਜਿੰਨਾ ਸਟੂਡੈਂਟ ਕੇ ਜਿਹੜਾ ਜੌਬ ਕਰ ਰਿਹਾ ਸੀ ਉਹ ਜੌਬ ਤੋਂ ਕੱਢਿਆ ਗਿਆ, ਉਹ ਸਾਰਿਆਂ ਨੂੰ ਪੈਸੇ ਮਿਲਿਆ ਕਿ ਨਹੀਂ ਮਿਲਿਆ? ਦੇਖੋ ਲਾਈਵ ਦੇ ਵਿੱਚ ਪੁੱਛੋ ਉਹਨਾਂ ਨੂੰ। ਫਿਰ ਐਦਾਂ ਦੀ ਸਰਕਾਰ ਕੋਲ ਜਾ ਕੇ ਕਿਉਂ ਨਹੀਂ ਕੋਈ ਰਾਜੀ? ਅਗਲਾ ਕਹਿੰਦਾ ਮੇਰੇ ਤੋਂ 50 ਲੱਖ ਮੈਨੂੰ ਬਾਹਰ ਭੇਜ। ਤੇ ਇੰਡੀਆ ਦੇ ਵਿੱਚ ਜਦੋਂ ਕੋਵਿਡ ਟਾਈਮ ਆਇਆ ਸੀ, ਸਰਕਾਰਾਂ ਨੇ ਕੀ ਕਰਿਆ ਸੀਗਾ ਵੀ ਅਸੀਂ ਆਪਣੇ ਅਕਾਊਂਟ ਖੋਲ ਰਹੇ ਹਾਂ, ਇਹਦੇ ਵਿੱਚ ਫੰਡ ਜਮ੍ਹਾਂ ਕਰਾਓ। ਇੱਕ ਤਾਂ ਲੋਕਾਂ ਦੀ ਪਹਿਲਾਂ ਹੀ ਬੱਸ ਹੈ, ਤੁਸੀਂ ਹੋਰ ਪੈਸੇ ਉਹਨਾਂ ਤੋਂ ਮੰਗ ਰਹੇ, ਦੇਣ ਦੀ ਬਜਾਏ ਸਹਾਇਤਾ ਤਾਂ ਕੀ ਦੇਣੀ ਹੈ। ਫਿਰ ਉਸ ਤੋਂ ਬਾਅਦ ਇੱਕ ਚੀਜ਼ ਦੇਖੋ ਜੀ, ਇੰਡੀਆ ਦੇ ਵਿੱਚ ਡੰਡੇ ਦੇ ਜ਼ੋਰ ਨਾਲ ਹਰ ਕੰਮ ਚੱਲਦਾ। ਜੇ ਇੱਕ ਸ਼ਰੀਫ ਬੰਦਾ ਵੀ ਕੋਈ ਕਿਸੇ ਕੇਸ 'ਚ ਫਸ ਜਾਂਦਾ ਧੱਕੇ ਨਾਲ, ਉਹ ਕੰਨਾਂ ਨੂੰ ਹੱਥ ਲਾ ਕੇ ਖੇੜਾ ਛਡਾਉਂਦਾ ਵੀ ਰੱਬਾ ਮੁੜ ਕੇ ਨਾ ਮੈਨੂੰ ਇਹ ਕੰਮਾਂ 'ਚ ਪੈ ਜਾਵੇ। ਤੇ ਕੁੜੀ ਕੋਈ ਰਾਤ ਨੂੰ, ਕਿੰਨੀ ਵਾਰੀ ਸੋਸ਼ਲ ਮੀਡੀਆ ਤੇ ਮੈਂ ਇਹ ਚੀਜ਼ ਦੇਖਦਾ ਵੀ ਕੁੜੀਆਂ ਨਾਲ ਰੇਪ ਕਰਿਆ ਗਿਆ ਥਾਣਿਆਂ ਦੇ ਵਿੱਚ। ਤੇ ਆਪਾਂ ਕਿਉਂ ਰੱਖੀਏ ਉਰੇ ਕਿਸੇ ਨੂੰ? ਕਿਉਂ ਕੋਈ ਰਹੂਗਾ ਉਰੇ? ਉਰੇ ਤਾਂ ਸਿਰਫ ਉਹੀ ਰਹਿ ਰਿਹਾ ਜਿਹਦਾ ਉਹਦੇ ਸੰਜੋਗ ਹੀ ਨਹੀਂ ਬਣਦਾ ਪਿਆ ਬਾਹਰ ਜਾਣ ਦਾ। ਉਹੀ ਅੱਜ ਦੀ ਡੇਟ ਤੇ ਤੁਸੀਂ ਕਿਸੇ ਨੂੰ ਵੀ ਪੁੱਛ ਕੇ ਦੇਖ ਲਓ, ਕਿਉਂਕਿ ਮੇਰੇ ਕੋਲ ਬਹੁਤ ਲੋਕੀ ਰੋਜ਼ ਇਹੋ ਜਿਹੇ ਹੁੰਦੇ ਵੀ ਸਰ ਕਰੀਏ ਕਿ ਕੋਈ ਹੱਲ ਦੱਸੋ। ਪੰਡਤਾਂ ਦੇ ਕੋਲ ਨਾ ਲਾਈਨ ਲੱਗੀ ਪਈ ਹੈ ਵੀ ਕਿਹੜਾ ਇਹੋ ਜਿਹਾ ਯੋਗ ਬਣਾ ਦਿਓ ਪੰਡਤ ਜੀ, ਮੇਰੇ ਮੁੰਡੇ ਤੇ ਮੇਰੇ ਕੁੜੀ ਦਾ ਬਾਹਰ ਦਾ ਬਣ ਜਾਵੇ। ਇਹ ਕਿਉਂ ਮਗਰ ਪਏ ਹੋਏ ਆ ਸਾਰੇ ਬਾਬਿਆਂ ਦੇ? ਕਿੰਨੀਆਂ ਸੁੱਖਾਂ ਸੁੱਖਦੇ, ਅਸੀਂ 5 ਸੁਖਮਣੀ ਸਾਹਿਬ ਦੇ ਪਾਠ ਕਰਾਂਗੇ, ਮੇਰੇ ਮੁੰਡੇ ਦਾ ਬਾਹਰ ਦਾ ਵੀਜ਼ਾ ਲੱਗ ਜਾਵੇ। ਉਹ ਇਹ ਕਿਉਂ ਨਹੀਂ ਕਹਿੰਦੇ ਅਸੀਂ 5 ਸੁਖਮਣੀ ਸਾਹਿਬ ਦੇ ਸੁੱਖਾਂਗੇ ਵੀ ਇਹਦਾ ਕੰਮ ਉਰੇ ਵਧੀਆ ਚੱਲ, ਉਰੇ ਕੋਈ ਕੰਮ ਕਰਨਾ ਹੀ ਨਹੀਂ ਚਾਹੁੰਦਾ। ਕਿਉਂਕਿ ਸਰਕਾਰਾਂ ਦੇ ਜਿਹੜਾ ਸਿਸਟਮ ਉਰੇ ਬਣਾ ਦਿੱਤਾ ਹੈ, ਉਹ ਐਨ ਟੈਟ ਕਰਤਾ ਵੀ ਉਰੇ ਜੀਣਾ ਔਖਾ ਕਰਿਆ ਪਿਆ। ਜਿਵੇਂ ਤੁਸੀਂ ਉਹਨੇ ਗੱਲ ਕਰ ਰਹੇ ਸੀ ਸੁਸਾਈਡ ਦੀ, ਕਿ ਇੱਥੇ ਇੰਡੀਆ ਦੇ ਵਿੱਚ ਬਹੁਤ ਸੁਸਾਈਡ ਕੇਸ ਵੱਧਦੇ ਜਾ ਰਹੇ ਨੇ, ਡਿਪਰੈਸ਼ਨ 'ਚ ਲੋਕ ਜਾ ਰਹੇ ਨੇ। ਇਹ ਡਿਪਰੈਸ਼ਨ ਜਾਂ ਜਿਹੜੇ ਸਾਡੇ ਉੱਧਰ ਵੀ ਜਾਂਦੇ ਨਾ ਪੰਜਾਬੀ, ਇੱਧਰੋਂ ਉੱਧਰ ਜਾਂਦੇ ਆ, ਤਾਂ ਉਹਨਾਂ ਤੋਂ ਵੀ ਟੋਲਰੇਟ ਨਹੀਂ ਹੁੰਦੀਆਂ ਚੀਜ਼ਾਂ ਬਹੁਤ ਸਾਰੀਆਂ, ਉੱਥੇ ਵੀ ਸੁਸਾਈਡ ਨੂੰ, ਮੌਤ ਨੂੰ ਗਲੇ ਲਗਾ ਲੈਂਦੇ ਆ। ਗਏ ਤਾਂ ਇੱਧਰੋਂ ਹੀ ਆ ਜੀ, ਆਦਤਾਂ ਤਾਂ ਇੱਧਰੋਂ ਹੀ ਬਣੀਆਂ ਹੋਈਆਂ ਸੀਗੀਆਂ। ਹੁਣ ਉੱਧਰ ਜਾ ਕੇ ਕੀ ਹੋ ਗਿਆ, ਇਕੱਲਾ ਕੰਮ ਤੇ ਹੀ ਰਹਿ ਗਏ। ਹੁਣ ਉੱਧਰੋਂ ਕੈਨੇਡਾ ਤੋਂ, ਅਮਰੀਕਾ ਤੋਂ ਫੋਨ ਆਉਂਦੇ ਆ ਮੈਨੂੰ, ਜਦੋਂ ਵੀ ਹੁਣ ਸਾਡਾ ਬੇਟਾ ਡਿਪਰੈਸ਼ਨ 'ਚ ਹੈ, ਮੈਂ ਬਹੁਤ ਡਿਪਰੈਸ਼ਨ 'ਚ ਹੈ। ਫਿਰ ਜਦੋਂ ਪਿੱਛੇ ਰੂਟ ਕਾਜ਼ ਤੇ ਜਾਈਦਾ ਨਾ, ਸ਼ੁਰੂਆਤ ਤੋਂ ਜਾਈਦਾ ਵੀ ਕੀ ਹੋਇਆ ਸੀਗਾ, ਫਿਰ ਉਹ ਸਾਰੀਆਂ ਸਟੋਰੀਜ਼ ਸ਼ੁਰੂ ਕਰਦੇ ਆ, ਉਹੀ ਪੁਰਾਣੀਆਂ ਮਿਹਣੇ ਵਾਲੀਆਂ ਸਿੱਠਣੀਆਂ ਵੀ ਕਿ ਮੈਨੂੰ ਆਹ ਕਹਿਤਾ, ਮੈਨੂੰ ਉਹ ਕਹਿਤਾ। ਫਿਰ ਇੱਕ ਚੀਜ਼ ਆ ਜਾਂਦੀ ਜਾ ਕੇ ਵੀ ਮੇਰੀ ਉਮਰ ਅੱਧ ਨਾਲੋਂ ਵੱਧ ਨਿਕਲ ਚੁੱਕੀ, ਵੀ ਮੈਂ ਪ੍ਰਾਪਤ ਕੀ ਕਰਿਆ ਜ਼ਿੰਦਗੀ ਦੇ ਵਿੱਚ? ਵੀ ਸ਼ਾਂਤੀ ਤਾਂ ਮੇਰੇ ਕੋਲ ਫਿਰ ਵੀ ਨਹੀਂ ਹੈ, ਕਿ ਪੈਸੇ ਹੈਗੇ ਆ, ਬੱਚੇ ਮੇਰੇ ਕਹਿਣੇ 'ਚ ਨਹੀਂ ਹੈਗੇ, ਉਹ ਆਪਣੀ ਜ਼ਿੰਦਗੀ ਜੀ ਰਹੇ ਆ, ਵੀ ਮੈਂ ਜੌਬ ਤੇ ਜਾਂਦੀ ਹਾਂ, ਸ਼ਾਮ ਨੂੰ ਘਰੇ ਆਈ ਨਹੀਂ, ਆਪਣੀ ਰੋਟੀ ਆਪ ਪਕਾ ਕੇ ਖਾਣੀ ਹੈ। ਸਭ ਤੋਂ ਵੱਡਾ ਕਾਰਨ ਹੈਗਾ ਇਹਦੇ 'ਚ ਕਾਉਂਸਲਿੰਗ ਦਾ। ਤੁਹਾਡੀ ਕਾਉਂਸਲਿੰਗ ਹੋਣੀ ਜ਼ਰੂਰੀ ਸੀਗੀ। ਉਹ ਕਾਉਂਸਲਿੰਗ ਕਿਹੜੀ ਹੋਣੀ ਚਾਹੀਦੀ ਸੀ? ਤੁਹਾਨੂੰ ਲਾਈਫ ਦਾ ਕਨਸੈਪਟ ਸਮਝਣਾ ਚਾਹੀਦਾ ਸੀ ਵੀ ਜਿਹੜਾ ਮੈਨੂੰ ਜਨਮ ਮਿਲਿਆ ਜਾਂ ਜੋ ਲਾਈਫ ਮੈਂ ਬਿਤਾ ਰਹੀ ਹਾਂ, ਇਹ ਜ਼ਿੰਦਗੀ ਜੀਣੀ ਕਿਵੇਂ ਹੈ। 99% ਲੋਕਾਂ ਨੂੰ ਜ਼ਿੰਦਗੀ ਜੀਣ ਦਾ ਹੀ ਨਹੀਂ ਪਤਾ ਲੱਗ ਰਿਹਾ ਹੈਗਾ, ਵੀ ਇੰਨੀ ਬੁਰੀ ਹਾਲਤ ਹੋਈ ਪਈ ਆ ਉਹਨਾਂ ਦੀ। ਇਹੀ ਡਿਪਰੈਸ਼ਨ ਦਾ ਕਾਰਨ ਹੈ। ਜਿਸ ਤਰੀਕੇ ਨਾਲ ਹੁਣ ਤੁਹਾਡੇ ਕੋਲ ਬਥੇਰੇ ਲੋਕ ਆਏ ਨੇ, ਹੈ ਨਾ, ਸਭ ਤੋਂ ਪਹਿਲਾਂ ਜਾਣਨਾ ਚਾਹਾਂਗੀ ਇੱਕ ਬਿਜ਼ਨਸਮੈਨ, ਉਹ ਮੁੰਡਾ ਜਿਹੜਾ ਸੋਚਦਾ ਇੱਥੇ ਇੰਡੀਆ ਤੋਂ ਲੰਡਨ ਪੜ੍ਹਾਈ ਕਰਨ ਜਾਂਦਾ ਹੈ ਔਰ ਕਹਿੰਦਾ ਕਿ ਮੈਂ ਬਹੁਤ ਛੋਟੀ ਦਾ ਬਿਜ਼ਨਸਮੈਨ ਬਣਨਾ ਹੈ, ਅਚਾਨਕ ਉਹਦੀ ਜਿਹੜੀ ਉਹ ਸਭ ਦੇ ਹਾਲਾਤਾਂ ਨੂੰ ਦੇਖਦਾ ਹੋਇਆ ਇੱਕ ਲਾਈਫ ਕੋਚ ਬਣ ਜਾਂਦਾ। ਲਾਈਫ ਕੋਚ ਦੇਖੋ ਜੀ, ਇਹ ਜਿਹੜਾ ਬੰਦਾ ਅਸਲ 'ਚ ਨਾ ਪ੍ਰਮਾਤਮਾ ਨੇ ਜਿਹੜੇ ਬੰਦੇ ਤੋਂ ਜਿਹੜਾ ਕੰਮ ਕਰਾਉਣਾ ਉਹਨੂੰ ਉਸ ਲਾਈਨ 'ਚ ਲੈ ਹੀ ਜਾਣਾ ਉਹਨੇ। ਮੈਂ ਕਦੇ ਜ਼ਿੰਦਗੀ 'ਚ ਨਹੀਂ ਸੋਚਿਆ ਸੀ ਵੀ ਮੈਂ ਲੋਕਾਂ ਨੂੰ ਸਹੀ ਰਸਤੇ ਪਾਊਂਗਾ, ਲੋਕਾਂ ਦੀ ਜ਼ਿੰਦਗੀਆਂ ਬਚਾਊਂਗਾ। ਮੈਂ ਇੱਥੋਂ ਇੰਡੀਆ ਤੋਂ ਮੈਂ ਇੰਗਲੈਂਡ ਗਿਆ, ਉੱਥੇ ਮੈਂ ਉਦੋਂ ਕਲੀਨ ਸ਼ੇਵ ਹੁੰਦਾ ਸੀ। ਤੁਸੀਂ ਰਣਦੀਪ ਸਿੰਘ ਨਹੀਂ ਸੀਗਾ ਉਦੋਂ, ਪੱਗ ਬੰਨਣੀ, ਦਾੜੀ ਰੱਖਣੀ, ਕਲੀਨ ਸ਼ੇਵ ਸੀਗਾ। ਇੰਗਲੈਂਡ ਗਿਆ,
ਪੜ੍ਹਦੇ ਨਾ ਕੀ ਹੋਇਆ, ਦਿਮਾਗ ਦੇ ਵਿੱਚ ਇੱਕ ਚੀਜ਼ ਆਈ ਰਾਤ ਨੂੰ 2 ਵਜੇ। ਦੇਖੋ ਮੁੰਡੇ ਕੁੜੀਆਂ ਜਿਵੇਂ ਫਿਲਮਾਂ ਦੇਖਦੇ ਰਾਤ ਨੂੰ ਲੈਪਟਾਪ 'ਤੇ ਦੇਖੀ ਜਾਣੇ, ਟਾਈਮ ਵੇਸਟ ਕਰਨਾ। ਇੱਕ ਧਿਆਨ ਆਈ ਗੱਲ ਵੀ ਥੋੜ੍ਹਾ ਜਿਹਾ ਨਾ ਸਿੱਖ ਰਿਲੀਜਨ ਬਾਰੇ ਜਾਣਨਾ ਚਾਹੀਦਾ ਆਪਾਂ ਨੂੰ, ਵੀ ਮੈਂ ਉਸ ਧਰਮ ਨੂੰ ਬਿਲੋਂਗ ਕਰਦਾ ਜਿਹਦੇ ਬਾਰੇ ਮੈਨੂੰ ਕੁਝ ਵੀ ਨਹੀਂ ਪਤਾ ਹੈਗਾ। ਹੌਲੀ ਰਿਸਰਚ ਕਰਨੀ ਸ਼ੁਰੂ ਕਰੀ। ਫਿਰ ਗੁਰੂ ਨਾਨਕ ਸਾਹਿਬ ਦੀਆਂ ਜੀਵਨ ਸਾਖੀਆਂ ਪੜ੍ਹੀਆਂ, ਜਿਨ੍ਹਾਂ 'ਚੋਂ ਪਤਾ ਲੱਗਿਆ ਵੀ ਜਿਹੜੀ ਜ਼ਿੰਦਗੀ, ਜਿਹੜੇ ਵਧੀਆ ਸਪਿਰਿਚੁਅਲ ਲੀਡਰਸ ਸੀਗੇ ਉਹ ਟਾਈਮ ਦੇ, ਉਹ ਵੀ ਜ਼ਿੰਦਗੀ ਕੋਈ ਵਧੀਆ ਨਹੀਂ ਜੀ ਰਹੇ ਸੀਗੇ। ਉਹ ਆਪਣੇ ਜਿਹੜੇ ਫੋਲੋਅਰਸ ਸੀਗੇ ਉਹਨਾਂ ਨੂੰ ਵੀ ਮਿਸਗਾਈਡ ਕਰ ਰਹੇ ਸੀ। 20 50 ਹਜ਼ਾਰ ਫੋਲੋਅਰਸ ਹੁੰਦਾ ਇੱਕ ਸਪਿਰਿਚੁਅਲ ਲੀਡਰ ਦਾ, ਉਹ ਸਭ ਨੂੰ ਕਨਸੈਪਟ ਗਲਤ ਦੱਸਦੇ ਸੀ ਜ਼ਿੰਦਗੀ ਜੀਣ ਦਾ। ਫਿਰ ਜਦੋਂ ਮੈਂ ਆਪ ਝਾਤੀ ਮਾਰਨੀ ਸ਼ੁਰੂ ਕਰੀ ਵੀ ਫਲਾਣੇ ਬਾਬੇ ਦੇ ਮਗਰ ਇੰਨੇ ਬੰਦੇ ਲੱਗੇ, ਪਰ ਉਹ ਬਾਬੇ ਦਾ ਜਿਹੜਾ ਸਿਸਟਮ ਹੈ ਜ਼ਿੰਦਗੀ ਬਾਰੇ ਦੱਸਣ ਦਾ ਉਹ ਤਾਂ ਗਲਤ ਹੈ। ਫਿਰ ਹੌਲੀ ਪੜ੍ਹ ਕੇ ਫਿਰ ਮੈਂ ਜੀ ਇੱਕ ਅੰਗ ਤੋਂ ਲੈ ਕੇ 1430 ਅੰਗ ਦਾ ਗੁਰੂ ਗ੍ਰੰਥ ਸਾਹਿਬ ਜੀ ਰਿਸਰਚ ਕਰੀ। ਮੈਨੂੰ 6 ਤੋਂ 7 ਮਹੀਨੇ ਲੱਗ ਗਏ। ਉਹ 7 ਮਹੀਨਿਆਂ ਦੇ ਵਿੱਚ ਗੁਰੂ ਨੇ ਐਸੀ ਕਿਰਪਾ ਕਰੀ, ਐਸਾ ਗਿਆਨ ਬਖਸ਼ਿਆ ਵੀ ਅੱਜ ਤੁਹਾਡੇ ਸਾਹਮਣੇ ਰਣਦੀਪ ਸਿੰਘ ਲੋਕਾਂ ਦੀ ਜ਼ਿੰਦਗੀਆਂ ਬਦਲਦਾ ਪਿਆ। ਬਹੁਤ ਸਾਰੇ ਲੋਕ ਨੇ, ਉਹਨਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੋਕ ਅੱਜ ਵੀ ਇਸ ਕਰਕੇ ਆਪਣੀ ਮੌਤ ਨੂੰ ਕਹਿੰਦੇ ਕਿ ਅਸੀਂ ਤਾਂ ਟੁੱਟ ਗਏ ਹਾਂ ਜੀ, ਸਾਨੂੰ ਧੋਖੇ ਬੜੇ ਜ਼ਿੰਦਗੀ 'ਚ ਮਿਲੇ ਨੇ, ਅਸੀਂ ਆਪਣੀ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਸਕਦੇ। ਬਹੁਤ ਛੋਟੀ ਉਮਰੇ ਪਿਆਰ ਹੋ ਜਾਂਦੇ ਨੇ, ਬਹੁਤ ਮੁਹੱਬਤ, ਕੁੜੀਆਂ ਪਿੱਛੇ ਹੀ ਮੁੰਡੇ ਮਰ ਜਾਂਦੇ, ਕੁੜੀਆਂ ਮਰ ਜਾਂਦੀਆਂ ਨੇ, ਹੈ ਨਾ, ਮਾਪੇ 'ਚ ਤੱਕ ਛੱਡ ਦਿੰਦੇ ਨੇ ਬੱਚੇ, ਹੈ ਨਾ। ਇਹ ਚੀਜ਼ਾਂ ਸਾਡੀ ਜ਼ਿੰਦਗੀ 'ਚ ਆਮ ਹੀ ਹੋ ਗਈਆਂ, ਸਮਾਜ 'ਚ ਆਮ ਹੀ ਹੋ ਗਈਆਂ ਨੇ, ਹੈ ਨਾ। ਉਹਨਾਂ ਲੋਕਾਂ ਲਈ ਕੀ ਮੈਸੇਜ ਹੈ? ਦੇਖੋ ਇਹ ਮਨ ਦੀ ਗੱਲ ਹੈ ਜੀ ਸਾਰੀ। ਇਹ ਮਨ ਮੇਰਿਆ ਜਦੋਂ ਨਾ ਬਾਹਲੇ ਤੁਸੀਂ ਉਚਾਟ ਹੋ ਜਾਓ, ਬਹੁਤ ਤੁਸੀਂ ਡਿਪਰੈਸ਼ਨ 'ਚ ਚਲੇ ਜਾਓ, ਆਨੰਦ ਸਾਹਿਬ ਦਾ ਪਾਠ ਕਰ ਲਓ। ਆਨੰਦ ਸਾਹਿਬ ਦਾ ਪਾਠ ਇੱਦਾਂ ਨਹੀਂ ਕਰਨਾ ਵੀ ਜਿਵੇਂ ਦੁਨੀਆ ਕਰਦੀ ਹੈ 10 ਜਾਂ 15 ਮਿੰਟ ਦੇ ਵਿੱਚ। ਨਹੀਂ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਜਿਹੜਾ ਸਾਡਾ ਡਿਪਰੈਸ਼ਨ ਹੈ ਜਾਂ ਸਾਨੂੰ ਫੇਲੀਅਰ ਹੋ ਗਏ ਲਾਈਫ ਦੇ ਵਿੱਚ, ਉਹ ਸਾਰਾ ਮਨ 'ਤੇ ਅਸਰ ਪੈਂਦਾ ਹੈ। ਤੇ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ, ਤੀਜੇ ਗੁਰੂ ਜਿਨ੍ਹਾਂ ਨੇ ਬਾਣੀ ਲਿਖੀ ਹੈ, ਉਹਨਾਂ ਨੇ ਮਨ ਨੂੰ ਕੰਟਰੋਲ ਕਰਨ ਦੀ ਵਿਧੀ ਦੱਸੀ ਹੈ। ਜਦੋਂ ਤੁਸੀਂ ਆਨੰਦ ਸਾਹਿਬ ਦੀ ਬਾਣੀ ਆਰਾਮ ਨਾਲ ਅੱਧਾ ਘੰਟਾ ਲਾ ਕੇ ਪੜ੍ਹੋਗੇ ਨਾ, ਸੁਸਾਈਡ ਦਾ ਤੁਹਾਨੂੰ ਮਨ 'ਚ ਕਦੇ ਖਿਆਲ ਆਉਣਾ ਹੀ ਨਹੀਂ ਹੈਗਾ। ਤੇ ਇੱਕ ਚੀਜ਼ ਹੋਰ, ਕੋਈ ਜ਼ਿੰਦਗੀ 'ਚ ਫੇਲ ਹੋ ਗਿਆ, ਬਹੁਤ ਫੇਲੀਅਰ ਹਰ ਸਟੈਪ ਦੇ ਵਿੱਚ ਫੇਲ ਹੁੰਦਾ। ਮੈਂ ਉਹਨਾਂ ਨੂੰ ਕਹਿੰਦਾ ਰਣਦੀਪ ਸਿੰਘ ਜਿੰਨਾ ਤੁਸੀਂ ਫੇਲ ਨਹੀਂ ਹੋਏ ਹੋਣੇ। ਮੈਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਜਿਹੜਾ ਵੀ ਕੰਮ ਕਰਿਆ ਉਹ 'ਚ ਫੇਲ ਰਿਹਾ, ਕਦੇ ਕਾਮਯਾਬ ਨਹੀਂ ਹੋਇਆ। ਪਰ ਮੇਰੀ ਇੱਕ ਆਦਤ ਸੀਗੀ ਵੀ ਉਦਾਸ ਜ਼ਰੂਰ ਹੋ ਜਾਣਾ, ਡਿਪਰੈਸ਼ਨ 'ਚ ਨਹੀਂ ਜਾਣਾ। ਫਿਰ ਕੀ ਹੋ ਗਿਆ, ਹੋਰ ਕਰੋ, ਮਿਹਨਤ ਕਰੋ। ਮਿਹਨਤਾਂ ਹੀ ਰੰਗ ਲਿਆਉਂਦੀ। ਜਿੰਨੇ ਕਾਮਯਾਬ ਲੋਕ ਨੇ ਨਾ ਦੁਨੀਆ ਦੇ ਉੱਤੇ, ਤੁਸੀਂ ਕਦੇ ਇਤਿਹਾਸ ਪੜ੍ਹ ਕੇ ਦੇਖੋ ਉਹਨਾਂ ਦਾ, ਉਹ ਜ਼ੀਰੋ ਤੋਂ ਸ਼ੁਰੂ ਹੋਏ ਸੀਗੇ। ਇੰਨੀ ਕਰੜੀਆਂ ਮਿਹਨਤਾਂ ਕਰੀਆਂ ਸੀ ਉਹਨਾਂ ਨੇ, ਅੱਜ ਜਿਹੜੇ ਕਾਮਯਾਬ ਹੋਏ ਨੇ। ਛੋਟੀ ਗੱਲਾਂ ਤੇ ਡਿਪਰੈਸ਼ਨ ਨਾ ਖਾ ਜਾ ਕਰੋ। ਜੇ ਤੁਹਾਡੀ ਸਹੇਲੀ ਤੁਹਾਨੂੰ ਛੱਡ ਕੇ ਚਲੀ ਗਈ ਜਾਂ ਮੁੰਡੇ ਨੇ ਕੁੜੀ ਨੂੰ ਛੱਡਤਾ, ਇੰਨਾ ਦਿਲ ਤੇ ਨਾ ਲਾ ਲਿਆ ਕਰੋ ਵੀ ਉੱਥੇ ਤੱਕ ਹੀ ਤੁਹਾਡੀ ਲਾਈਫ ਖੜੀ ਸੀ। ਤੁਹਾਡੇ ਪੇਰੈਂਟਸ ਪਹਿਲਾਂ ਆਉਂਦੇ ਨੇ, ਉਹ ਤੋਂ ਬਾਅਦ ਤੁਸੀਂ ਸੁਸਾਈਡ ਕਰਨ ਲਈ ਇੱਕ ਵਾਰੀ ਉਹ ਪੇਰੈਂਟਸ ਵੱਲ ਦੇਖਿਆ ਕਰੋ। ਜਦੋਂ ਤੁਸੀਂ ਪੈਦਾ ਹੋਏ ਸੀ ਨਾ, ਤੁਹਾਨੂੰ ਹੱਥਾਂ ਦੇ ਵਿੱਚ ਲਿਆ ਸੀ ਤੁਹਾਡੇ ਮਾਪਿਆਂ ਨੇ, ਉਦੋਂ ਉਹਨਾਂ ਨੂੰ ਕਿੰਨੀ ਖੁਸ਼ੀ ਮਹਿਸੂਸ ਹੋਈ ਹੋਊਗੀ। ਤੁਸੀਂ ਇਹ ਚੀਜ਼ ਕਿਉਂ ਨਹੀਂ ਸੋਚਦੇ? ਕਿਸੇ ਮਗਰ ਲੱਗ ਕੇ ਤੁਸੀਂ ਸੁਸਾਈਡ ਕਰ ਲੈਂਦੇ ਆ। ਗਲਤੀਆਂ ਹੋ ਗਈਆਂ, ਮੈਂ ਕਹਿੰਦਾ ਬਹੁਤ ਵੱਡੀ ਗਲਤੀ ਵੀ ਕਰ ਲਈ ਤੁਸੀਂ। ਫੇਰ ਵੀ ਜਦੋਂ ਆਪਣੇ ਮਾਤਾ ਪਿਤਾ ਕੋਲ ਤੁਸੀਂ ਜਾਓਗੇ ਨਾ, ਉਹ ਤੁਹਾਨੂੰ ਫੇਰ ਵੀ ਗਲ ਵੱਖੜੀ ਪਾ ਕੇ ਕਹਿਣਗੇ ਵੀ ਧੀਏ ਪੁੱਤ ਕੁਛ ਨਹੀਂ ਹੁੰਦਾ, ਤੇਰੇ ਨਾਲ ਅਸੀਂ ਖੜੇ ਹਾਂ। ਕਿਉਂਕਿ ਨਾ ਇਹ ਮੈਂ ਲੋਕਾਂ ਦੇ ਹਾੜੇ ਦੇਖਦਾ, ਰੋਂਦਿਆਂ ਦੇ। ਮਾਂ ਪਿਓ ਰੋਂਦੇ ਨੇ ਵੀ ਸ਼ੁਕਰ ਆ ਸਾਡੇ ਬੱਚੇ ਨੇ ਇਹ ਸੁਸਾਈਡ ਵਰਗਾ ਸਟੈਪ ਨਹੀਂ ਚੱਕਿਆ। ਬੱਚਿਓ ਜਿੰਨਾ ਵੱਡੇ ਤੁਸੀਂ ਗਲਤੀ ਕਰ ਚੁੱਕੇ ਹੋਗੇ ਕੋਈ ਗੱਲ ਨਹੀਂ ਹੈਗੀ, ਪਰ ਤੁਸੀਂ ਆਪਣੀ ਜਾਨ ਨਹੀਂ ਦੇਣੀ। ਮਾਂ ਪਿਓ ਕਰਕੇ ਤੁਸੀਂ ਜ਼ਿੰਦਾ ਰਹਿਣਾ ਤੇ ਮੂਵ ਔਨ ਹੋਣਾ। ਜ਼ਿੰਦਗੀ ਜ਼ਿੰਦਾ ਦਿਲੀ ਦਾ ਨਾਂ ਹੈ, ਜੱਗ ਜਿਉਂਦਿਆਂ ਦੇ ਮੇਰੇ। ਜਦੋਂ ਤੱਕ ਜਿਉਂਦੇ ਨੇ ਬਹੁਤ ਮੌਕੇ ਮਿਲਣਗੇ ਰੱਬ ਵੱਲੋਂ ਕਾਮਯਾਬ ਹੋਣ ਲਈ। ਸੁਸਾਈਡ ਨਹੀਂ ਕਰਨਾ ਹੈਗਾ। ਮੈਂ ਚਾਹੁੰਦੀ ਹਾਂ ਕਿ ਬੜੀਆਂ ਪ੍ਰਭਾਵਿਤ ਗੱਲਾਂ ਨੇ ਤੁਹਾਡੀਆਂ, ਇਹ ਬਹੁਤ ਜ਼ਰੂਰੀ ਹੈ ਉਹਨਾਂ ਲੋਕਾਂ ਤੱਕ ਪਹੁੰਚਾਉਣੀਆਂ। ਸਾਡਾ ਇੰਟਰਵਿਊ ਦਾ ਮਕਸਦ ਵੀ ਇਹੀ ਸੀਗਾ, ਕਿਸੇ ਤੇ ਕੋਈ ਕੁਛ ਨਾ ਕੁਛ ਉਛਾਲਣਾ ਨਹੀਂ ਹੈ। ਬਸ ਅਸੀਂ ਇਸੇ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਕਿ ਲੋਕ ਸਾਡੇ ਸਮਾਜ ਤੱਕ ਕੁਝ ਚੰਗੀਆਂ ਗੱਲਾਂ ਵੀ ਜ਼ਰੂਰ ਜਾਣ। ਕਿਉਂਕਿ ਪਿੱਛੇ ਜਿਹੜੇ ਹਾਲਾਤ ਬਣੇ ਨੇ ਰਣਦੀਪ ਜੀ, ਸੱਚੀ ਮਨ ਇੰਨਾ ਪਰੇਸ਼ਾਨ ਹੋਇਆ। ਖੁਦ ਅਸੀਂ ਆਪ ਵੀ ਪਰੇਸ਼ਾਨੀ 'ਚ ਗੁਜ਼ਰ ਰਹੇ ਹਾਂ ਕਿ ਅਸੀਂ ਕਿੰਨੀਆਂ ਸੋਹਣੀਆਂ ਇੰਟਰਵਿਊਜ਼ ਕਰ ਰਹੇ ਸੀ, ਬੜਾ ਸੋਹਣਾ ਚੱਲ ਰਿਹਾ ਸੀ। ਇੱਕਦਮ ਲਵਪ੍ਰੀਤ ਦੀ ਮੌਤ ਤੋਂ ਬਾਅਦ ਇੱਕਦਮ ਇਸ ਤਰ੍ਹਾਂ ਦੇ ਕੇਸ ਆਉਣੇ ਸ਼ੁਰੂ ਹੋ ਗਏ ਕਿ ਖੁਦ ਪਰੇਸ਼ਾਨ ਹੋ ਗਏ ਕਿ ਸਾਡੇ ਸਮਾਜ 'ਚ ਇੰਨੇ ਲੋਕ ਦੁਖੀ ਪਏ ਆ। ਇਹ ਕਹਿੰਦੇ ਕਿ ਆਪਣਾ ਝੱਗਾ ਚੱਕੋ ਤਾਂ ਢਿੱਡ ਨੰਗਾ ਹੁੰਦਾ ਹੈ। ਤਾਂ ਉਹ ਚੀਜ਼ਾਂ ਹੋਣ ਲੱਗ ਗਈਆਂ ਕਿ ਅਸੀਂ ਤਾਂ ਜਿੱਦਾਂ ਸਮਾਜ ਨੂੰ ਪਰਤਾਂ ਫਰੋਲਣੀਆਂ ਸ਼ੁਰੂ ਕਰਤੀਆਂ। ਹਰ ਘਰ, ਹਰ ਪਿੰਡ ਦੇ ਵਿੱਚ ਇੱਕ ਐਸਾ ਘਰ ਹੈ ਜਿੱਥੇ ਆਹੀ ਘੁਣ ਵਰਗੀ ਬਿਮਾਰੀ ਜਿਹੜੀ ਖਾ ਰਹੀ ਹੈ, ਬਾਹਰ ਜਾਣ ਦੀ ਹੋੜ ਲੱਗੀ ਹੋਈ ਹੈ, ਹੈ ਨਾ। ਮੈਂ ਚਾਹੁੰਦੀ ਹਾਂ ਕਿ ਉਹਨਾਂ ਉਹਨਾਂ ਕੁੜੀਆਂ ਔਰ ਮੁੰਡਿਆਂ ਨੂੰ ਵੀ ਜ਼ਰੂਰ ਕਹੋ ਜਿਹੜੇ ਮਾਪੇ ਬਹੁਤ ਸਾਰਾ ਪੈਸਾ ਲਗਾ ਕੇ
ਕੁੜੀਆਂ ਤੇ ਵਿਸ਼ਵਾਸ ਕਰਕੇ ਬਾਹਰ ਭੇਜ ਦਿੰਦੇ ਨੇ। ਉਹਨਾਂ ਨੂੰ ਚਾਹੀਦਾ ਹੈ ਕਿ ਜੇ ਤੁਹਾਡੇ ਹਸਬੈਂਡ ਵਾਈਫ 'ਚ ਝਗੜਾ, ਕਹਿੰਦੇ ਹਰ ਘਰ 'ਚ ਭਾਂਡਾ ਜ਼ਰੂਰ ਖੜਕਦਾ ਹੁੰਦਾ ਹੈ, ਜੇ ਖੜਕ ਗਿਆ ਉਹਨੂੰ ਪਿਆਰ ਦੇ ਨਾਲ ਸੁਲਝਾ ਲੈਣਾ ਚਾਹੀਦਾ, ਨਾ ਕਿ ਰਿਸ਼ਤੇ ਖਤਮ ਕਰ ਦੇਣੇ ਚਾਹੀਦੇ ਆ, ਨਾ ਕਿ ਕੁੜੀਆਂ ਨੂੰ ਨੰਬਰ ਬਲੌਕ ਕਰ ਦੇਣੇ ਚਾਹੀਦੇ ਆ। ਇੱਕ ਹੱਥ ਨਾਲ ਤਾੜੀ ਨਹੀਂ ਵੱਜਦੀ, ਮੁੰਡਿਆਂ ਨੂੰ ਇੱਥੇ ਬਰਾਬਰ ਤੇ ਸਮਝਣਾ ਚਾਹੀਦਾ ਹੈ। ਦੇਖੋ ਜਿਹੜੇ ਬੱਚਿਆਂ ਦੇ ਅੱਜ ਇਹ ਕੇਸ ਆਪਾਂ ਉੱਤੇ ਗੱਲ ਕਰਦੇ ਹਾਂ, ਜਿਨ੍ਹਾਂ ਦੀ ਫਾਈਲਾਂ ਲੱਗੀਆਂ ਹੋਈਆਂ, ਜਾਂ ਉਹ ਕੁੜੀਆਂ ਜਿਹੜੀਆਂ ਉੱਧਰ ਜਾ ਕੇ ਮੁੱਕਰ ਗਈਆਂ, ਜਾਂ ਮੁੰਡੇ ਜਾਂ ਕੁੜੀਆਂ, ਮੈਂ ਉਹਨਾਂ ਨੂੰ ਫੇਰ ਅਪੀਲ ਕਰਦਾ, ਜੇ ਹਲੇ ਜ਼ਿਆਦਾ ਵਿਗਾੜ ਨਹੀਂ ਹੋਇਆ ਤੁਹਾਡਾ, ਹਲੇ ਚਾਂਸਸ ਹੈਗੇ ਆ ਤੁਹਾਡੇ ਰਿਲੇਸ਼ਨਸ਼ਿਪ ਨੂੰ ਦੁਬਾਰਾ ਸ਼ੁਰੂ ਕਰਨ ਲਈ, ਤੁਸੀਂ ਪਲੀਜ਼ ਕਾਲ ਬੈਕ ਕਰੋ, ਵਾਪਸ ਜਾਓ। ਕਿਉਂਕਿ ਜਿਹੜੇ ਮੁੰਡੇ ਨੇ 30-35 ਲੱਖ ਜਾਂ 50 ਲੱਖ ਖਰਚਿਆ ਤੁਹਾਡੇ ਲਈ, ਉਹਨੇ ਬਹੁਤ ਉਮੀਦਾਂ ਲਾਈਆਂ ਸੀਗੀਆਂ। ਠੀਕ ਹੈ, ਤੁਸੀਂ ਕਿਸੇ ਪਿੱਛੇ ਲੱਗ ਕੇ ਕੋਈ ਇੱਕ ਗਲਤ ਡਿਸੀਜਨ ਲੈ ਲਿਆ, ਉਹਨੂੰ ਛੱਡਤਾ, ਉਹਨੂੰ ਇਗਨੋਰ ਮਾਰਤਾ, ਪਰ ਕੋਈ ਗੱਲ ਨਹੀਂ, ਉਹਦੀ ਫੇਰ ਮਦਦ ਕਰੋ, ਉਹਨੂੰ ਕਾਲ ਕਰੋ ਵੀ ਤੂੰ ਫਿਕਰ ਨਾ ਕਰ, ਤੈਨੂੰ ਮੈਂ ਇੱਥੇ ਬੁਲਾ ਕੇ ਰਹੂੰਗੀ, ਹੁਣ ਕੁਝ ਵੀ ਹੋ ਜਾਵੇ, ਚਾਹੇ ਭਾਵੇਂ ਰਹਿਣਾ ਰਹੋ, ਨਹੀਂ ਰਹਿਣਾ ਨਾ ਰਹੋ, ਪਰ ਐਟਲੀਸਟ ਜਿਹੜਾ ਸੁਪਨਾ ਉਹਨੇ ਤੁਹਾਡੇ ਨਾਲ ਦੇਖਿਆ ਸੀ ਉਹ ਸਾਕਾਰ ਤਾਂ ਹੋਣਾ, ਉਹਦਾ ਹੱਕ ਬਣਦਾ ਸਾਕਾਰ ਕਰਾਉਣਾ। ਤੇ ਤੁਸੀਂ, ਮੇਰੀ ਅਪੀਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਜ਼ਿੰਦਗੀ ਦੇ ਵਿੱਚ ਆਪਾਂ ਮਰਨਾ ਦੇਖੋ ਸਾਰਿਆਂ ਨੇ ਹੈ, ਅਸੀਂ ਜੰਮਦੇ ਹਾਂ, ਸਾਡਾ ਪਾਲਣ ਪੋਸ਼ਣ ਹੁੰਦਾ ਤੇ ਅਸੀਂ ਖਤਮ ਹੋ ਜਾਂਦੇ ਨੇ, ਪਰ ਅਸੀਂ ਜ਼ਿੰਦਗੀ ਦੇ ਵਿੱਚ ਐਸੀਆਂ ਲਾਹਨਤਾਂ ਲੈ ਕੇ ਨਾ ਜਾਈਏ ਵੀ ਅਸੀਂ ਰੱਬ ਅੱਗੇ ਨਾ ਧਰਮਰਾਜ ਸਭ ਤੋਂ ਲੇਖਾ ਮੰਗੇ। ਧਰਮ ਰਾਏ ਜਬ ਲੇਖਾ ਮੰਗੇ, ਕਿਆ ਮੁਖ ਲੈ ਕੇ ਜਾਏਗਾ। ਜਦੋਂ ਇਹ ਪੰਕਤੀ ਪੜ੍ਹੀ ਹੋਊਗੀ, ਉਹਨੂੰ ਕੀ ਦੱਸੋਗੇ ਤੁਸੀਂ? ਕੱਲ੍ਹ ਨੂੰ ਰੱਬ ਤੁਹਾਡੇ ਕੋਲ ਆ ਕੇ ਖੜ ਜਾਵੇ ਵੀ ਫਲਾਣੀ ਹੈ, ਤੂੰ ਮੁੰਡੇ ਨਾਲ ਧੋਖਾ ਕਰਿਆ ਸੀ, 35 ਲੱਖ ਤੇਰੇ ਤੇ ਲਾਇਆ ਸੀ, ਤੂੰ ਉਹਦੇ ਫੋਨ ਕਾਲਸ ਬੰਦ ਕਰਤੇ, ਤੂੰ, ਕਿਉਂਕਿ ਤੁਹਾਡਾ ਮਨ, ਤੁਸੀਂ ਜਾਣਦੇ, ਤੁਹਾਡੇ ਮਨ ਨੂੰ ਰੱਬ ਪੜ੍ਹਦਾ, ਦੁਨੀਆ ਨਹੀਂ ਪੜ੍ਹ ਸਕਦੀ। ਆਪਣੇ ਮਨ ਦੀ ਸੁਣੋ, ਗਲਤੀਆਂ ਹੋ ਜਾਂਦੀਆਂ ਨੇ, ਦੁਬਾਰਾ ਸ਼ੁਰੂਆਤ ਕਰੀ ਜਾ ਸਕਦੀ ਹੈ। ਸੋ ਇਹੀ ਮੇਰੀ ਅਪੀਲ ਹੈ। ਐ ਕਿਤੇ ਲੱਗਦਾ ਕਿ ਸਾਡੇ ਕਾਨੂੰਨ ਦੇ ਵਿੱਚ ਵੀ ਛੇਤੀ ਇਨਸਾਫ ਨਹੀਂ ਮਿਲਦਾ, ਛੇਤੀ ਕਿਤੇ ਹੈ ਨਾ, ਪੱਟੀ ਬੜੀ ਬੰਨੀ, ਕਹਿੰਦਾ ਕਾਨੂੰਨ ਇੰਨਾ ਹੁੰਦਾ ਹੈ। ਤੇ ਇਸੇ ਤਰੀਕੇ ਨਾਲ ਨਾ, ਜਿਸ ਤਰੀਕੇ ਨਾਲ ਲੰਬੇ ਸਮੇਂ ਤੋਂ ਜਿੱਦਾਂ ਇੰਟਰਵਿਊਜ਼ ਕਰ ਰਹੇ ਹਾਂ ਲੋਕਾਂ ਦੀਆਂ, ਬਹੁਤ ਸਾਰੀਆਂ ਮਾਵਾਂ ਇਹ ਚੀਜ਼ ਨੂੰ ਰੋ ਰਹੀਆਂ ਨੇ ਕਿ ਸਾਡਾ ਬੈਂਕ 'ਚ ਘਰ ਤੱਕ ਗਹਿਣੇ ਪਿਆ ਹੋਇਆ ਵਾ, ਔਰ ਸਾਡੀਆਂ ਨੌਹਾਂ ਫੋਨ ਨਹੀਂ ਚੱਕ ਰਹੀਆਂ ਹੈਗੀਆਂ, ਔਰ ਇੱਥੇ ਜੇ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਕਿੰਨੀ ਛੇਤੀ ਇਸ ਕੇਸ ਤੇ ਪੈਰਵਾਈ ਹੋਣੀ ਚਾਹੀਦੀ ਹੈ, ਇਹ ਨੱਥ ਕਿਵੇਂ ਪਵੇ, ਛੇਤੀ ਤੋਂ ਛੇਤੀ ਪਵੇ। ਦੇਖੋ ਜੀ, ਮੇਨ ਮਕਸਦ ਸਿੱਧੀ ਜੀ ਗੱਲ ਹੈ, ਜਾਂ ਤਾਂ ਉਹਦੇ ਪੇਰੈਂਟਸ ਨਾਲ ਗੱਲ ਕਰਨੀ ਚਾਹੀਦੀ ਹੈ, ਕੋਈ ਵੀ ਕੰਸਰਨਡ ਜਿਹੜੀ ਅਥਾਰਟੀ ਹੈਗੀ ਇੱਦਾਂ ਦੀ, ਕਿਉਂਕਿ ਉਹਨਾਂ ਦੀ ਕੁੜੀ ਗਈ ਹੈ ਤਾਂ ਉਹਨਾਂ ਦੇ ਪੇਰੈਂਟਸ ਦਾ ਤਾਂ ਵਿੱਚ ਇਨਵੋਲਵਮੈਂਟ ਬਣਦੀ ਹੀ ਬਣਦੀ ਹੈ। ਉਹ ਆਪੇ ਕੋਈ ਨਾ ਕੋਈ ਉਧਰ ਪੋਜ਼ਿਟਿਵ ਰਿਪਲਾਈ ਭੇਜੂਗੀ। ਜੇ ਉਹ ਬਾਹਰ ਜਾ ਕੇ ਇਹ ਸੋਚਦੇ ਵੀ ਹੁਣ ਸਾਨੂੰ ਕਿਹਨੇ ਪੁੱਛਣਾ, ਹੁਣ ਸਾਡੀ ਕਿਹਨੇ ਗੱਲ ਕਰਨੀ ਹੈ, ਧਰਤੀ ਕਿੱਡੀ ਕੁ ਵੱਡੀ ਹੈ, ਕੀ ਕਿੱਥੇ ਤੱਕ ਭੱਜ ਲਓਗੇ ਤੁਸੀਂ, ਕਿੱਥੇ ਤੱਕ ਭੱਜ ਲਓਗੇ? ਜਿਹੜਾ ਜ਼ਮੀਰ ਹੈ ਨਾ, ਜਿਹੜੇ ਮਨ ਆ ਨਾ, ਮਨ ਇਹਨੇ ਤੁਹਾਨੂੰ ਕਿਤੇ ਨਹੀਂ ਜਿਉਣ ਨਹੀਂ ਦੇਣਾ, ਰਾਤ ਨੂੰ ਨੀਂਦ ਦਾ ਸੌਣ ਨਹੀਂ ਦੇਣਾ, ਫਿਰ ਗੋਲੀਆਂ ਖਾ ਕੇ ਸੌਂਗੇ, ਫਿਰ ਕੀ ਕਰੋਗੇ? ਤੇ ਪੇਰੈਂਟਸ ਨੂੰ ਉਹਨਾਂ ਦੇ ਨੂੰ ਅਪੀਲ ਕਰਦਾ, ਆਪਣੇ ਬੱਚਿਆਂ ਨੂੰ ਕਹੋ, ਬਾਹਰ ਫੋਨ ਕਰੋ ਵੀ ਜਿਹੜੀਆਂ ਗਲਤੀਆਂ ਹੋ ਗਈਆਂ ਛੱਡੋ ਪਰੇ, ਨਵੇਂ ਸਿਰੇ ਤੋਂ ਨਵੀਂ ਕਹਾਣੀ ਸ਼ੁਰੂ ਕਰੋ, ਨਵੇਂ ਮੈਰਿਜ ਐਗਰੀਮੈਂਟ ਬਣਾਓ। ਜੇ ਕੈਨੇਡੀਅਨ ਐਮਬੈਸੀ ਮੰਗਦੀ ਆ ਵੀ ਤੁਹਾਡਾ ਸਰਟੀਫਿਕੇਟ ਕਿੱਥੇ ਹੈ, ਬਣਾਓ, ਸ਼ੁਰੂਆਤ ਕਰੋ। ਪਰ ਡਿਪਰੈਸ਼ਨ 'ਚ ਕਿਸੇ ਨੂੰ, ਜੇ ਤੁਹਾਡੇ ਕਰਕੇ ਕੋਈ ਡਿਪਰੈਸ਼ਨ 'ਚ ਚਲੇ ਜਾਂਦਾ ਹੈ ਤੇ ਤੁਸੀਂ ਫਿਰ ਕੋਈ ਵਧੀਆ ਕੰਮ ਕਰੇ, ਤੁਸੀਂ ਆਪਣੇ ਆਪ ਦੱਸੋ। ਤੁਹਾਡੇ ਕਰਕੇ ਕਿਸੇ ਦਾ 50 ਲੱਖ ਰੁਪਈਆ ਖਰਾਬ ਹੋ ਗਿਆ ਤੇ ਤੁਸੀਂ ਕਿੰਨਾ ਵਧੀਆ ਕੰਮ ਕਰਿਆ। ਤੁਸੀਂ ਹਿੰਦੂ ਹੋ ਸਕਦੇ, ਤੁਸੀਂ ਸਿੱਖ ਹੋ ਸਕਦੇ, ਤੁਸੀਂ ਮੁਸਲਮਾਨ, ਤੁਸੀਂ ਕੋਈ ਕਿਸੇ ਵੀ ਕੰਟਰੀ ਤੋਂ ਆ ਸਕਦੇ, ਜ਼ਰੂਰੀ ਨਹੀਂ ਇੰਡੀਆ ਤੋਂ ਹੀ ਲੋਕਾਂ ਨੇ ਜਾ ਕੇ ਇਹ ਫਰਾਡ ਕਰਿਆ, ਪਾਕਿਸਤਾਨ ਤੋਂ ਵੀ ਗਏ ਹੋ ਸਕਦੇ ਆ। ਤੇ ਕੀ ਗੱਲ ਤੁਸੀਂ ਕਦੇ ਮਸਜਿਦਾਂ 'ਚ ਨਹੀਂ ਮੱਥੇ ਟੇਕਣੇ ਜਾ ਕੇ, ਜਾਂ ਗੁਰਦੁਆਰਿਆਂ 'ਚ ਮੱਥੇ ਨਹੀਂ ਟੇਕਣੇ, ਜਾਂ ਆਪਣੇ ਈਸਟਾਂ ਨੂੰ ਮੰਦਿਰਾਂ 'ਚ ਨਹੀਂ ਟੇਕਣਾ? ਤੇ ਉਹ ਈਸਟ ਕੀ ਕਹੂਗਾ ਵੀ 50 ਲੱਖ ਢਕਾਰ ਕੇ ਹੁਣ ਤੂੰ ਮੇਰੇ ਕੋਲ ਕੀ ਲੈਣ ਆਇਆ? ਕੀ ਲੈਣ ਕੀ ਆਇਆ? 50 ਲੱਖ ਰੁਪਇਆ ਖਾ ਕੇ, ਕਿਸੇ ਦਾ ਮੁੰਡਾ ਖਾ ਕੇ, ਕਿਸੇ ਦੀ ਜ਼ਮੀਨ ਖਾ ਕੇ ਕੀ ਲੈਣ ਆਏ ਹੋ ਮੇਰੇ ਕੋਲ? ਤੇ ਇਹ ਬਿਲਕੁਲ ਗਲਤ ਹੈ। ਜੇ ਕਿਸੇ ਨੇ ਥੋੜਾ ਬ੍ਰੇਨ ਵਾਸ਼ ਕਰਿਆ ਵੀ ਕੁਛ ਨਹੀਂ ਹੁੰਦਾ, ਇਹ ਭੁਲੇਖਾ ਆਪਣੇ ਦਿਮਾਗ 'ਚੋਂ ਕੱਢ ਦਿਓ। ਰਣਦੀਪ ਜੀ, ਅਗਰ ਕੋਈ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ, ਜੋ ਬਹੁਤ ਸਾਰੀ ਆਪਣੀ ਜ਼ਿੰਦਗੀ ਦੇ ਸੁਪਨੇ ਪਹਿਲਾਂ ਲੰਬੀਆਂ ਉਡਾਰੀਆਂ ਮਾਰਦਾ, ਅਚਾਨਕ ਫੇਲ ਹੋਇਆ ਔਰ ਉਹ ਕਹਿੰਦਾ ਕਿ ਮੈਂ ਵੀ ਮਰ ਜਾ ਤਾਂ ਚੰਗਾ ਹੈ ਨਾ, ਮੈਂ ਕਹਿੰਦੀ ਕਿ ਜੇਕਰ ਕੋਈ ਗੱਲਬਾਤ ਕਰਨਾ ਚਾਹੁੰਦਾ ਹੈ, ਕਿਸ ਤਰੀਕੇ ਨਾਲ ਤੁਹਾਡੇ ਨਾਲ ਸੰਪਰਕ ਕੀਤਾ ਜਾ ਸਕਦਾ? ਦੇਖੋ ਜੀ, ਜੇ ਕਿਸੇ ਨੂੰ ਪ੍ਰੋਬਲਮ ਹੈਗੀ, ਦੇਖੋ ਮੈਂ ਪੈਸੇ ਤਾਂ ਪੇ ਨਹੀਂ ਕਰ ਸਕਦਾ, ਪਰ ਮੈਂ ਤੁਹਾਡੀ ਜ਼ਿੰਦਗੀ ਇਸ ਚੀਜ਼ ਨਾਲ ਬਚਾ ਸਕਦਾ ਵੀ ਤੁਹਾਨੂੰ ਮੈਂ ਮੋਟੀਵੇਟ ਇੰਨਾ ਕਰ ਦੇਣਾ ਹੈ, ਇੰਨਾ ਤੁਹਾਡੇ ਦੇ ਜਜ਼ਬਾ ਭਰ ਦੇਣਾ ਵੀ ਤੁਸੀਂ ਕੀ ਗੱਲ ਕਰਦੇ ਹੋ ਇੱਕ ਦੇ ਪਿੱਛੇ ਲੱਗ ਕੇ। ਜੇ ਤੁਸੀਂ ਜ਼ਿੰਦਗੀ ਹਾਰ ਗਏ, ਮੈਂ ਤੁਹਾਨੂੰ ਸਿਆਣਾ ਨਹੀਂ ਕਵਾਂਗਾ। ਜ਼ਿੰਦਗੀ ਤਾਂ ਇਹਨੂੰ ਕਹਿੰਦੇ ਵੀ ਗਿਰ ਕੇ ਫੇਰ ਖੜੇ ਹੋਣਾ, ਗਿਰ ਕੇ ਫੇਰ ਖੜੇ ਹੋਣਾ। ਇਹ ਜਿਹੜੇ ਰਣਦੀਪ ਸਿੰਘ ਨੇ ਤੁਸੀਂ ਅੱਜ ਦੇਖ ਰਹੇ ਹੋ ਨਾ, ਇਹ 13 ਸਾਲ ਕਿਰਾਏ ਦੇ ਮਕਾਨ ਤੇ ਰਿਹਾ ਹੈ।
13 ਸਾਲ ਕਿਰਾਏ ਦੇ ਮਕਾਨ ਤੇ ਰਿਹਾ। ਖੰਨੇ ਤੋਂ ਚੰਡੀਗੜ੍ਹ ਮੈਂ ਜੌਬ ਕਰਨ ਜਾਂਦਾ ਸੀ, 100 ਰੁਪਏ ਰੋਜ਼ ਦਾ ਮੈਨੂੰ ਮਿਲਦਾ ਹੁੰਦਾ ਸੀਗਾ ਤੇ 3 ਸਾਲ ਮੈਂ ਜੌਬ ਕਰੀ ਹੈ ਖੰਨੇ ਤੋਂ ਚੰਡੀਗੜ੍ਹ ਅਪ ਡਾਊਨ ਕਰਦਾ ਹੁੰਦਾ ਸੀਗਾ। ਮਿਹਨਤਾਂ ਕਰ ਕਰਕੇ ਪਹੁੰਚੇ ਇੱਥੇ। ਤੇ ਮੈਂ ਕਹਿੰਦਾ ਜੇ ਕਿਸੇ ਨੇ ਪੁੱਛਣਾ ਹੈ, ਕਿਸੇ ਨੇ ਕਾਉਂਸਲਿੰਗ ਕਰਾਉਣੀ, ਤੁਸੀਂ ਮੇਰੇ ਨਾਲ ਕੰਟੈਕਟ ਕਰੋ, ਮੈਂ ਨੰਬਰ ਤੁਹਾਨੂੰ ਦੱਸਦਾ, ਕੋਈ ਚੱਕਰ ਨਹੀਂ ਹੈਗਾ, ਕਿਉਂਕਿ ਮੇਰੇ ਲਈ ਤੁਹਾਡੀ ਜ਼ਿੰਦਗੀ ਬਹੁਤ ਕੀਮਤੀ ਹੈ। ਮੇਰਾ ਨੰਬਰ ਹੈਗਾ 8968403801। ਕੋਈ ਵੀ ਕਿਸੇ ਟਾਈਮ ਵੀ ਗੱਲ ਕਰੋ, ਪਰ ਤੁਸੀਂ ਕੋਈ ਗਲਤ ਸਟੈਪ ਨਾ ਚੱਕਿਓ ਪਲੀਜ਼। ਪਹਿਲੀ ਵਾਰ ਜਦੋਂ ਫੇਸਬੁੱਕ ਤੇ ਜਵਾਬਦੇਹੀ ਕੀਤੀ ਸੀਗੀ, ਬੜੇ ਲੋਕਾਂ ਨੇ, ਕੁਝ ਆਲੋਚਕ ਵੀ ਸੀ ਤੁਹਾਡੇ, ਕੁਝ ਤੁਹਾਡੇ ਪੱਖ 'ਚ ਵੀ ਖੜੇ ਸੀ, ਉਦੋਂ ਕੀ ਮਨ ਤੇ ਆਈ ਸੀਗੀ, ਆਹ ਕੀ ਹੋ ਗਿਆ? ਦੇਖੋ ਜੀ, ਮੈਨੂੰ ਗੁੱਸਾ ਉਸ ਟਾਈਮ ਇਸ ਗੱਲ ਦਾ ਆਇਆ ਸੀ ਵੀ ਉਹ ਲੇਡੀ ਲਿਟਰਲੀ ਕਹਿ ਰਹੀ ਸੀ ਵੀ ਜਿਹੜੀ ਕੁੜੀਆਂ ਨੇ ਧੋਖਾ ਕਰਿਆ, ਬਾਹਰ ਗਈਆਂ ਨੇ, ਉਹਨਾਂ ਦੇ ਨਾਲ ਮੈਂ ਖੜੀ ਆ, ਵੀ ਮੇਰੀ ਜੁੱਤੀ ਨੂੰ ਵੀ ਯਾਦ ਨਹੀਂ ਜੇ ਕੋਈ ਮੈਨੂੰ ਕੋਈ ਗਲਤ ਕਹਿ ਰਿਹਾ ਹੈ। ਤੇ ਮੈਂ ਇੱਕ ਚੀਜ਼ ਕਹਿੰਦਾ ਵੀ ਜੇ ਇੰਨਾ ਗਲਤ ਹੋਣ ਦੇ ਬਾਵਜੂਦ ਵੀ ਤੁਸੀਂ ਗਲਤ ਇਨਸਾਨ ਨਾਲ ਖੜੇ ਹੋ, ਫਿਰ ਤਾਂ ਬੋਲਣਾ ਜਾਇਜ਼ ਹੈ। ਕੀ ਰੋਬ ਨਾਲ ਬੋਲਤਾ, ਕੀ ਜ਼ੋਰ ਨਾਲ ਬੋਲਤਾ, ਫਿਰ ਤਾਂ ਇਹ ਅੰਦਰੋਂ ਨਿਕਲਦੀਆਂ ਹੁੰਦੀਆਂ ਆਵਾਜ਼ਾਂ। ਬੰਦਾ ਕੋਈ ਪਲਾਨਡ ਨਹੀਂ ਗੱਲ ਕਰਦਾ ਹੁੰਦਾ ਕਿ ਮੈਂ ਹੁਣ ਕੀ ਸੋਚ ਕੇ, ਹੁਣ ਇੰਟਰਵਿਊ ਚੱਲ ਰਹੀ ਹੈ, ਕੋਈ ਪਲਾਨ ਥੋੜੀ ਹੈ। ਜਿਹੜੀਆਂ ਚੀਜ਼ਾਂ ਪ੍ਰਮਾਤਮਾ ਦੇ ਰਿਹਾ ਦਿਮਾਗ 'ਚ ਉਹ ਆਪਾਂ ਦੱਸੀ ਜਾਂਦੇ ਹਾਂ। ਮੇਨ ਮਕਸਦ ਤਾਂ ਆਪਣਾ ਗਲਤ ਨਾਲ ਖੜਨਾ ਨਹੀਂ ਹੈਗਾ, ਸਹੀ ਨੂੰ ਆਪਾਂ ਸਪੋਰਟ ਕਰਨਾ ਹੈ, ਤੇ ਜਿਹੜਾ ਗਲਤ ਨਾਲ ਖੜਾ ਤਾਂ ਉਹਨੂੰ ਠੋਕਣਾ ਤਾਂ ਠੋਕਣਾ ਹੀ ਆਪਾਂ, ਰੋਕਣਾ ਤਾਂ ਰੋਕਣਾ ਹੀ ਆਪਾਂ। ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਹੈ, ਸਮਾਂ ਦੇ ਲਈ ਸ਼ੁਕਰੀਆ, ਥੈਂਕ ਯੂ ਵੈਰੀ ਮਚ। ਸੋ ਬਿਲਕੁਲ ਜੇਸਨ ਸਾਡੇ ਨਾਲ ਰਣਦੀਪ ਸਿੰਘ। ਰਣਦੀਪ ਦੀਆਂ ਗੱਲਾਂ ਸੁਣ ਕੇ ਵਾਕਈ ਹੀ ਜਿਹੜੇ ਸੁਣਨਗੇ, ਜਿਨ੍ਹਾਂ ਨੂੰ ਲੱਗਦਾ ਕਿ ਅਸੀਂ ਜ਼ਿੰਦਗੀ 'ਚ ਫੇਲ ਹੋਏ ਹਾਂ, ਉਹ ਜ਼ਰੂਰ ਆ ਕੇ ਮਿਲਣਗੇ ਵੀ ਔਰ ਆਪਣੀ ਜ਼ਿੰਦਗੀ ਨੂੰ ਸੋਹਣੇ ਤਰੀਕੇ ਨਾਲ ਜਿਉਣਗੇ। ਔਰ ਨਾਲ ਦੀ ਨਾਲ ਉਹਨਾਂ ਲੋਕਾਂ ਨੂੰ ਵੀ ਇੱਕ ਸੇਧ ਜ਼ਰੂਰ ਮਿਲੇਗੀ ਜਿਹੜੇ ਕਹਿੰਦੇ ਨੇ ਕਿ ਇੰਨਾ ਪੈਸਾ ਲੱਗ ਗਿਆ, ਸਾਡੀ ਜ਼ਿੰਦਗੀ ਬਰਬਾਦ ਹੋ ਗਈ ਹੈ, ਜ਼ਿੰਦਗੀ ਜਿਉਣੀ ਛੱਡ ਦਿੰਦੇ ਆ। ਤਾਂ ਇਹਨਾਂ ਚੀਜ਼ਾਂ ਦੇ ਵੱਲ ਨਾ ਜਾਓ। ਜੇਕਰ ਤੁਸੀਂ ਸੋਹਣੀ ਜ਼ਿੰਦਗੀ ਜਿਉਣੀ ਹੈ ਤਾਂ ਵਾਕਈ ਮਨ ਦੀ ਔਰ ਦਿਲ ਦੀ ਜ਼ਰੂਰ ਸੁਣਿਓ, ਕਿਉਂਕਿ ਇਹ ਤੁਹਾਡੇ ਨਾਲ ਸਦਾ ਲਈ ਰਹਿੰਦਾ ਹੈ। ਔਰ ਪਰਮਾਤਮਾ ਦੀ ਰਜ਼ਾ ਦੇ ਵਿੱਚ ਰਹਿ ਕੇ ਜੇਕਰ ਜ਼ਿੰਦਗੀ ਗੁਜ਼ਾਰੀ ਜਾਵੇ ਨਾ ਤਾਂ ਉਹ ਸੋਹਣੀ ਨਿਕਲ ਜਾਂਦੀ ਹੈ। ਫਿਲਹਾਲ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਨੇ ਸਮਾਜ 'ਚ, ਇਹ ਪਤਾ ਨਹੀਂ ਕਦ ਤੱਕ ਰੁਕਣਗੀਆਂ, ਇਹਦਾ ਨਹੀਂ ਪਤਾ, ਪਰ ਤੁਹਾਨੂੰ ਆਪਣੀ ਸੋਚ ਜਿਹੜਾ ਬਦਲਾਏ ਉਹ ਲੈ ਕੇ ਆਉਣਾ ਪੈਣਾ। ਇਹ ਨਹੀਂ ਕਿ ਇੰਟਰਵਿਊ ਸ਼ੁਰੂ ਹੋਈ ਥੱਲੇ ਗਾਲਾਂ ਦੀ ਝੜੀ ਲਗਾ ਦੇਣੀ ਹੈ, ਜੇ ਇੰਟਰਵਿਊ ਬੰਦ ਹੋਈ ਹੈ ਤਾਂ ਇਹ ਕਿਸੇ ਤੇ ਅਸੀਂ ਦੋਸ਼ ਮੜ ਦੇਣਾ ਹੈ। ਸੋ ਸਿਰਫ ਇਹ ਹੈ ਕਿ ਤੁਸੀਂ ਆਪਣੀ ਸੋਚ ਵਿੱਚ ਇੱਕ ਬਦਲਾਅ ਜਿਹੜਾ ਜ਼ਰੂਰ ਲੈ ਕੇ ਆਓ। ਹੁਣ ਤੁਹਾਡੇ ਤੋਂ ਲਵਾਂਗੇ ਆ ਗਿਆ ਸਹਿਯੋਗੀ ਪਰਵਿੰਦਰ ਸਿੰਘ ਦੇ ਨਾਲ ਮਨਦੀਪ ਕੌਰ ਸੰਧੂ। ਸਤਿ ਸ਼੍ਰੀ ਅਕਾਲ।